डॉक्टर अमरजीत सिंह गोरकी का नॉवल क्यों ग्यों परदेस का 23वां अंग। मेरी बड़ी इच्छा हुंदी कि मैं किसी तरह हरिंदर का घर वेख सकां। मेरा उत्थे जाना हो नहीं सकता ते उन्हां सारियां सुख सुविधावां दा पता नहीं लग सकता ਜਿਹੜੀਆਂ उत्थे मिलदियां ने। उन्हें कंप्यूटर नाल लगे वैब कैमरे राहीं अपने घर का चक्कर लवाया सी, पर जिस चीज़ का पता अखीं वेख के लग सकता उहदा पता कैमरे की अख नाल नहीं लग सकता। ਉਹ ਜਦੋਂ ਮੈਨੂੰ ਉੱਥੋਂ ਦੀਆਂ ਸਹੂਲਤਾਂ ਬਾਰੇ ਦੱਸਦਾ ਹੈ ਤਾਂ ਮਨ 'ਚ ਉਹਨਾਂ ਵਸਤਾਂ ਦਾ ਆਨੰਦ ਲੈਣ ਨੂੰ ਜੀ ਕਰਦਾ ਹੈ, ਪਰ ਇਹ ਹੋ ਨਹੀਂ ਸਕਦਾ। ਅਸੀਂ ਤੇ ਇੱਥੇ ਉਹਨਾਂ ਸਾਰੀਆਂ ਸਹੂਲਤਾਂ 'ਚੋਂ ਇੱਕਾ ਦੁੱਕਾ ਨੂੰ ਆਪਣੇ ਲਈ ਖਰੀਦ ਸਕਦੇ ਹਾਂ। ਜੇ ਕੰਪਿਊਟਰ ਲਓ ਤਾਂ ਇੰਟਰਨੈਟ ਦਾ ਉਹਨਾਂ ਸੁੱਖ ਨਹੀਂ ਲੈ ਸਕਦੇ ਜਿਹੜਾ 24 ਘੰਟੇ ਦੇ ਕਨੈਕਸ਼ਨ ਨਾਲ ਲਿਆ ਜਾ ਸਕਦਾ ਹੈ। ਉੱਥੇ $35 ਮਹੀਨੇ ਦੇ ਦਿਓ ਤੇ ਸਾਰਾ ਮਹੀਨਾ ਇੰਟਰਨੈਟ ਦਾ ਭਾਵੇਂ 24 ਘੰਟੇ ਫਾਇਦਾ ਉਠਾਓ। ਇੱਥੇ 1500 ਲੈਂਦੇ ਨੇ, ਪਰ ਸਾਡੇ ਲਈ ਇੰਨੇ ਪੈਸੇ ਸਾਡੀ ਪੈਨਸ਼ਨ ਦਾ ਇੱਕ ਵੱਡਾ ਹਿੱਸਾ ਬਣ ਜਾਂਦੇ ਨੇ। ਜੇ ਏਸੀ ਲਵਾਓ ਤਾਂ ਬਿਜਲੀ ਦਾ ਬਿੱਲ ਸਾਹ ਨਹੀਂ ਲੈਣ ਦਿੰਦਾ। ਉਂਝ ਵੀ ਇੱਥੇ ਕਿਹੜਾ ਬਿਜਲੀ ਹਰ ਵੇਲੇ ਰਹਿੰਦੀ ਏ, ਕੱਟ ਲੱਗਣ ਤਾਂ ਦੂਣੀ ਗਰਮੀ। ਹਰਿੰਦਰ ਦੀਆਂ ਗੱਲਾਂ ਤੋਂ ਸਹੀ ਹੁੰਦਾ ਹੈ ਕਿ ਉਹਦੀ ਤਨਖਾਹ ਚੰਗੀ ਏ, ਸਰਕਾਰੀ ਨੌਕਰੀ ਏ, ਰਿਟਾਇਰ ਹੋਣ ਤੇ ਆਪਣੀ ਪੈਨਸ਼ਨ, ਬੁਢਾਪੇ ਦੀ ਪੈਨਸ਼ਨ, ਜਮ੍ਹਾਂ ਖਾਤਿਆਂ ਦਾ ਸੂਦ ਵੀ। ਇੱਥੇ ਤੇ ਰਿਟਾਇਰ ਬੰਦੇ ਨੂੰ ਇਹੋ ਜਿਹੀਆਂ ਸਹੂਲਤਾਂ ਕਿੱਥੇ। ਆਮਦਨ ਡਾਲਰਾਂ ਵਿੱਚ ਤੇ ਖਰਚੇ ਇੱਥੋਂ ਦੇ ਰੁਪਈਆਂ ਬਰਾਬਰ। ਸ਼ਾਇਦ ਇਹੋ ਸੋਚ ਕੇ ਸਾਡੇ ਸਾਰਿਆਂ ਦੀ ਅਮਰੀਕਾ ਜਾਣ ਦੀ ਹਸਰਤ ਬਣ ਜਾਂਦੀ ਹੈ। ਸ਼ਾਇਦ ਮੇਰੀ ਵੀ ਬਣ ਗਈ ਹੈ, ਪਰ ਇਸ ਉਮਰੇ ਹਸਰਤ ਕਰਨ ਦਾ ਕੀ ਲਾਭ। ਦੂਜੇ ਦਿਨ ਮੇਰੇ ਮਨ 'ਚ ਆਈ ਕਿ ਹਰਿੰਦਰ ਦੀ ਚਿੱਠੀ ਬਾਰੇ ਭਰਜਾਈ ਜੀ ਕੋਲੋਂ ਪੁੱਛਾਂ ਕਿ ਉਹਨੇ ਇਹ ਚਿੱਠੀ 20 ਸਾਲ ਕਿਉਂ ਸਾਂਭ ਰੱਖੀ। ਪਰ ਫਿਰ ਸੋਚਿਆ ਭਰਜਾਈ ਦੇ ਮਨ 'ਚ ਵੀ ਜ਼ਰੂਰ ਹਰਿੰਦਰ ਦੀਆਂ ਗੱਲਾਂ ਦਾ ਗੁੱਸਾ ਹੋਣਾ ਜਿਹੜਾ ਉਹਨੇ ਇਸ ਚਿੱਠੀ ਨੂੰ ਚਾਚਾ ਜੀ ਦੀ ਵਸੀਅਤ ਦੀ ਨਕਲ ਨਾਲ ਜੱਦੀ ਜਾਇਦਾਦ ਵਿੱਚੋਂ ਆਪਣਾ ਹਿੱਸਾ ਲੈਣ ਲਈ ਕੀਤੇ ਸਮਝੌਤੇ ਦੇ ਕਾਗਜ਼ਾਂ ਨਾਲ ਸਾਂਭ ਕੇ ਰੱਖਿਆ ਹੋਇਆ ਹੈ। ਮੈਨੂੰ ਪਤਾ ਸੀ ਕਿ ਚਾਚਾ ਜੀ ਆਪਣੀ ਬਣਾਈ ਹੋਈ ਜਾਇਦਾਦ ਵਿੱਚੋਂ ਵੀਰ ਜੀ ਨੂੰ ਕੁਝ ਨਹੀਂ ਸੀ ਦਿੱਤਾ। ਇਸ ਕਰਕੇ ਆਪਣੇ ਰੰਜ ਨੂੰ ਸੱਜਰਾ ਰੱਖਣ ਲਈ ਉਹਨਾਂ ਨੇ ਸਾਰੇ ਕਾਗਜ਼ ਸਾਂਭ ਕੇ ਰੱਖੇ ਹੋਏ ਸਨ। ਮੈਨੂੰ ਇਹ ਵੀ ਪਤਾ ਸੀ ਕਿ ਹਰਿੰਦਰ ਨੇ ਅਮਰੀਕਾ ਤੋਂ ਕੁਝ ਲਿਖ ਕੇ ਭੇਜਿਆ ਹੋਵੇ ਤੇ ਇੱਥੇ ਆ ਕੇ ਕਦੀ ਕੋਈ ਗੱਲ ਨਹੀਂ ਸੀ ਛੇੜੀ। ਵੀਰ ਜੀ ਦੱਸਦੇ ਸਨ ਕਿ ਇੱਕ ਵਾਰੀ ਹਰਿੰਦਰ ਨੇ ਪੁੱਛਿਆ ਵੀ ਸੀ ਕਿ ਪਿਤਾ ਜੀ ਦੇ ਦੇਹਾਂਤ ਪਿੱਛੋਂ ਕਾਹਦਾ ਝਗੜਾ ਹੋਇਆ ਸੀ, ਪਰ ਮੈਂ ਗੱਲ ਗੋਲ ਮੋਲ ਕਰ ਦਿੱਤੀ। ਐਵੇਂ ਜਿਹੜੇ ਝਗੜੇ ਇਹਨਾਂ ਵੇਲਿਆਂ ਤੇ ਹੋ ਸਕਦੇ ਨੇ। ਮੈਂ ਪੁੱਛ ਲਿਆ, ਵੀਰ ਜੀ ਤੁਸੀਂ ਖੋਲ ਕੇ ਸਾਰੀਆਂ ਗੱਲਾਂ ਕਿਉਂ ਨਾ ਦੱਸੀਆਂ? ਬਸ ਐਵੇਂ। ਮੈਨੂੰ ਪਤਾ ਤੇ ਹੈ ਸੀ ਕਿ ਹਰਿੰਦਰ ਸਾਡੇ ਵੱਲ ਨਹੀਂ, ਸ਼ਿੱਤੂ ਵੱਲ। ਕੀ ਫਾਇਦਾ? ਜੇ ਉਹਨੂੰ ਇੰਨੀ ਇੱਛਾ ਏ ਤਾਂ ਉਹਨਾਂ ਕੋਲੋਂ ਪੁੱਛੇ ਜਿਨ੍ਹਾਂ ਦਾ ਪੱਖ ਲੈਂਦਾ। ਉਹਨੇ ਪੁੱਛਿਆ ਕਿ ਨਹੀਂ, ਕੀ ਪਤਾ, ਅਸੀਂ ਕੀ ਲੈਣਾ। ਤੇ ਜੋ ਰੰਜ ਵੀ ਲੱਗ ਲਵੇੜ ਇੰਨੇ ਸਾਲ ਬਾਅਦ ਵੀ ਧੋਤੀ ਨਹੀਂ ਗਈ। ਮੈਨੂੰ ਹੈਰਾਨੀ ਕੋਈ ਨਹੀਂ ਹੋਈ ਇਹ ਗੱਲਾਂ ਸੁਣ ਕੇ ਜਾਂ ਜਾਣ ਕੇ। ਘਰ ਘਰ ਇਹੀ ਮਾਮਲੇ ਨੇ। ਹੈਰਾਨੀ ਸਿਰਫ ਇਸ ਗੱਲ ਦੀ ਸੀ ਕਿ ਸਿਆਣੇ ਬਿਆਣੇ ਸ਼ਰੀਕੇ 'ਚ ਸੁਲ੍ਹਾ ਸਫਾਈਆਂ ਕਰਾਉਣ ਵਾਲੇ ਚਾਚਾ ਜੀ ਨੇ ਵਿਤਕਰਾ ਕਿਸ ਗੱਲੋਂ ਕੀਤਾ। ਅੰਗ 24ਵਾਂ। ਮਾਰਗਰੇਟ ਚਲੀ ਗਈ। ਹਰਿੰਦਰ ਕਹਿੰਦਾ ਹੈ ਗੁੱਡੀ ਭੈਣ ਦੇ ਪਤੀ ਵਾਂਗ ਉਹਨੂੰ ਵੀ ਕਦੀ-ਕਦੀ ਦੌਰਾ ਪੈਂਦਾ ਸੀ। ਕਾਹਦਾ? ਇੰਟਰਨੈਟ ਤੇ ਮੈਂ ਪੁੱਛਿਆ। ਪਤਾ ਨਹੀਂ, ਅੱਗੇ ਪਿੱਛੇ ਵੱਲ ਮਨ ਭਟਕਦਾ ਸੀ ਤੇ ਫਿਰ ਇੰਜ ਝਈਆਂ ਲੈ ਪੈਂਦੀ ਜਿਵੇਂ ਨੌਂਦਰਾਂ ਖੋਬ ਦੇਣੀਆਂ ਹੋਣ। ਕਦੀ ਤੈਨੂੰ ਵੀ ਨੌਂਦਰਾਂ ਮਾਰੀਆਂ ਸਨ ਕਿ ਨਹੀਂ? ਭਾਵੇਂ ਇੱਥੇ ਬੀਵੀਆਂ ਨੂੰ ਕੁਝ ਨਹੀਂ ਕਿਹਾ ਜਾ ਸਕਦਾ ਤਾਂ ਵੀ ਉਹ ਮੇਰੇ ਕੋਲੋਂ ਡਰਦੀ ਸੀ। ਗੁਰਬਾ ਕੁਸ਼ਤਨ ਰੂਜ਼ੇ ਅਵਲ ਮੈਂ ਰੋਮਨ ਅੱਖਰਾਂ 'ਚ ਟਾਈਪ ਕੀਤਾ। ਉਹ ਕੀ ਹੁੰਦਾ? ਮਤਲਬ ਪਹਿਲੇ ਦਿਨ ਬਿੱਲੀ ਮਾਰ ਲਓ ਨਹੀਂ ਤੇ। ਮੈਨੂੰ ਹਾਲੇ ਵੀ ਸਮਝ ਨਹੀਂ ਆਈ। ਮੈਂ ਉਹਨੂੰ ਪਹਿਲੇ ਦਿਨ ਪਤਨੀ ਨੂੰ ਧਮਕਾਉਣ ਲਈ ਬਿੱਲੀ ਦੇ ਮਾਰ ਦੇਣ ਦੀ ਕਹਾਣੀ ਸੁਣਾਈ। ਵੈਬ ਕੈਮਰੇ ਤੇ ਉਹਦਾ ਹੱਸਦਾ ਚਿਹਰਾ ਆ ਗਿਆ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਵੈਸੇ ਤੇ ਉਹਦੀ ਮਾਂ ਵੀ ਮੇਰੇ ਕੋਲੋਂ ਡਰਦੀ ਸੀ। ਕਦੀ ਉਹਦੇ ਘਰ ਜਾਣਾ ਤਾਂ ਮੇਰੇ ਨੇੜੇ ਨਹੀਂ ਸੀ ਲੱਗਦੀ। ਪਰੇ ਪਰੇ ਬਹਿੰਦੀ, ਮੈਂ ਵੀ ਚੁੱਪ ਰਹਿੰਦਾ। ਉਹ ਤੇ ਤੇਰੀ ਪੁਰਾਣੀ ਆਦਤ ਏ। ਗੁੱਡੀ ਜਦੋਂ ਤੇਰੇ ਕੋਲੋਂ ਹੋ ਕੇ ਇੰਡੀਆ ਆਈ ਸੀ ਦੱਸਦੀ ਸੀ ਮਾਰਗਰੇਟ ਸ਼ਿਕਾਇਤ ਕਰਦੀ ਏ ਕਿ ਹਰਿੰਦਰ ਚੁੱਪ ਰਹਿੰਦਾ ਹੈ, ਗੱਲਾਂ ਗੱਪਾਂ ਨਹੀਂ ਮਾਰਦਾ, ਕਿਧਰੇ ਘੁਮਾਉਣ ਨਹੀਂ ਲੈ ਜਾਂਦਾ। ਚੱਲ ਅਸੀਂ ਬਾਹਰ ਖਾਣਾ ਖਾਣ ਚੱਲੀਏ। ਠੀਕ ਨੇ ਇਹ ਗੱਲਾਂ? ਯਾਰ ਇਹ ਅਮਰੀਕਨ ਟਪੂਸੀਆਂ ਬੜੀਆਂ ਮਾਰਦੀਆਂ ਨੇ, ਐਵੇਂ ਟੱਪੀ ਜਾਂਦੀਆਂ ਨੇ। ਮਾਰਗਰੇਟ ਦਾ ਚੁਲਬਲਾਪਨ ਮੈਨੂੰ ਚੰਗਾ ਲੱਗਦਾ ਸੀ, ਮੈਨੂੰ ਆਨੰਦ ਆਉਂਦਾ ਸੀ, ਪਰ ਹਰ ਵੇਲੇ ਬੰਦਾ ਬਾਹਰ ਤੇ ਨਹੀਂ ਨਾ ਲੱਗਾ ਫਿਰਦਾ। ਕੰਮ ਤੇ ਜਾਣਾ, ਥੱਕੇ ਹੋਏ ਆਉਣਾ,
ਹਰ ਸ਼ਾਮ ਕਿੱਥੇ ਲਈ ਫਿਰੇ। ਬੱਚੂ, ਜੇ ਉਹਨੂੰ ਵੀ ਨੌਕਰੀ ਕਰਨ ਦਿੰਦੋ ਤਾਂ ਹਰ ਵੇਲੇ ਤੈਨੂੰ ਘੁੰਮਣ ਫਿਰਨ ਦੀਆਂ ਹੁੱਥਲਾਂ ਤੇ ਨਾ ਦਿੰਦੀ। ਘਰ ਬਿਠਾ ਛੱਡਿਆ ਸਹੀ, ਵਿਹਲੀ ਘਰੇ ਬੈਠੀ ਬੋਰ ਹੋ ਜਾਂਦੀ ਹੋਣੀ। ਹੋ ਸਕਦਾ ਹੈ, ਕਦੇ ਸੋਚਿਆ ਹੀ ਨਹੀਂ ਹੈ ਇਸ ਬਾਰੇ, ਪਰ ਤੂੰ ਉਹਨੂੰ ਨੌਕਰੀ ਕਰਵਾਈ ਕਿਉਂ ਨਾ? ਐਵੇਂ ਮੇਰੀ ਆਮਦਨ ਮਾਕੂਲ ਸੀ, ਇਸ ਲਈ ਸੋਚਿਆ। ਕੁਝ ਪਲ ਕੋਈ ਜਵਾਬ ਨਹੀਂ ਆਇਆ। ਸ਼ਾਇਦ ਮੇਰੀ ਚੁੱਪ ਬਾਰੇ ਸੋਚਦਾ ਰਿਹਾ ਹੋਣਾ। ਮੈਨੂੰ ਇੰਜ ਜਾਪਿਆ ਜਿਵੇਂ ਮੇਰੀ ਗੱਲ ਸੱਚ ਹੋਵੇ। ਉਹਦਾ ਜਵਾਬ ਉਡੀਕੇ ਬਿਨਾਂ ਮੈਂ ਟਾਈਪ ਕਰਨ ਦੀ ਸੋਚੀ। ਵਿਹਲੀ ਬੈਠੀ ਇੰਟਰਨੈਟ ਤੇ ਚੈਟ ਕਰਦੀ ਨੇ ਯਾਰ ਲੱਭ ਲਏ। ਇਸ ਲਈ ਚੰਗਾ ਹੁੰਦਾ ਜੇ ਨੌਕਰੀ ਕਰਦੀ, ਉਹਨੂੰ ਆਪਣੀ ਕਮਾਈ ਦੀ ਕਦਰ ਹੁੰਦੀ। ਇੰਡੀਆ 'ਚ ਵੀ ਜਿਹੜੇ ਮਾਪੇ ਘਰ 'ਚ ਸਖਤੀ ਕਰਦੇ ਨੇ, ਉਹਨਾਂ ਦੇ ਬੱਚੇ ਵੀ ਤੇ ਕਈ ਵਾਰੀ ਬੀਵੀਆਂ ਵੀ ਵਿਗੜ ਜਾਂਦੀਆਂ ਨੇ। ਤੇ ਤੂੰ ਸਿੱਧੀ ਸਖਤੀ ਨਹੀਂ ਕੀਤੀ, ਚੁੱਪ ਰਹਿ ਕੇ ਤੂੰ ਗੰਭੀਰਤਾ ਦਾ ਪ੍ਰਭਾਵ ਪਾਇਆ। ਇਹ ਵੀ ਇੱਕ ਕਿਸਮ ਦੀ ਸਖਤੀ ਹੁੰਦੀ ਹੈ। ਯਾਰ ਤੇ ਉਹਨੇ ਫੇਰ ਵੀ ਇੰਟਰਨੈਟ ਤੇ ਲੱਭ ਲਏ। ਕੀ ਫਾਇਦਾ ਹੋਇਆ ਹਿੰਦੁਸਤਾਨੀਆਂ ਵਾਂਗ ਸੋਚਣ ਦਾ? ਅਮਰੀਕਾ 'ਚ ਰਹਿਣਾ, ਅਮਰੀਕਨਾਂ ਵਾਂਗ ਸੋਚਦਾ ਤਾਂ ਸ਼ਾਇਦ ਇੰਨਾ ਦੁਖੀ ਨਾ ਹੁੰਦਾ। ਪਰ ਮੈਂ ਸਾਰੀਆਂ ਗੱਲਾਂ ਸੋਚੀਆਂ, ਨਾ ਕਹੀਆਂ, ਨਾ ਟਾਈਪ ਕੀਤੀਆਂ। ਸਗੋਂ ਟਾਈਪ ਕੀਤਾ, ਕੀ ਸੋਚਦਾ ਹੈ? ਕੁਝ ਨਹੀਂ, ਤੇਰੀ ਗੱਲ ਬਾਰੇ ਹੀ ਸੋਚਦਾ ਸੀ। ਅਸਲ 'ਚ ਸਾਨੂੰ ਇੱਥੇ ਬੈਠਿਆਂ ਨੂੰ ਤੇਰੀਆਂ ਸਾਰੀਆਂ ਗੱਲਾਂ ਸਮਝ ਨਹੀਂ ਆ ਸਕਦੀਆਂ। ਉਂਝ ਮੈਨੂੰ ਸਮਝ ਨਹੀਂ ਆਈ ਕਿ ਇੱਕ ਪਾਸੇ ਉਹ ਕਹਿੰਦੀ ਫਿਰਦੀ ਸੀ ਕਿ ਤੇਰੇ ਵਰਗਾ ਖਾਵੰਦ ਹੋ ਹੀ ਨਹੀਂ ਸਕਦਾ, ਤੇ ਮਹੀਨੇ ਪਿੱਛੋਂ ਯਾਰ ਨਾਲ ਵਸਣ ਲਈ ਤਿਆਰ ਹੋ ਜਾਂਦੀ ਏ। ਮੈਨੂੰ ਆਪ ਵੀ ਸਮਝ ਨਹੀਂ ਆਈ। ਸਗੋਂ ਜਦੋਂ ਲੋਕਾਂ ਕੋਲੋਂ ਪਤਾ ਲੱਗਦਾ ਕਿ ਉਹ ਇਹ ਕਹਿੰਦੀ ਏ, ਮੈਂ ਤੇ ਫੁੱਲਿਆ ਨਹੀਂ ਸੀ ਸਮਾਉਂਦਾ। ਪਰ ਅਚਾਨਕ ਤੇਰੀ ਭਰਜਾਈ ਕਹਿੰਦੀ ਏ ਕਿ ਜੇ ਉਹ ਬਿਮਾਰ ਸੀ, ਤੇਰੇ ਸਿਰ ਤੇ ਐਸ਼ ਕਰਦੀ ਸੀ, ਫਿਰ ਕਿਉਂ ਨਿਕਲ ਗਈ? ਮੈਨੂੰ ਤੇ ਇੰਜ ਜਾਪਦਾ ਹੈ ਕਿ ਉਹ ਜਵਾਨ ਸੀ ਤੇ ਤੇਰੇ ਸੱਤੂ ਮੁੱਕੇ ਪਏ ਨੇ। ਉਹਦੀ ਅੱਗ ਭਖਦੀ ਸੀ ਤੇ ਤੇਰੀ ਠੰਡੀ ਠਾਰ ਬਗਾਨੀ ਝਾਕ ਉਹਨੂੰ ਹੋਈ ਗਈ। ਤੇ ਤੂੰ ਕਿਹਾ ਸੀ ਨਾ ਉਹਦਾ ਇੱਕ ਯਾਰ ਏ, ਉਹਨੇ ਭੱਲ ਪਵਾਇਆ ਤੇ ਅਗਲੀ ਤਿੱਤਰ। ਹੁਣ ਬਹਿ ਗਿਆ ਨਾ ਚੁੱਪ ਕਰਕੇ? ਉਹ ਬਹਿ ਕਿੱਥੇ ਗਿਆ, ਹੁਣ ਤੇ ਹੋਰ ਮੇਮ ਲੱਭਦਾ ਪਿਆ। ਉਹ ਤੇ ਤੂੰ ਅੱਗੇ ਵੀ ਦੱਸਿਆ, ਪਰ ਮੈਨੂੰ ਇਹ ਸਮਝ ਨਹੀਂ ਆਈ ਕਿ ਤੈਨੂੰ ਉਹਦੇ ਜਾਣ ਦਾ ਜ਼ਰਾ ਵੀ ਦੁੱਖ ਨਹੀਂ ਹੋਇਆ। ਹੋਇਆ, ਪਰ ਉਹਦੇ ਜਾਣ ਨਾਲੋਂ ਆਪਣੇ ਪੈਸੇ ਗੁਆਚਣ ਦਾ ਵਧੇਰੇ ਹੋਇਆ। ਬਸ ਨਿਕਲਿਆ ਨਾ ਪੈਸੇ ਦਾ ਪੀਰ। ਯਾਰ ਇੱਥੇ ਸਭ ਪੈਸੇ ਦੇ ਪੀਰ ਨੇ। ਪਰਸੋਂ ਦੀ ਗੱਲ ਸੁਣ ਲੈ। ਮੈਂ ਗੈਸ ਪਵਾ ਕੇ ਸਟੋਰ ਤੇ ਕੌਫੀ ਪਿਆ ਪੀਂਦਾ ਸੀ ਕਿ ਇੱਕ ਕਾਲੀ ਤੇ ਕਾਲਾ ਲੜਦੇ ਲੜਦੇ ਸਟੋਰ 'ਚ ਵੜੇ। ਕਾਲੀ ਜਿਉਂ ਬੋਲਣ ਲੱਗੀ ਹਟੇ ਹੀ ਨਾ। ਕਹੇ ਤੂੰ ਆ ਗਲ ਪਾਈ ਟੀ-ਸ਼ਰਟ ਲਾ ਦੇ, ਇੱਥੇ ਹੀ ਲਾ ਦੇ। ਕਾਲੀ ਨੇ ਖਰੀਦ ਕੇ ਦਿੱਤੀ ਹੋਣੀ। ਉਹ ਅੱਗੋਂ ਕਹੇ ਮੈਂ ਘਰ ਕਿਵੇਂ ਜਾਊਂ? ਕਾਲੀ ਨੇ ਪਾੜ ਕੇ ਕੂੜੇ ਦੇ ਢੋਲ 'ਚ ਸੁੱਟੀ ਤੇ ਉਹ ਜਾ ਤੇ ਉਹ ਜਾ। ਇੰਨਾ ਵੀ ਲਿਹਾਜ਼ ਨਹੀਂ ਕਰਦੀਆਂ। ਲਿਹਾਜ਼ ਕਾਹਦਾ, ਉਹਨੇ ਤੇ 911 ਤੇ ਫੋਨ ਵੀ ਕਰਤਾ। ਪੁਲਿਸ ਆਈ, ਪਰ ਸਟੋਰ ਤੇ ਖਲੋਤੀ ਬੀਬੀ ਨੇ ਕਹਿਤਾ ਕਿ ਮੈਨੂੰ ਨਹੀਂ ਪਤਾ। ਕਾਲਾ ਬਚ ਗਿਆ। ਕਈ ਥਾਈਂ ਉਹਨੇ ਫੋਨ ਵੀ ਕੀਤਾ ਯਾਰਾਂ ਦੋਸਤਾਂ ਨੂੰ ਕਿ ਮੈਨੂੰ ਲੈ ਚੱਲੋ। ਅਖੀਰ ਗਲੋਂ ਨੰਗਾ ਪੈਦਲ ਹੀ ਨਿਕਲ ਗਿਆ। ਤੈਨੂੰ ਤਰਸ ਨਹੀਂ ਆਇਆ? ਇੱਥੇ ਤਰਸ ਕਰਨ ਦਾ ਕੋਈ ਮਤਲਬ ਨਹੀਂ, ਐਵੇਂ ਫਸਣ ਵਾਲੀ ਗੱਲ ਹੁੰਦੀ ਏ। ਪਰ ਇੱਕ ਹੋਰ ਗੱਲ ਦੱਸਾਂ, ਰਾਤੀ ਫਿਰ ਇਕੱਠੇ ਸੌਣਗੇ, ਸਵੇਰ ਦੀ ਲੜਾਈ ਭੁਲਾ ਦੇਣਗੇ। ਹਲਾ, ਇਹ ਤੇ ਬੜੀ ਵਧੀਆ ਗੱਲ ਏ। ਜੇ ਪਿਆਰ ਕੱਚਾ ਤੇ ਵੈਰ ਵੀ ਕੱਚਾ ਹੀ ਹੋਇਆ। ਆਹੋ, ਤੇ ਤੂੰ ਵੀ ਉਹਨਾਂ ਵਰਗਾ ਹੋ ਗਿਆ। ਕਹਿ ਨਹੀਂ ਸਕਦਾ, ਮੈਨੂੰ ਤੇ ਇਹੀ ਲੱਗਦਾ। ਕਿਵੇਂ? ਆਪੇ ਸੋਚ ਲੈ। ਮੇਰੇ ਮਨ 'ਚ ਕਈ ਹੋਈਆਂ ਬੀਤੀਆਂ ਗੱਲਾਂ ਆਈਆਂ। ਟਾਈਪ ਇਸ ਕਰਕੇ ਨਹੀਂ ਕੀਤੀਆਂ ਮਤੇ ਗੁੱਸੇ ਹੋ ਜਾਏ। ਮੈਨੂੰ ਉਹਦਾ ਡਰ ਨਹੀਂ ਮਾਰਿਆ, ਪਰ ਮੇਰੇ ਲਈ ਹਰਿੰਦਰ ਦਾ ਅਮਰੀਕਨ ਵਾਂਗ ਸੋਚਣਾ ਜਾਂ ਵਰਤਣਾ ਵੀ ਕੋਈ ਮਾਇਨੇ ਨਹੀਂ ਰੱਖਦਾ। ਮਾਰਗਰੇਟ ਗਈ, ਹੋਰ ਦੀ ਭਾਲ ਏ, ਕੀ ਫਰਕ ਪਏਗਾ? ਨਾ ਮੈਨੂੰ ਤੇ ਨਾ ਵੀਰ ਜੀ ਤੇ ਭਰਜਾਈ ਨੂੰ। ਮੇਰਾ ਦੋਸਤ ਏ ਤੇ ਉਹਨਾਂ ਦਾ ਭਰਾ। ਕਈ ਵਾਰੀ ਉਹਦੀ ਜ਼ਿੰਦਗੀ ਬਾਰੇ ਸੋਚਣ ਲੱਗ ਪਈਦਾ ਹੈ। ਜਦੋਂ ਵੀ ਮੈਂ ਪੁੱਛਿਆ ਕਿ ਦੂਜੀ ਪਤਨੀ ਰੀਤਾ ਨਾਲ ਕਿਉਂ ਤਲਾਕ ਹੋਇਆ ਸਹੀ, ਤਾਂ ਉਦੋਂ ਵੀ ਉਹਨੇ ਉਹਦੇ ਯਾਰ ਦੀ ਗੱਲ ਕੀਤੀ ਤੇ ਹੁਣ ਮਾਰਗਰੇਟ ਵੇਲੇ ਵੀ ਇਹੀ ਯਾਰ ਪਤਾ ਨਹੀਂ ਕਿੱਥੋਂ ਨਿਕਲ ਆਉਂਦੇ ਨੇ। ਜਾਂ ਸ਼ਾਇਦ ਸਾਨੂੰ ਹਿੰਦੁਸਤਾਨੀਆਂ ਨੂੰ ਵਿਆਹ ਟੁੱਟਣ ਦੀ ਸਭ ਤੋਂ ਵਧੇਰੇ ਮੰਨਣਯੋਗ ਦਲੀਲ ਯਾਰ ਦਾ ਹੋਣਾ ਹੀ ਬਣ ਸਕਦੀ ਹੈ। ਵਾਹ ਓਏ ਹਰਿੰਦਰ ਸਿੰਘਾ, ਚੱਤਰ ਨਿਕਲਿਆ। ਹਿੰਦੁਸਤਾਨੀ ਲਈ ਹਿੰਦੁਸਤਾਨੀ ਦਲੀਲ ਹੀ ਸੁਝਦੀ ਹੈ। ਅੰਗ 25ਵਾਂ। ਮੇਰੀ ਪਤਨੀ ਕਹਿੰਦੀ ਏ ਤੁਸੀਂ ਦੂਜਿਆਂ ਦੇ ਮਾਮਲਿਆਂ 'ਚੋਂ ਕੀ ਲੈਣਾ, ਆਪਣੇ ਹਾਲ ਮਸਤ ਰਿਹਾ ਕਰੋ। ਮੈਂ ਆਪਣੀ ਪਤਨੀ ਨੂੰ ਬਾਹੋਂ ਫੜ ਕੇ ਕੋਲ ਬਹਾ ਲੈਣਾ ਤੇ ਕਹਿਣਾ, ਸੁਣ, ਮੈਂ ਉਹਨਾਂ ਦੇ ਮਾਮਲਿਆਂ 'ਚੋਂ ਕੀ ਲੈਣਾ ਹੈ? ਯਾਰ ਸੀ, ਅਮਰੀਕਾ ਚਲਾ ਗਿਆ, ਉੱਥੇ ਜਾ ਕੇ ਅਮਰੀਕਨਾਂ ਵਰਗਾ ਹੋ ਗਿਆ। ਸਾਨੂੰ ਕੋਈ ਫਰਕ ਨਹੀਂ ਪਿਆ। ਉਹਦੇ 1, 2 ਤੇ ਫਿਰ 3 ਤਲਾਕ ਹੋਏ।
ਸਾਡੇ ਲਈ ਤੇ ਕਹਾਣੀਆਂ ਹੀ ਨੇ, ਜਾਂ ਫਿਰ ਹੈਰਾਨੀ ਕਿ ਉੱਥੇ ਵਿਆਹ ਦਾ ਜਾਂ ਸਾਥੀ ਨਾਲ ਬਿਤਾਈ ਜ਼ਿੰਦਗੀ ਦਾ ਕੋਈ ਮਤਲਬ ਹੀ ਨਹੀਂ ਰਿਹਾ। ਬਾਕੀ ਇੱਥੇ ਕਿਸੇ ਦਾ ਕੀ ਗਿਆ ਜਾਂ ਕਿਸੇ ਨੂੰ ਕੀ ਫਰਕ ਪਿਆ। ਜਦੋਂ ਚਾਚਾ ਜੀ ਜਿਉਂਦੇ ਸੀ ਜਾਂ ਚਾਚੀ ਜੀ ਹਾਲੀ ਹੈ ਸਨ, ਉਦੋਂ ਤੇ ਉਹਨਾਂ ਨੂੰ ਥੋੜਾ ਬਾਲਾ ਝੋਰਾ ਹੁੰਦਾ ਸੀ ਕਿ ਸਾਡੇ ਪੁੱਤਰ ਦੀ ਕਿਹੋ ਜਿਹੀ ਕਿਸਮਤ ਏ। ਪਰ ਦੋਹਾਂ ਦੇ ਜਾਣ ਪਿੱਛੋਂ ਨਾ ਸ਼ਿੱਤੂ ਨੇ ਕਦੀ ਹਰਿੰਦਰ ਬਾਰੇ ਗੱਲ ਕੀਤੀ ਹੈ, ਨਾ ਵੀਰ ਜੀ ਨੇ। ਜਦੋਂ ਕਦੀ ਉਹਦੀ ਚਿੱਠੀ ਆਵੇ ਤਾਂ 2-4 ਦਿਨ ਜ਼ਿਕਰ ਹੋ ਜਾਂਦਾ ਬਸ। ਹੁਣ ਜਦੋਂ ਦਾ ਇੰਟਰਨੈਟ ਲੱਗਾ ਹੈ, ਚਿੱਠੀਆਂ ਆਉਣੀਆਂ ਵੀ ਬੰਦ ਹੋ ਗਈਆਂ। ਇੰਟਰਨੈਟ ਦਾ ਇੱਕ ਫਾਇਦਾ ਤੇ ਜ਼ਰੂਰ ਹੋਇਆ, ਜਿਸ ਵੇਲੇ ਜੀ ਕਰੇ ਆਫਲਾਈਨ ਸੁਨੇਹਾ ਦੇ ਦਿਓ ਤੇ ਵਕਤ ਪੱਕਾ ਕਰਕੇ ਚੈਟ ਕਰ ਲਓ। ਤੇ ਹੁਣ ਉਹਦੀ ਅਮਰੀਕਾ ਰਹਿੰਦੀ ਭੈਣ ਗੁੱਡੀ ਨੇ ਦੂਜਾ ਵਿਆਹ ਕੀਤਾ। ਸਾਰਿਆਂ ਨੂੰ ਹੈਰਾਨੀ ਹੋਈ, ਪੰਜਾਵਾਂ ਨੂੰ ਅਪੜਨ ਲੱਗੀ। ਪਹਿਲਾ ਵਿਆਹ ਉਹਦਾ 22 ਸਾਲ ਪਹਿਲਾਂ ਹੋਇਆ ਸੀ। ਡਾਕਟਰੀ ਕਰਕੇ ਆਈ ਤੇ ਵਿਆਹੀ ਗਈ। ਆਪਣੇ ਘਰ ਤੇ ਰਹੀ ਨਹੀਂ। ਜਦੋਂ ਪ੍ਰੀ ਮੈਡੀਕਲ ਪੜ੍ਹ ਕੇ ਡਾਕਟਰੀ ਕਰਨ ਗਈ ਏ, ਉਦੋਂ ਹੀ ਚਾਚੀ ਜੀ ਕਹਿੰਦੇ ਸਨ ਸਾਡੇ ਵੱਲੋਂ ਤੇ ਹੁਣੇ ਵਿਆਹੀ ਗਈ। ਪੁਰਾਣੀਆਂ ਹਾਰ ਆਉਂਦੀ ਏ, ਚਲੀ ਜਾਂਦੀ ਏ। ਘਰ ਆਈ ਨੂੰ ਕੋਈ ਮਿੱਠੀ ਲੂਣੀ ਚੀਜ਼ ਬਣਾ ਦੇਈਦੀ ਏ। ਦੂਜੇ ਚੌਥੇ ਮਹੀਨੇ ਆਉਂਦੀ ਏ, ਚਲੀ ਜਾਂਦੀ ਏ। ਵਿਆਹੀਆਂ ਹਾਰ ਹੀ ਪਰਾਈ ਹੋ ਗਈ ਏ। ਤੇ ਗੱਲ ਉਹਨਾਂ ਦੀ ਸੱਚੀ ਸੀ ਕਿ ਨਹੀਂ? ਪਰ ਹੈਰਾਨੀ ਤੇ ਇਸ ਗੱਲ ਦੀ ਏ ਕਿ 22 ਸਾਲਾਂ ਪਿੱਛੋਂ ਤਲਾਕ ਹੋ ਗਿਆ। ਵੀਰ ਜੀ ਨੇ ਪੁੱਛਿਆ ਸੀ ਕੀ ਭਾਣਾ ਵਰਤ ਗਿਆ। ਉਹਨਾਂ ਨੇ ਵੀ ਗੁੱਡੀ ਦੇ ਤਲਾਕ ਦੀ ਗੱਲ ਹੈਰਾਨ ਹੋ ਕੇ ਦੱਸੀ ਸੀ। ਪਤਾ ਨਹੀਂ ਅਮਰੀਕਾ ਜਾ ਕੇ ਲੋਕਾਂ ਨੂੰ ਕੀ ਮਾਰ ਵੱਗ ਜਾਂਦੀ ਏ। ਜਿਹਨੂੰ ਦੇਖੋ ਤਲਾਕ। ਮੁਸਲਮਾਨਾਂ ਵਾਲਾ ਹਿਸਾਬ ਹੋ ਗਿਆ। ਤਲਾਕ 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 ਆਖਿਆ ਤੇ ਛੁੱਟੀ। ਵਿਆਹ ਨਾ ਹੋਇਆ, ਡਿਨਰ ਪਾਰਟੀ ਹੋ ਗਈ, ਖਾਣਾ ਖਤਮ ਤੇ ਬਾਈ ਕੀਤਾ, ਛੁੱਟੀ। ਤਾਂ ਮੈਂ ਕਿਹਾ ਹਰਿੰਦਰ ਤੇ ਕਹਿੰਦਾ ਕਿ ਸਾਡੇ ਹਿੰਦੁਸਤਾਨੀਆਂ ਵਾਂਗ ਆਮ ਅਮਰੀਕਨ ਝੂਠ ਨਹੀਂ ਬੋਲਦੇ ਤੇ ਨਾ ਹੀ ਝੂਠ ਬਰਦਾਸ਼ਤ ਕਰਦੇ ਨੇ। ਤੇ ਅੱਗੋਂ ਵੀਰ ਜੀ ਕਹਿਣ ਲੱਗੇ ਇਹ ਕਾਹਦਾ ਸੱਚ ਏ ਜਿਹੜਾ ਕਿਸੇ ਨਾਲ ਦਿਲ ਦਾ ਰਿਸ਼ਤਾ ਨਾ ਬਣਨ ਦੇਵੇ। ਮੈਂ ਸੋਚੀ ਪੈ ਗਿਆ ਕਿ ਜੇ ਪਿਆਰ ਹੋਵੇ ਤਾਂ ਬੰਦਾ ਨਿੱਕੀ ਜਿਹੀ ਗੱਲ ਤੇ ਨਾਤਾ ਨਹੀਂ ਤੋੜ ਲੈਂਦਾ। ਮਾਰਗਰੇਟ ਨੇ ਹਰਿੰਦਰ ਨਾਲੋਂ ਨਾਤਾ ਇੰਜ ਤੋੜ ਲਿਆ ਜਿਵੇਂ 14 ਸਾਲਾਂ ਦਾ ਸਾਥ ਗੁਜ਼ਾਰਾ ਕਰਨ ਵਾਂਗ ਲੰਘਾਏ ਹੋਣ, ਦਿਲਾਂ ਦਾ ਸਾਥ ਕੋਈ ਨਾ ਹੋਵੇ। ਹਰਿੰਦਰ ਤੇ ਕਹਿੰਦਾ ਹੈ ਕਿ ਉਹਨੇ ਮਾਰਗਰੇਟ ਨੂੰ ਕਈ ਵਾਰੀ ਮਨੋਵਿਗਿਆਨੀ ਨਾਲ ਮਸ਼ਵਰਾ ਕਰਨ ਲਈ ਕਿਹਾ ਸੀ, ਪਰ ਮੰਨਦੀ ਨਹੀਂ ਸੀ। ਕਿਉਂ ਨਹੀਂ ਸੀ ਮੰਨਦੀ? ਬਸ ਇਹੋ ਕਹੇ ਕਿ ਮੈਨੂੰ ਕੋਈ ਕਸਰ ਨਹੀਂ, ਮੈਂ ਬਿਲਕੁਲ ਠੀਕ ਹਾਂ, ਜਿਵੇਂ ਆਮ ਲੋਕ ਆਮ ਤੌਰ ਤੇ ਮਾਨਸਿਕ ਰੋਗੀ ਕਹਿੰਦੇ ਨੇ। ਨਹੀਂ, ਉਹ ਗੱਲ ਨਹੀਂ। ਜਦੋਂ ਕਦੀ ਕਿਸੇ ਪਾਰਟੀ ਤੇ ਜਾਂਦੇ ਸਾਂ ਤਾਂ ਉੱਥੇ ਜਾ ਕੇ ਪਾਰਟੀ ਦਾ ਮਜ਼ਾ ਲੈਣ ਦੀ ਥਾਂ ਆਪਣੀਆਂ ਬਿਮਾਰੀਆਂ ਦੀ ਕਹਾਣੀ ਪਾਉਣ ਲੱਗ ਪੈਣੀ। ਇੱਕ ਵਾਰੀ ਕੋਈ ਸੁਣੇ, 2 ਵਾਰੀ ਸੁਣੇ, ਫਿਰ ਲੋਕੀ ਨੇੜੇ ਹੀ ਨਹੀਂ ਲੱਗਦੇ। ਇਹੀ ਸੋਚਦੇ ਨੇ ਕਿ ਇਹਨੇ ਆਪਣੀ ਬਿਮਾਰੀ ਤੋਂ ਸਿਵਾਏ ਹੋਰ ਕੋਈ ਗੱਲ ਹੀ ਨਹੀਂ ਕਰਨੀ। ਆਹੋ ਯਾਰ, ਹੁੰਦੀਆਂ ਨੇ ਇਹੋ ਜੀਆਂ ਜਨਾਨੀਆਂ। ਮੇਰੀ ਸਾਲੇ ਹਾਰ ਇੰਝ ਦੀ, ਜਦੋਂ ਜਾਈਏ ਸਿਰ ਤੇ ਪੱਟੀ ਬੰਨ ਲੈ ਗਈ। ਮੇਰੀ ਸਿਰ ਪੀੜ ਏ, ਮੈਂ ਬਿਮਾਰ ਹਾਂ, ਮੈਨੂੰ ਥਾਇਰਾਇਡ ਦੀ ਬਿਮਾਰੀ ਏ, ਮੈਂ ਕਿੰਨੇ ਆਪਰੇਸ਼ਨ ਕਰਾ ਚੁੱਕੀ ਹਾਂ, ਮੈਥੋਂ ਟੁਰਿਆ ਨਹੀਂ ਜਾਂਦਾ, ਮੇਰੀ ਸੈਰ ਬੰਦ ਹੋ ਗਈ ਏ। ਤੇ ਜਦੋਂ ਮਹਿਮਾਨ ਚਲੇ ਜਾਣ, ਚੰਗੀ ਭਲੀ। ਤੂੰ ਹੀ ਦੱਸ ਇਹੋ ਜਿਹੀ ਜਨਾਨੀ ਦਾ ਕੋਈ ਕੀ ਕਰੇ? ਮੇਰੇ ਸਾਲੇ ਵਾਂਗ ਬਗਾਨੀਆਂ ਖੁਰਲੀਆਂ 'ਚ ਮੂੰਹ ਮਾਰੇ। ਬਸ ਅੱਗੇ ਪਿੱਛੇ ਮੈਂ ਜੋ ਮਰਜ਼ੀ ਕਰਾਂ, ਇੱਕ ਵਾਰੀ ਵਿਆਹ ਕਰਾ ਕੇ ਮੈਂ ਇੱਧਰ ਉੱਧਰ ਮੂੰਹ ਨਹੀਂ ਮਾਰਦਾ। ਫਿਰ ਦੁਖੀ ਰਹਿੰਦਾ ਹੋਏਗਾ। ਹਾਂ, ਪਰ ਇੰਨਾ ਦੁਖੀ ਵੀ ਨਹੀਂ ਹੁੰਦਾ ਕਿ ਡਿਪਰੈਸ਼ਨ ਹੋ ਜਾਏ। ਇਹ ਤੇ ਚੰਗੀ ਗੱਲ ਹੈ, ਨਹੀਂ ਤੇ ਬੰਦਾ ਪਰਦੇਸ 'ਚ ਰੁਲ ਜਾਂਦਾ ਹੈ। ਨਹੀਂ ਬਈ, ਮੇਰੇ ਲਈ ਇਹ ਪਰਦੇਸ ਨਹੀਂ, ਮੇਰੇ ਲਈ ਤਾਂ ਹੁਣ ਇਹੋ ਹੀ ਦੇਸ਼ ਹੈ। ਮੈਂ ਕਦੀ ਵੀ ਵਾਪਸ ਆਉਣ ਬਾਰੇ ਨਹੀਂ ਸੋਚਿਆ। ਆਉਣਾ ਵੀ ਹੁਣ ਕਿਹਦੇ ਕੋਲ? ਮਾਪੇ ਨਹੀਂ ਰਹੇ ਤੇ ਭਰਾਵਾਂ ਨਾਲ ਤੇ ਭਾਜੀਆਂ ਵਾਲੀਆਂ ਗੱਲਾਂ ਨੇ। ਪਿਆਰ ਵਾਲੀ ਕੋਈ ਗੱਲ ਨਹੀਂ, ਇਹ ਵੀ ਨਹੀਂ ਕਹਿ ਸਕਦਾ। ਪਰ ਇਹ ਗੱਲ ਪੱਕੀ ਹੈ ਕਿ ਮੈਂ ਹੁਣ ਇੱਥੇ ਹੀ ਜੀਆਂ ਮਰਾਂਗਾ। ਭੈਣ ਇੱਥੇ ਇੱਕ ਹੈ ਵੇ, ਉਹਦੇ ਨਾਲ ਕਦੀ ਕਦਾਈ ਗੱਲ ਹੋ ਜਾਂਦੀ ਏ। ਸਮਝ ਲਿਆ ਕਿ ਹੁਣ ਉਹੀ ਮੇਰੀ ਇੱਥੇ ਰਿਸ਼ਤੇਦਾਰ ਏ, ਪਰ ਉਹ ਵੀ ਤਾਂ ਔਖੇ ਵੇਲੇ ਵਿੱਚੋਂ ਲੰਘਦੀ ਪਈ ਏ। ਆਹੋ, ਤਲਾਕ ਹੋ ਗਿਆ ਤੇ ਉਹਦੀ ਕੋਈ ਮਦਦ ਕੀਤੀ ਏ ਇਸ ਵੇਲੇ? ਮੈਂ ਕਾਹਦੀ ਮਦਦ ਕਰਨੀ ਸੀ ਉਹਦੀ, ਇੰਨੀ ਦੂਰ ਸੀ ਮੇਰੇ ਕੋਲੋਂ। ਮੈਂ ਸੋਚਿਆ ਕਿ ਜੇ ਪੈਸੇ ਨਹੀਂ ਆੜੇ ਆਉਣਾ ਤਾਂ ਬੰਦਾ ਲੋੜ ਵੇਲੇ ਬੋੜੇ ਵੀ ਨਾ, ਤੇ ਫਿਰ ਕਾਹਦੀਆਂ ਰਿਸ਼ਤੇਦਾਰੀਆਂ ਤੇ ਕਾਹਦਾ ਪਿਆਰ। ਮੈਂ ਇੰਟਰਨੈਟ ਤੇ ਪੁੱਛਿਆ ਗੁੱਡੀ ਦਾ ਤਲਾਕ ਹੋਇਆ ਕਿਉਂ? ਭਲੀ ਪੁੱਛੀ ਆ। ਉਹਦਾ ਘਰ ਵਾਲਾ ਮਾਨਸਿਕ ਰੋਗੀ ਸੀ, ਛੋਟੇ ਘਰੋਂ ਸੀ, ਇਸ ਲਈ ਇੱਥੇ ਆ ਕੇ ਆਪਣੇ ਆਪ ਨੂੰ ਸਾਂਭ ਨਹੀਂ ਸਕਿਆ। ਡਾਕਟਰ ਏ, ਪੈਸਾ ਬਥੇਰਾ ਸੀ। ਮੇਮਾ ਤੇ ਤੁਹਾਨੂੰ ਪਤਾ ਹੀ ਹੈ, ਪੈਸੇ ਦੇ ਮਗਰ ਭਰਮ ਜਾਂਦੀਆਂ ਨੇ। ਬਗਾਨੀਆਂ ਖੁਰਲੀਆਂ 'ਚ ਮੂੰਹ ਮਾਰਨ ਲੱਗ ਪਿਆ। ਹਲਾ, ਮੈਂ ਤੇ ਸੁਣਿਆ ਸੀ ਉਹ ਗੁੱਡੀ ਦੀ ਬੜੀ ਇੱਜ਼ਤ ਕਰਦਾ। ਇੱਜ਼ਤ ਤੇ ਕਰਦਾ ਸੀ, ਪਰ ਉਹਦਾ ਸਹੁਰਾ ਕਬਾਬ 'ਚ ਹੱਡੀ ਸੀ। ਉਹ ਕਿਵੇਂ?
ਹਰ ਵੇਲੇ ਹਰ ਗੱਲ 'ਚ ਦਖਲ ਦਿੰਦਾ ਸੀ। ਪਰ ਉਹ ਤੇ ਇੱਥੇ ਵੀ ਇਹੋ ਜਿਹਾ ਹੀ ਸੀ। ਹੋਰ ਵੀ ਕਈ ਗੱਲਾਂ ਨੇ, ਫਿਰ ਕਦੀ ਕਰਾਂਗੇ। ਹੁਣ ਮੈਂ ਕਲੱਬ ਜਾਣਾ। ਛੜਿਆਂ ਦੇ। ਅੰਗ 26ਵਾਂ। ਮੇਰਾ ਸਾਲਾ ਬਿਮਾਰ ਪੈ ਗਿਆ, ਫੋਨ ਆਇਆ, ਮਿਲ ਜਾਓ। ਖੈਰ ਹੈ ਨਾ? ਹਾਂ ਹਾਂ ਖੈਰ ਹੀ ਏ। ਤੁਹਾਡੇ ਨਾਲ ਸਲਾਹ ਕਰਨੀ ਹੈ। ਕਾਹਦੇ ਬਾਰੇ? ਆਓਗੇ ਤੇ ਦੱਸਾਂਗਾ। ਮੈਂ ਸੋਚਿਆ ਕੋਈ ਡਾਢੀ ਲੋੜ ਵਾਲੀ ਗੱਲ ਹੋਣੀ ਹੈ, ਨਹੀਂ ਤੇ ਬੁਖਾਰ ਪਿੱਛੇ ਤੇ ਨਹੀਂ ਬੁਲਾਉਣ ਵਾਲਾ, ਨਾ ਹੀ ਮੈਂ ਜਾਣ ਵਾਲਾ। ਪਤਨੀ ਨੂੰ ਪੁੱਛਿਆ, ਚੱਲੇਂਗੀ? ਜਦੋਂ ਚੰਡੀਗੜ੍ਹ ਆਪਣੇ ਪਤਾ ਲੱਗਾ ਦੋਹਾਂ ਭਰਾਵਾਂ ਦਾ ਆਪੋ 'ਚ ਬੋਲ ਬੁਲਾਰਾ ਹੋਇਆ ਸੀ। ਕਿਸ ਗੱਲੋਂ? ਮੈਂ ਛੋਟੇ ਨੂੰ ਪੁੱਛਿਆ। ਪਹਿਲਾਂ ਉਹਦੇ ਘਰ ਹੀ ਵੜੇ ਸਾਂ। ਉਹੀ ਹੇਠਾਂ ਰਹਿੰਦਾ ਸੀ, ਵੱਡਾ ਤੇ ਉੱਪਰਲੀ ਮੰਜ਼ਿਲ ਤੇ ਸੀ। ਨਾਲੇ ਸੱਸ ਵੀ ਹੇਠਾਂ ਛੋਟੇ ਕੋਲ ਸੀ। ਬਿਮਾਰ ਸੀ ਕਈ ਚਿਰਾਂ ਤੋਂ, ਇਸ ਲਈ ਸੱਸ ਦੀ ਬਿਮਾਰੀ ਬਾਰੇ ਥੋੜਾ ਘਣਾ ਹੀ ਪੁੱਛੀਦਾ ਸੀ। ਕੁਛ ਨਹੀਂ ਕਹਿੰਦੇ। ਮੈਂ ਹੇਠਲਾ ਵਿਹੜਾ ਵੀ ਅੱਧਾ ਵੰਡ ਕੇ ਲੈਣਾ। ਫਿਰ ਕਿਵੇਂ ਗੱਲ ਮੁੱਕੀ? ਮੁੱਕੀ ਕਿੱਥੇ ਵੇ? ਰੋਜ਼ ਕੋਈ ਨਾ ਕੋਈ ਪੰਗਾ ਪਾ ਲੈਂਦਾ। ਉਹਨੂੰ ਕਹਿਣਾ ਸੀ ਥੱਲੇ ਆ ਜਾਏ। ਮੈਂ ਤੇ ਕਿਹਾ ਸੀ ਕਿ ਮਾਤਾ ਨੂੰ ਨਾਲ ਰੱਖ ਤੇ ਆ ਜਾ ਹੇਠਾਂ। ਮੰਨ ਗਿਆ? ਨਹੀਂ ਮੰਨਦਾ। ਜੇ ਮਾਂ ਦੀ ਸੇਵਾ ਕਰਨੀ ਹੁੰਦੀ ਤਾਂ ਪਹਿਲੇ ਦਿਨ ਹੀ ਮਾਪਿਆਂ ਕੋਲ ਰਹਿੰਦਾ। ਇਹਨੂੰ ਪਤਾ ਸੀ ਕਿ ਮਾਪਿਆਂ ਦੀ ਸੇਵਾ ਕਰਨੀ ਪੈਣੀ ਹੈ। ਇਸ ਗੱਲ ਦਾ ਤੇ ਸਾਨੂੰ ਪਤਾ ਹੈ। ਨਵੀਂ ਗੱਲ ਕੀ ਹੋਈ ਹੈ? ਕੁਛ ਨਹੀਂ ਕਹਿੰਦਾ, ਅੱਧਾ ਹਿੱਸਾ ਹੇਠਲੇ ਵਿਹੜੇ ਦਾ ਲੈਣਾ ਵੀ ਇਹ ਫੈਸਲਾ ਨਹੀਂ ਹੋਣਾ, ਵੇਚ ਵੱਟ ਕੇ ਲਾਂਭੇ ਹੋ। ਮੈਂ ਤੇ ਇਹੋ ਕਿਹਾ, ਪਰ ਮੰਨਦਾ ਹੀ ਨਹੀਂ। ਕੀ ਕਹਿੰਦਾ? ਕਹਿਣ ਕੀ ਸੂ, ਮੇਰਾ ਹਿੱਸਾ। ਤੇ ਜਦੋਂ ਉੱਪਰ ਗਏ ਤਾਂ ਅਸਾਂ ਕੋਈ ਗੱਲ ਨਹੀਂ ਕੀਤੀ, ਆਪੇ ਕਰੇਗਾ। ਆਹਾ, ਅੱਜ ਤੇ ਬੜਾ ਭਾਗਾਂ ਵਾਲਾ ਦਿਨ ਹੈ, ਸਾਲੇਹਾਰ ਨੇ ਕਿਹਾ। ਹੁਣੇ ਮੱਥਾ ਬੰਨ ਕੇ ਪੈ ਜਾਏਗੀ। ਮੈਂ ਆਪਣੇ ਦਿਲ 'ਚ ਸੋਚਿਆ। ਉੱਪਰ ਆਉਂਦਿਆਂ ਦੁਪਹਿਰ ਹੋ ਗਈ ਸੀ। ਰੋਟੀ ਦਾ ਵੇਲਾ ਹੋ ਜਾਣਾ ਸੀ। ਚਾਹ ਅਸੀਂ ਹੇਠੋਂ ਪੀ ਆਏ ਸੀ। ਸੱਸੂ ਮਾਂ ਨੂੰ ਮਿਲ ਲਿਆ ਸੀ। ਹਾਲਤ ਉਹਦੀ ਮਾੜੀ ਸੀ। ਨਾ ਉੱਠਿਆ ਜਾਂਦਾ ਸੀ, ਨਾ ਆਪਣੀ ਕਿਰਿਆ ਸਾਧੀ ਜਾਂਦੀ ਸੀ। ਨੂੰ ਉਹ ਵੀ ਨੇੜੇ ਨਹੀਂ ਸੀ ਲੱਗਦੀ। ਜੇਕਰ ਮਕਾਨ ਸੱਸ ਦੇ ਨਾਂ ਨਾ ਹੁੰਦਾ ਤਾਂ ਹੁਣ ਤੱਕ ਪਤਾ ਨਹੀਂ ਉਹਦੇ ਨਾਲ ਕੀ ਕੀਤੀ ਹੁੰਦੀ। ਇੱਥੇ ਵੀ ਅਮਰੀਕਾ ਬਣ ਜਾਣਾ ਸੀ। ਪਰ ਮੇਰੀ ਸੋਚ ਗਲਤ ਵੀ ਹੋ ਸਕਦੀ ਹੈ। ਛੋਟਾ ਸਾਲਾ 4 ਸਾਲਾਂ ਤੋਂ ਸੇਵਾ ਪਿਆ ਕਰਦਾ ਸੀ। ਭਾਵੇਂ ਮਾਰਿਆ ਕੁੱਟਿਆ ਹੀ ਸਹੀ। ਵੱਡਾ ਤੇ ਸਿਰਫ 15-20 ਮਿੰਟ ਥੱਲੇ ਆਉਂਦਾ ਹੈ। ਫਰੂਟ ਕੱਟ ਕੇ ਖਵਾ ਦਿੰਦਾ ਹੈ। ਦਵਾਈ ਵਗੈਰਾ ਬਾਰੇ ਪੁੱਛ ਛੱਡਦਾ ਹੈ। ਚੰਗਾ ਬਣ ਜਾਂਦਾ ਹੈ। ਉਂਝ ਵੀ ਚੌਂਕੇ ਵਾਲੀ ਨੂੰਹ ਨੇ ਤੇ ਮਾੜਾ ਬਣਨਾ ਹੀ ਹੁੰਦਾ ਹੈ। ਉਹਦੇ ਕੀਤੇ ਕੰਮ ਵਿੱਚ ਸੱਸਾਂ ਨੇ ਕੋਈ ਨਾ ਕੋਈ ਨੁਕਸ ਤੇ ਕੱਢ ਹੀ ਲੈਣਾ। ਛੋਟੇ ਦਾ ਫੋਨ ਆਇਆ ਸੀ। ਮਾਤਾ ਜੀ ਦੀ ਤਬੀਅਤ ਠੀਕ ਨਹੀਂ। ਤੁਹਾਡੀ ਭੈਣ ਕਹਿਣ ਲੱਗੀ ਵੇਖ ਖਾਣੇ ਆ। ਅਸਲ ਗੱਲ ਮੈਂ ਨਹੀਂ ਦੱਸੀ ਜਿਹੜੀ ਅਸੀਂ ਥੱਲਿਓਂ ਸੁਣ ਆਏ ਸੀ। ਗੱਲਾਂ ਇੱਧਰ ਉੱਧਰ ਦੀਆਂ ਹੁੰਦੀਆਂ ਰਹੀਆਂ। ਬਾਲਾਂ ਬੱਚਿਆਂ ਦੀਆਂ, ਦੋਹਾਂ ਘਰਾਂ ਦੇ ਬੱਚੇ ਵਿਆਹੇ ਗਏ ਸਨ। ਪੋਤਰਿਆਂ ਦੋਤਰਿਆਂ ਦੀਆਂ ਗੱਲਾਂ। ਪਤਨੀ ਨੇ ਸਹਿਵਣ ਹੀ ਪੁੱਛ ਲਿਆ, ਅੱਜ ਕੱਲ ਕੀ ਕਰਦੇ ਹੋ? ਕੁਛ ਨਹੀਂ, ਬੋਲ ਚਾਲ ਹੀ ਕੋਈ ਨਹੀਂ, ਚੁੱਪ ਬੈਠੇ ਆ। ਤੇ ਨੇੜੇ ਵਸਦੇ ਆ, ਦੂਰ ਰਹਿਣ ਨਾਲੋਂ ਚੰਗਾ ਨਹੀਂ ਕਿ ਦੂਰ ਰਹੋ। ਕਿਵੇਂ? ਵੇਚ ਵੱਟ ਕੇ ਲਾਂਭੇ ਹੋ ਨਹੀਂ ਸਕਦਾ। ਕਿਉਂ? ਮੈਂ ਤੇ ਆਪ ਕਹਿੰਨੀ ਆ ਵੇਚੋ ਪਰਾਂ। ਐਵੇਂ ਹਰ ਵੇਲੇ ਦੀ ਟੈਨਸ਼ਨ ਬਣਾਈ ਹੋਈ ਏ। ਸਿਰ ਬੰਨਣ ਵਾਲੀ ਸਾਲੇਹਾਰ ਨੇ ਵਿੱਚੋਂ ਟੋਕ ਕੇ ਕਿਹਾ, ਤੂੰ ਨਹੀਂ ਸਮਝਦੀ, ਜਿੰਨਾ ਚਿਰ ਮਾਤਾ ਜਿਉਂਦੀ ਅਸੀਂ ਵੇਚ ਨਹੀਂ ਸਕਦੇ। ਤਾਂ ਫਿਰ ਆਪਣੇ ਦਿਲ 'ਚ ਹੀ ਮੈਂ ਆਪਣੀ ਗੱਲ ਪੂਰੀ ਕੀਤੀ। ਤਾਂ ਫਿਰ ਮਾਤਾ ਦੇ ਮਰਨ ਦੀ ਉਡੀਕ ਕਰੋ। ਪਰ ਕਿਹਾ ਇਹੋ ਕਿ ਫਿਰ ਕਾਹਦੇ ਲਈ ਹੁਣੇ ਵੰਡ ਵਡਾਈ ਦੀਆਂ ਗੱਲਾਂ ਕਰਦੇ ਹੋ? ਬੈਠੇ ਰਹੋ ਆਰਾਮ ਨਾਲ। ਸਾਲੇਹਾਰ ਉੱਠ ਕੇ ਰਸੋਈ 'ਚ ਚਲੀ ਗਈ ਰੋਟੀ ਦਾ ਆਰ ਪਾਰ ਕਰਨ ਲਈ। ਪਤਨੀ ਕਹਿਣ ਲੱਗੀ, ਪਿਓ ਸਾਡੇ ਦੀ ਇੰਨੀ ਇੱਜ਼ਤ ਬਣੀ ਹੋਈ ਸੀ, ਤੁਹਾਡੇ ਝਗੜੇ ਨਾਲ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤੇ ਨਹੀਂ। ਸਾਲਾ ਚੁੱਪ ਰਿਹਾ। ਅਸਲ 'ਚ ਉਹਦੇ ਮਨ ਦੀ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗ ਸਕਦਾ। ਮਿੱਠ ਬੋਲੜਾ, ਅਗਲੇ ਦੀ ਲੋੜ ਨੂੰ ਸਮਝ ਕੇ ਭਰਮਾਉਣ ਵਾਲਾ। ਇੱਥੇ ਛੋਟੇ ਭਰਾ ਨੂੰ ਪਤਾ ਨਹੀਂ ਕਿਉਂ ਨਹੀਂ ਭਰਮਾ ਸਕਿਆ। ਪਤਾ ਨਹੀਂ ਹੋਰਨਾਂ ਕੁੜੀਆਂ ਨੂੰ ਤੇ ਭਰਮਾ ਲੈਂਦਾ ਸੀ, ਨਾ ਵਹੁਟੀ ਨੂੰ ਵਸ 'ਚ ਰੱਖ ਸਕਿਆ ਤੇ ਨਾ ਛੋਟੇ ਭਰਾ ਭਰਜਾਈ ਨੂੰ ਭਰਮਾ ਸਕਿਆ। ਉਹਦੀਆਂ ਗੱਲਾਂ ਨੂੰ ਕਈ ਵਾਰੀ ਮੈਂ ਹਰਿੰਦਰ ਨਾਲ ਮੇਲ ਕੇ ਸੋਚਦਾ ਸਾਂ ਕਿ ਵੀਰ ਜੀ ਤੇ ਹਰਿੰਦਰ 'ਚ ਇੱਕ ਗੁੱਝਾ ਜਿਹਾ ਵਿਰੋਧ ਚੱਲਦਾ ਹੈ। ਰੋਟੀ ਖਾ ਕੇ ਅਸੀਂ ਵਾਪਸੀ ਦਾ ਐਲਾਨ ਕਰ ਦਿੱਤਾ। ਠਹਿਰੋ, ਮੈਂ ਕਾਰ ਤੇ ਅੱਡੇ ਤਾਈਂ ਛੱਡ ਆਉਣਾ। ਅੰਗ 27ਵਾਂ। ਹਰ ਜੋੜੀ ਦੇ ਪਹਿਲੇ ਕੁਝ ਸਾਲ ਚੁੰਝਾਂ ਨੁੱਕਰਾਂ ਪੱਧਰੀਆਂ ਹੋਣ ਤੇ ਲੱਗ ਜਾਂਦੇ ਨੇ, ਜਾਂ ਫਿਰ ਜਵਾਨੀ ਦੀ ਖੇਡ ਵਿੱਚ। 10 ਕੁ ਸਾਲਾਂ ਪਿੱਛੋਂ ਜਦੋਂ ਇੱਕ ਦੂਜੇ ਕੋਲੋਂ ਰੱਜ ਹੋ ਜਾਂਦਾ ਤਾਂ ਵਿਆਹ ਦੀ ਚੜ੍ਹਤ ਦਾ ਉਤਾਰ ਸ਼ੁਰੂ ਹੋ ਜਾਂਦਾ ਹੈ। ਪਤਨੀਆਂ ਵੀ 2-3 ਬਾਲ ਜੰਮ ਕੇ ਵਿਹਲੀਆਂ ਹੋ ਜਾਂਦੀਆਂ ਨੇ ਤੇ ਜ਼ਿੰਦਗੀ ਦੀ ਅਸਲੀਅਤ ਉਸ ਵੇਲੇ ਸਮਝ ਆਉਣ ਲੱਗਦੀ ਹੈ। ਇੱਕ ਦੂਜੇ ਤਾਈਂ ਨੇੜਤਾ ਜਾਂ ਦੂਰੀ ਇਹਨਾਂ ਵੇਲਿਆਂ ਤੇ ਵਧਣੀ ਸ਼ੁਰੂ ਹੁੰਦੀ ਹੈ। ਬਾਹਲੀ ਵਾਰੀ ਤੇ ਦੂਰੀ ਵੱਧਦੀ ਹੈ। ਪਤੀ ਇੱਧਰ ਉੱਧਰ ਝਾਕਣ ਲੱਗਦੇ ਨੇ ਤੇ ਪਤਨੀਆਂ ਵੀ
ਘਰ ਆਉਂਦੇ ਮਰਦਾਂ ਵੱਲ ਗੁਆਂਢ ਵੱਲ ਝਾਕਣ ਲੱਗਦੀਆਂ ਨੇ ਤੇ ਕਈ ਤੇ ਆਪਣੇ ਪੁੱਤਰਾਂ ਦੇ ਯਾਰਾਂ ਨੂੰ ਹੀ ਭਰਮਾ ਲੈਂਦੀਆਂ ਨੇ। ਹਰਿੰਦਰ ਦੀ ਗੱਲ ਹੋਰ ਏ ਤੇ ਮੇਰੇ ਸਾਲੇ ਦੀ ਗੱਲ ਹੋਰ ਏ। ਉਂਝ ਜੇ ਦੋਵਾਂ ਦੀਆਂ ਗੱਲਾਂ ਦਾ ਮੁਕਾਬਲਾ ਕਰਾਂ ਤਾਂ ਕਰ ਨਹੀਂ ਸਕਦਾ, ਕਿਉਂਕਿ ਨਾ ਏਡੀ ਦੂਰ ਬੈਠੇ ਹਰਿੰਦਰ ਦੇ ਦਿਲ ਦੀਆਂ ਸਾਰੀਆਂ ਗੱਲਾਂ ਦਾ ਪਤਾ ਲੱਗ ਸਕਦਾ ਹੈ ਤੇ ਨਾ ਹੀ ਆਪਣੇ ਸਾਲੇ ਦੀਆਂ। ਭਾਵੇਂ ਸਾਲੇ ਨਾਲ ਮੇਰੀਆਂ ਮੁਲਾਕਾਤਾਂ ਵਧੇਰੇ ਤੇ ਨਿਕਟ ਵਰਤੀਆਂ ਹੁੰਦੀਆਂ ਨੇ। ਹਰਿੰਦਰ ਜੇ ਕਿਸੇ ਹੋਰ ਜਨਾਨੀ ਨਾਲ ਟਾਂਕਾ ਜੋੜਦਾ ਹੈ ਤਾਂ ਦਰਗੁਜ਼ਰ ਹੋ ਸਕਦਾ ਹੈ। ਅੱਜ ਕੱਲ ਵੀ ਤੇ ਉਹਨੇ ਡੇਟਿੰਗ ਸ਼ੁਰੂ ਕਰ ਦਿੱਤੀ ਹੈ। ਛੜਿਆਂ ਛੜੀਆਂ ਦੇ ਕਲੱਬ ਜਾਂਦਾ ਹੈ, ਪਰ ਦੂਜੇ ਪਾਸੇ ਇੰਟਰਨੈਟ ਤੇ ਆਪਣੇ ਲਈ ਬੀਵੀ ਦੀ ਤਲਾਸ਼ ਵੀ ਜਾਰੀ ਰੱਖਦਾ ਹੈ। ਮੈਨੂੰ ਸਮਝ ਨਹੀਂ ਆਈ ਕਿ ਕਿਹੋ ਜਿਹੀ ਜ਼ਿੰਦਗੀ ਹੈ, ਬੰਦਾ ਤਲਾਕ ਦਾ ਝੋਰਾ ਵੀ ਦਿਲ ਨੂੰ ਲਾਵੇ ਤੇ ਨਵੀਂ ਬੀਵੀ ਦੀ ਤਲਾਸ਼ ਵੀ ਸ਼ੁਰੂ ਕਰ ਦੇ। ਸ਼ਾਇਦ ਉੱਥੋਂ ਦੀ ਜ਼ਿੰਦਗੀ ਇਹੋ ਜਿਹੀ ਹੈ। ਅੱਜ ਤੋਂ 8 ਸਾਲ ਪਹਿਲਾਂ ਜਦੋਂ ਗੁੱਡੀ ਦਾ ਤਲਾਕ ਹੋਇਆ ਸੀ ਤਾਂ ਮੈਨੂੰ ਵੀਰ ਜੀ ਕੋਲੋਂ ਪਤਾ ਲੱਗਣ ਤੇ ਬੜੀ ਹੈਰਾਨੀ ਹੋਈ ਸੀ। ਤੇ ਫਿਰ ਜਦੋਂ ਹਰਿੰਦਰ ਨੇ ਦੱਸਿਆ ਕਿ ਗੁੱਡੀ ਦਾ ਸਹੁਰਾ ਕਬਾਬ 'ਚ ਹੱਡੀ ਸੀ ਤਾਂ ਇੱਕ ਵਾਰੀ ਹੋਰ ਹੈਰਾਨੀ ਹੋਈ ਸੀ। ਸੋਚਿਆ, ਪਿਓ ਕਿਵੇਂ ਆਪਣੇ ਪੁੱਤਰ ਦਾ ਘਰ ਉਜਾੜਨ ਦਾ ਸਬੱਬ ਬਣ ਸਕਦਾ ਹੈ। ਹਰਿੰਦਰ ਨੇ ਦੱਸਿਆ ਕਿ ਜਿਹੜੀ ਗੱਲ ਗੁੱਡੀ ਨੇ ਉਹਨੂੰ ਦੱਸੀ ਸੀ, ਸੁਣ ਕੇ ਸ਼ਰਮ ਆਈ ਸੀ। ਭਲਾ ਉਹ ਕਿਹੜੀ ਗੱਲ ਹੋ ਸਕਦੀ ਹੈ ਜਿਹਦੀ ਅਮਰੀਕਨ ਦੇਸੀ ਨੂੰ ਸ਼ਰਮ ਆਈ ਹੋਵੇ? ਅਸਲ ਗੱਲ ਦੱਸ। ਗੱਲ ਅਸਲ 'ਚ ਇਹ ਵੇ ਕਿ ਗੁੱਡੀ ਦਾ ਸਹੁਰਾ ਵੱਡੀ ਨੂੰਹ ਨਾਲ ਰਲਿਆ ਹੋਇਆ ਸੀ। ਤੈਨੂੰ ਕਿਵੇਂ ਪਤਾ? ਗੁੱਡੀ ਨੇ ਆਪ ਦੱਸਿਆ। ਹਲਾ, ਕਦੋਂ ਦੀ ਗੱਲ ਹੈ? ਅੱਗੇ ਤੇ ਤੂੰ ਕਦੀ ਗੱਲ ਨਹੀਂ ਕੀਤੀ। ਉਹਨੇ ਵੀ ਐਤਕੀ ਦੱਸੀ ਏ ਜਦੋਂ ਮੈਂ ਗੁੱਡੀ ਦੀ ਮਤਰੇਈ ਕੁੜੀ ਦੀ ਸ਼ਾਦੀ ਤੇ ਗਿਆ ਸੀ। ਲੱਗਦਾ ਹੈ ਤੇ ਉਹ ਗੁਰਮੁਖ ਪਿਆਰਾ। ਉਹ ਤੈਨੂੰ ਪਤਾ ਹੀ ਹੈ ਗੁਰਮੁਖ ਪਿਆਰੇ ਕਿਹੋ ਜਿਹੇ ਹੁੰਦੇ ਨੇ। ਪਰ ਗੱਲ ਕੀ ਹੋਈ, ਜ਼ਰਾ ਖੋਲ ਕੇ ਦੱਸ। ਕੁਛ ਨਹੀਂ, ਗੁੱਡੀ ਦੀ ਜਠਾਣੀ ਨੇ ਨਾ ਨੁੱਕਰ ਨਹੀਂ ਕੀਤੀ। ਉਹ ਚੰਗੀ ਬਣ ਗਈ, ਨਜ਼ਰਾਂ 'ਚ ਚੜ ਗਈ ਤੇ ਜੇਠ ਨੂੰ ਨਹੀਂ ਸੀ ਪਤਾ। ਹੋਏਗਾ ਹੀ, ਬਾਹਲੀ ਦੇਰ ਗੱਲ ਲੁਕੀ ਨਹੀਂ ਰਹਿ ਸਕਦੀ। ਉਹਨੇ ਕੁਛ ਨਹੀਂ ਕਿਹਾ, ਮੈਂ ਕੀ ਕਹਿ ਸਕਦਾ। ਉਂਝ ਇਹੋ ਜਿਹੇ ਪੁੱਤਰ ਵੀ ਹੁੰਦੇ ਨੇ, ਪਤਾ ਨਹੀਂ ਪਿਓ ਦੀ ਨਜ਼ਰ 'ਚ ਚੰਗਾ ਬਣਨ ਲਈ ਦਰਗੁਜ਼ਰ ਕਰਦੇ ਨੇ ਜਾਂ ਕਿਸੇ ਲਾਲਚ ਪਿੱਛੇ। ਕਾਹਦਾ ਲਾਲਚ ਹੋ ਸਕਦਾ ਹੈ? ਪਤਾ ਨਹੀਂ, ਜਾਇਦਾਦ ਦਾ ਵੀ ਹੋ ਸਕਦਾ ਹੈ ਜਾਂ ਚੰਗਾ ਬਣ ਕੇ ਨਜ਼ਰਾਂ 'ਚ ਚੜਨ ਦਾ ਵੀ। ਮੇਰੀ ਸਮਝ ਤੋਂ ਬਾਹਰ ਨੇ ਇਹ ਗੱਲਾਂ। ਹਿੰਦੁਸਤਾਨ 'ਚ ਰਹਿ ਕੇ ਇਹਨਾਂ ਗੱਲਾਂ ਦੀ ਸਮਝ ਆ ਜਾਣੀ ਚਾਹੀਦੀ ਹੈ। ਸਗੋਂ ਇੱਥੇ ਇਹੋ ਜਿਹੀ ਗੱਲ ਦਾ ਮੌਕਾ ਘੱਟ ਬਣਦਾ ਹੈ। ਇੱਥੋਂ ਦੀ ਦੁਨੀਆ ਹੀ ਵੱਖਰੀ ਹੈ। ਕੰਪਿਊਟਰ ਬੰਦ ਕਰਕੇ ਅੱਖਾਂ ਮੀਟ ਕੇ ਚਿਤਵਨ ਦੀ ਕੋਸ਼ਿਸ਼ ਕਰਦਾ। ਗੁੱਡੀ ਦਾ ਸਹੁਰਾ ਘਰ, 2-3 ਕਮਰੇ, ਰਸੋਈ, ਸਟੋਰ, ਵਿਹੜਾ ਤੇ ਗੁਸਲਖਾਨਾ। ਜਠਾਣੀ ਸਟੋਰ 'ਚ ਜਾਏ ਕੋਈ ਚੀਜ਼ ਲੱਭਣ, ਸਹੁਰਾ ਮਗਰੇ ਜਾਏ। ਲਿਆ ਪੁੱਤਰ, ਮੈਂ ਲੱਭਦਿਆਂ, ਤੇਰੇ ਕੋਲੋਂ ਭਾਰਾ ਟਰੰਕ ਚੁੱਕਿਆ ਨਹੀਂ ਜਾਣਾ। ਪੁੱਤਰ ਦੇ ਪਿੱਛੋਂ ਦੀ ਬਾਂਹ ਬੁਲਾ ਕੇ ਟਰੰਕ ਚੁੱਕਣਾ ਤੇ ਇੱਕੋ ਗੁਸਲਖਾਨਾ। ਸੱਸ ਸਕੂਲੇ ਪੜ੍ਹਾਉਣ ਗਈ, ਪੁੱਤਰ ਆਪਣੀ ਨੌਕਰੀ ਤੇ, ਘਰੇ ਸਿਰਫ ਸਹੁਰਾ ਤੇ ਨੂੰਹ ਮਤਲਬ ਜਠਾਣੀ। ਨਹਾਉਣ ਜਾਂਦੀ ਏ, ਸਹੁਰਾ ਪੋਲੇ ਪੈਰੀਂ ਜਾ ਕੇ ਗਲੀ ਵੱਲ ਦੇ ਬੂਹੇ ਦੀ ਕੁੰਡੀ ਅੜਾਉਂਦਾ ਹੈ। ਵਾਪਸ ਆ ਕੇ ਗੁਸਲਖਾਨੇ ਦਾ ਬੂਹਾ ਟੋਂਦਾ ਹੈ, ਅੰਦਰੋਂ ਬੰਦ। ਵਿਹੜੇ ਦਾ ਇੱਕ ਚੱਕਰ ਲਾਉਂਦਾ ਹੈ। ਪਿੰਡੇ ਵਿੱਚੋਂ ਲੰਘਦੀਆਂ ਤਰੰਗਾਂ ਗੁਸਲਖਾਨੇ ਨੂੰ ਠੋਕਰਨਾ। ਕੌਣ? ਮੈਂ ਆ ਪੁੱਤਰ। ਕੀ ਗੱਲ? ਪਾਣੀ ਲੈਣਾ ਹੈ? ਬੂਹਾ ਥੋੜਾ ਜਿਹਾ ਖੁੱਲਦਾ ਹੈ। ਲਿਆਓ ਗਲਾਸ। ਸਹੁਰਾ ਹੱਥ ਫੜਦਾ ਹੈ, ਪਲੋਸਦਾ ਤੇ ਹੌਲੀ ਹੌਲੀ ਬੂਹਾ ਝਪੱਟ ਖੋਲ ਦਿੰਦਾ ਹੈ। ਸ਼ਾਇਦ ਇਹ ਅਟਕਲਾਂ ਮੇਰੇ ਮਨ ਦੀਆਂ ਮਲੀਨ ਘੁਣਤਰਾਂ ਨੇ। ਗੁੱਡੀ ਦਾ ਵਿਆਹ ਹੋਇਆ ਉਦੋਂ ਹਰਿੰਦਰ ਅਮਰੀਕਾ 'ਚ ਹੀ ਸੀ, ਨਹੀਂ ਆ ਸਕਿਆ। ਨਾਲੇ ਉਹਨਾਂ ਦਿਨਾਂ 'ਚ ਹੀ ਉਹਦੇ ਘਰ ਬੇਬੀ ਨੇ ਜਨਮ ਲਿਆ ਸੀ, ਜਾਂ ਸ਼ਾਇਦ ਹਾਲੀ ਹੋਣੀ ਸੀ। ਉਂਝ ਵੀ ਉਹਨੂੰ ਇਸ ਗੱਲ ਦਾ ਚੇਤਾ ਹੀ ਨਹੀਂ ਆਇਆ ਹੋਣਾ ਕਿ ਇਹਨਾਂ ਵੇਲਿਆਂ ਤੇ ਭਰਾਵਾਂ ਨਾਲ ਘਰ ਦੀ ਸ਼ੋਭਾ ਵੱਧਦੀ ਏ। ਪਰ ਇਹ ਵੀ ਹੋ ਸਕਦਾ ਹੈ ਉਹਦੀ ਕੋਈ ਮਜਬੂਰੀ ਹੋਵੇ, ਅਮਰੀਕਨਾਂ ਦੀਆਂ ਅਮਰੀਕਨਾਂ ਹੀ ਜਾਣਨ। ਵੀਰ ਜੀ ਕਹਿੰਦੇ ਸਾਡੇ ਘਰਾਂ 'ਚ ਗੁੱਡੀ ਦਾ ਵਿਆਹ ਹੀ ਸਭ ਤੋਂ ਵੱਧ ਭੱਜ ਨੱਸ ਵਾਲਾ ਸੀ। ਉਹ ਕਿਉਂ? ਭਾਜੜੀ ਪਈ ਰਹੀ ਹਰ ਵੇਲੇ। ਕਦੀ ਮੰਗਣੀ ਕਰਨ ਗਿਆਂ ਦੇ ਸਵਾਗਤ ਦੀ ਗੱਲ, ਕਦੀ ਸ਼ਗਨ ਲੈਣ ਆਇਆਂ ਦੀ ਖਾਤਰ ਦੀਆਂ ਘੁਣਤਰਾਂ, ਕਦੀ ਗੁੱਡੀ ਦੇ ਸਹੁਰੇ ਦੀਆਂ ਦਾਜ ਬਾਰੇ ਸੁਣੌਤਾਂ। ਚਲੋ ਹੁਣ ਨਿਬੜ ਗਿਆ ਕੰਮ। ਸੁਖੀ ਸਾਂਦੀ ਆਪਣੇ ਘਰ ਗਈ ਏ ਤੇ ਹੁਣ ਹਰਿੰਦਰ ਪਿਆ ਦੱਸਦਾ ਕਿ ਗੁੱਡੀ ਦਾ ਸਹੁਰਾ ਵੱਡੀ ਨੂੰਹ ਨਾਲ ਰਲਿਆ ਹੋਇਆ। ਅੰਗ 28ਵਾਂ। ਹਰਿੰਦਰ ਤੇ ਗੁੱਡੀ ਕਦੀ ਕਦਾਈ ਅਮਰੀਕਾ ਤੋਂ ਲੁਧਿਆਣੇ ਆਉਂਦੇ ਰਹਿੰਦੇ। ਹਰਿੰਦਰ ਦਾ ਤੇ ਮੈਨੂੰ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਆਇਆ ਹੋਇਆ ਹੈ। ਮੁਲਾਕਾਤ ਵੀ ਜ਼ਰੂਰੀ ਏ, ਗੱਲਾਂ ਵੀ ਬੜੀਆਂ ਹੁੰਦੀਆਂ ਨੇ। ਐਤਕੀ ਜਦੋਂ ਆਏਗਾ ਤੇ ਪੁੱਛਾਂਗਾ, ਤੈਨੂੰ ਮੁਸ਼ਕਲਾਂ 'ਚ ਫਸੀਆਂ ਕੁੜੀਆਂ ਹੀ ਕਿਉਂ ਚੰਗੀਆਂ ਲੱਗਦੀਆਂ ਨੇ? ਮੈਨੂੰ ਪਤਾ ਉਹਨੂੰ ਮੇਰੀ ਇਸ ਅਚਨਚੇਤੀ ਪੁੱਛ ਦਾ ਕੋਈ ਜਵਾਬ ਨਹੀਂ ਆਉਣਾ। ਕੁਝ ਪਲ ਸੋਚੇਗਾ, ਫਿਰ ਕਹੇਗਾ ਪੱਕਾ ਦੇ ਕੁਝ ਨਹੀਂ ਕਹਿ ਸਕਦਾ, ਪਰ ਪਹਿਲੀ ਪਤਨੀ ਸ਼ੀਲਾ ਨਾਲ ਰਹਿ ਕੇ ਮੈਨੂੰ ਉਲਾਰ ਬਿਰਤੀ ਵਾਲੀਆਂ ਕੁੜੀਆਂ ਵੱਲ ਖਿੱਚ ਜਿਹੀ ਮਹਿਸੂਸ ਹੁੰਦੀ ਸੀ। ਉਹ ਕਿਉਂ ਭਲਾ?
ਪਤਾ ਨਹੀਂ ਉਹਨਾਂ ਨਾਲ ਰਹਿਣ ਦੀ ਗੇਜ ਜੀ ਪੈ ਗਈ ਜੀ। ਉਹਨਾਂ ਕਰਕੇ ਪੈਦਾ ਹੋਈ ਟੈਨਸ਼ਨ ਤੋਂ ਬਿਨਾਂ ਇੰਜ ਲੱਗਦਾ ਜਿਕਨ ਕੋਈ ਕਮੀ ਹੋਵੇ। ਮੈਂ ਹੈਰਾਨ ਹੋਵਾਂਗਾ ਇਹ ਸੋਚ ਕੇ ਕਿਹੋ ਜਿਹਾ ਬੰਦਾ ਹੈ। ਲੋਕ ਟੈਨਸ਼ਨ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦੇ ਨੇ ਤੇ ਟੈਨਸ਼ਨ ਨੂੰ ਸਹੇੜ ਕੇ ਚੈਨ ਪਾਉਂਦਾ ਹੈ। ਇਹੋ ਜਿਹੇ ਬੰਦੇ ਦੀ ਮਨੋਬਿਰਤੀ ਨੂੰ ਸਮਝਣਾ ਔਖਾ ਹੈ। ਸ਼ਾਇਦ ਦੂਜੇ ਬੰਦੇ ਦੇ ਮਨ ਨੂੰ ਵੀ ਸਮਝਣਾ ਔਖਾ ਹੈ। ਸਮਝਣਾ ਤੇ ਆਪਦੇ ਮਨ ਨੂੰ ਵੀ ਔਖਾ ਹੈ, ਦੂਜੇ ਨੂੰ ਤੇ ਮੈਂ ਪੁੱਛਾਂਗਾ, ਤੂੰ ਕਦੀ ਸੋਚਿਆ ਕਿ ਤੇਰੀ ਇਹੋ ਜਿਹੀ ਬਿਰਤੀ ਕਿਉਂ ਬਣੀ ਹੈ? ਹਾਂ, ਕਈ ਵਾਰੀ ਸੋਚਿਆ ਹੈ। ਕਈ ਵਾਰੀ ਇਹ ਤੋਂ ਖਹਿੜਾ ਛੁਡਾਉਣ ਬਾਰੇ ਵੀ ਸੋਚਿਆ, ਪਰ ਜਦੋਂ ਘਰ 'ਚ ਸੁੱਖ ਸਾਂਦ ਹੋਵੇ ਤਾਂ ਮੈਨੂੰ ਬੇਚੈਨੀ ਹੋਣ ਲੱਗ ਪੈਂਦੀ ਹੈ। ਜੇ ਸ਼ੀਲਾ ਤਕਰਾਰ ਕਰੇ, ਬੇਬੀ ਨੂੰ ਝਿੜਕੇ ਜਾਂ ਪਲੇਟਾਂ ਗਲਾਸਾਂ ਭੰਨੇ ਤਾਂ ਲੱਗਦਾ ਹੈ ਕਿ ਹੁਣ ਸਭ ਕੁਝ ਨਾਰਮਲ ਹੈ। ਨਹੀਂ ਤੇ ਮੈਂ ਆਪਣੇ ਮਨ 'ਚ ਅਮਰੀਕਾ 'ਚ ਆਪਣੇ ਫਲੈਟ ਜਾਂ ਦੁਕਾਨ 'ਚ ਬੈਠੇ ਹਰਿੰਦਰ ਤੇ ਸ਼ੀਲਾ ਨੂੰ ਟੀਵੀ ਵੇਖਦੇ ਚਿਤਵਦਾ। ਹਾਲੀ ਕਲਰ ਟੀਵੀ ਆਇਆ ਨਹੀਂ ਸੀ ਤੇ ਜਿਹੜਾ ਕਾਲਾ ਚਿੱਟਾ ਆਇਆ ਵੀ ਸੀ ਉਹਦੇ ਤੇ ਕਈ ਕਿਸਮ ਦੇ ਪ੍ਰੋਗਰਾਮ ਆਉਂਦੇ ਸਨ। ਪ੍ਰੋਗਰਾਮਾਂ ਨੂੰ ਵੇਖਣ ਤੇ ਤਕਰਾਰ ਹੁੰਦੀ। ਸ਼ੀਲਾ ਉੱਠ ਕੇ ਇੱਕ ਚੈਨਲ ਲਾਉਂਦੀ, ਹਰਿੰਦਰ ਉੱਠ ਕੇ ਦੂਜਾ। ਆਪਣੀ ਪਸੰਦ ਦਾ ਚੈਨਲ ਲਾ ਲੈਂਦਾ ਤੇ 2 ਟੀਵੀ ਲੈਣ ਲਈ ਹਰਿੰਦਰ ਨਹੀਂ ਮੰਨਿਆ ਹੋਣਾ। ਇੰਜ ਤੇ ਅਸੀਂ ਇੱਕ ਦੂਜੇ ਕੋਲ ਬਹਿਣੋਂ ਵੀ ਜਾਵਾਂਗੇ। ਇਹ ਤੇ ਹੈ, ਸ਼ੀਲਾ ਨਾਲ ਗੱਲਾਂ ਕਰਦਿਆਂ ਇਹ ਗੱਲ ਦੋਹਾਂ ਨੂੰ ਜੱਚ ਜਾਂਦੀ ਹੈ। ਪਰ ਸ਼ੀਲਾ ਸੋਚਦੀ ਹੈ, ਮੈਂ ਤੇ ਆਪਣੀ ਪਸੰਦ ਦਾ ਚੈਨਲ ਤੇ ਨਾ ਵੇਖ ਸਕੀ। ਇਹਦੀ ਮਰਜ਼ੀ ਹਰ ਵੇਲੇ ਨਹੀਂ ਚੱਲ ਸਕਦੀ। ਉੱਠ ਕੇ ਚੈਨਲ ਬਦਲ ਦਿੰਦੀ ਏ। ਹਰਿੰਦਰ ਉਹਦੇ ਵੱਲ ਨੀਝ ਲਾ ਕੇ ਤੱਕਦਾ ਹੈ, ਮਨ 'ਚ ਕਚੀਚੀ ਵੱਟਦਾ, ਮੂੰਹੋਂ ਕੁਝ ਨਹੀਂ ਕਹਿੰਦਾ। ਉੱਠ ਕੇ ਫਿਰ ਚੈਨਲ ਬਦਲਦਾ। ਸ਼ੀਲਾ ਉਹਨੂੰ ਪੁੱਛਾਂ ਕਰਦੀ ਏ, ਹਰਿੰਦਰ ਅੜਖਲ ਹੁੰਦਾ ਹੈ। ਇਸ ਹਾਲਤ ਵਿੱਚ ਹਰਿੰਦਰ ਕੀ ਕਰ ਸਕਦਾ ਹੈ? ਉਹਦੀ ਬਾਂਹ ਮਰੋੜੇ। ਸ਼ੀਲਾ ਨੇ 911 ਨੰਬਰ ਖੜਕਾ ਦੇਣਾ ਤੇ ਜੇ ਹਰਿੰਦਰ ਉਹਨੂੰ ਧੱਕਾ ਦੇਵੇ ਤਾਂ ਵੀ ਇਹੀ ਕੁਝ ਹੋ ਸਕਦਾ ਹੈ। ਮੂੰਹ 'ਚ ਬੁੜਬੁੜ ਕਰਦਾ ਹੈ। ਸ਼ੀਲਾ ਵੀ ਅੱਗੋਂ ਘੱਟ ਨਹੀਂ। ਗੱਲ ਭਾਵੇਂ ਛੋਟੀ ਜਿਹੀ ਸੀ ਪਰ ਹਉਮੈ ਵਡੇਰੀ ਚੀਜ਼ ਏ। ਤੇ ਫਿਰ ਜੇਕਰ ਦੋਵੇਂ ਆਪੋ ਆਪਣੀ ਥਾਂ ਪੱਕੇ ਹੋਣ ਤਾਂ ਪਿੱਛੇ ਕੌਣ ਹਟੇ? ਕਿਉਂ ਹਟੇ? ਕੋਈ ਕਿਸੇ ਤੋਂ ਘੱਟ ਨਹੀਂ। ਤੇ ਜੇ ਸ਼ੀਲਾ ਰੁੱਸ ਕੇ ਦੂਜੇ ਕਮਰੇ 'ਚ ਚਲੀ ਜਾਏ ਤਾਂ ਤੇ ਉਹ ਪਿੱਛੇ ਹਟ ਗਈ, ਡਰੀ ਭਾਵੇਂ ਨਹੀਂ ਪਰ ਟਲ ਗਈ ਤੇ ਕਹੀ ਜਾ ਸਕਦੀ ਏ। ਇਹ ਗੱਲ ਕਮਜ਼ੋਰੀ ਸਮਝੀ ਜਾਏਗੀ। ਇਹ ਸ਼ੀਲਾ ਨੂੰ ਮਨਜ਼ੂਰ ਨਹੀਂ। ਪਰ ਰੁੱਸਣ ਦਾ ਫਾਇਦਾ ਵੀ ਤਾਂ ਹੀ ਏ ਜੇ ਕੋਈ ਮਨਾਉਣ ਵਾਲਾ ਹੋਵੇ। ਮਨਾਏ ਜਾਣ ਦਾ ਭਰੋਸਾ ਤਾਂ ਹੁੰਦਾ ਜੇ ਦੂਜੇ ਦੇ ਪਿਆਰ ਦਾ ਭਰੋਸਾ ਹੋਵੇ। ਤੇ ਹਰਿੰਦਰ, ਉਹਦੇ ਲਈ ਵਿਆਹ ਦਾ ਮਤਲਬ ਕਹਿ ਨਹੀਂ ਸਕਦਾ ਕੀ ਹੋਵੇ, ਪਰ ਇਹ ਮੈਨੂੰ ਪਤਾ ਹੈ ਕਿ ਉਹਨੇ ਸ਼ੀਲਾ ਨੂੰ ਮਨਾਉਣਾ ਨਹੀਂ। ਥੋੜੀ ਦੇਰ ਆਪਣੇ ਵਾਲੇ ਚੈਨਲ ਦਾ ਪ੍ਰੋਗਰਾਮ ਵੇਖਦਾ ਰਹੇਗਾ, ਫਿਰ ਉੱਠ ਕੇ ਆਪਣੇ ਕਮਰੇ 'ਚ ਚਲਾ ਜਾਏਗਾ। ਰਾਤ ਡੂੰਘੀ ਹੋ ਜਾਏਗੀ ਤੇ ਫਿਰ ਦੋਵੇਂ ਜਣੇ ਹੌਲੀ-ਹੌਲੀ ਸੌਂ ਜਾਣਗੇ। ਇਹ ਮੈਂ ਨਹੀਂ ਕਹਿ ਸਕਦਾ ਕਿ ਉਹਨਾਂ ਦੀ ਨੀਂਦ ਬੇਚੈਨ ਹੋਏਗੀ। ਸ਼ਾਇਦ ਹੋਵੇ, ਸ਼ਾਇਦ ਦੋਵੇਂ ਇੱਕ ਦੂਜੇ ਦਾ ਉੱਠ ਕੇ ਆਪਣੇ ਕਮਰੇ 'ਚ ਆਉਣਾ ਉਡੀਕਦੇ ਵੀ ਹੋਣ। ਪਰ ਇਹ ਮੈਂ ਕੀ ਸੋਚਣ ਲੱਗ ਪਿਆ? ਇਹ ਗੱਲਾਂ ਜਾਂ ਇਹੋ ਜਿਹੀਆਂ ਗੱਲਾਂ ਹਿੰਦੁਸਤਾਨੀ ਘਰਾਂ 'ਚ ਹੋ ਸਕਦੀਆਂ ਨੇ ਜਾਂ ਹੁੰਦੀਆਂ ਨੇ, ਤੇ ਜਾਂ ਫਿਰ ਹਿੰਦੁਸਤਾਨੀ ਫਿਲਮਾਂ ਵਿੱਚ। ਹੋ ਸਕਦਾ ਹੈ ਉਹਨਾਂ ਦੋਹਾਂ ਵਿੱਚੋਂ ਕੋਈ ਉੱਠ ਕੇ ਦੂਜੇ ਦੇ ਕਮਰੇ ਦੀਆਂ ਦਹਿਲੀਜ਼ਾਂ ਤਾਈਂ ਗਿਆ ਵੀ ਹੋਵੇ ਪਰ ਫਿਰ ਪਰਤ ਆਇਆ ਹੋਵੇ। ਪਰ ਜੇ ਮੈਂ ਹਰਿੰਦਰ ਦੀ ਇਹ ਗੱਲ ਮੰਨ ਲਵਾਂ ਕਿ ਉਹਨੂੰ ਦੁਖੀ ਤ੍ਰੀਮਤਾਂ ਤਾਈਂ ਹਮਦਰਦੀ ਜਾਗ ਪੈਂਦੀ ਏ ਤੇ ਉਹਨਾਂ ਵੱਲ ਖਿੱਚਿਆ ਜਾਂਦਾ ਤਾਂ ਹੋ ਸਕਦਾ ਉਹ ਸ਼ੀਲਾ ਦੇ ਕਮਰੇ 'ਚ ਜਾ ਕੇ ਉਹਦੇ ਨਾਲ ਰਜ਼ਾਈ 'ਚ ਵੜ ਗਿਆ ਹੋਵੇ। ਇਹ ਤੋਂ ਅਗੇਰੇ ਮੇਰੀ ਸੋਚ ਫਿਰ ਹਿੰਦੁਸਤਾਨੀ ਨਜ਼ਾਰਾ ਚਿਤਵਦੀ ਏ। ਸ਼ੀਲਾ ਪਾਸਾ ਮੋੜ ਲੈਂਦੀ ਏ, ਹਰਿੰਦਰ ਉਹਦੇ ਦੁਆਲੇ ਬਾਂਹ ਲਾਉਂਦਾ ਹੈ। ਸ਼ੀਲਾ ਉਹਦੀ ਬਾਂਹ ਹੇਠਾਂ ਸੁੰਗੜ ਜਾਂਦੀ ਏ। ਹਰਿੰਦਰ ਉਹਦੇ ਪਿੰਡੇ ਨੂੰ ਪਲੋਸਦਾ ਤੇ ਫਿਰ ਉਹਦਾ ਮੂੰਹ ਆਪਣੇ ਵੱਲ ਮੋੜ ਕੇ ਉਹਦਾ ਮੂੰਹ ਚੁੰਮਦਾ ਹੈ। ਫਿਰ ਉਹੀ ਲੀਲਾ ਜਿਹੜੀ ਹਰ ਰੋਸੇ ਮਨੇਵੇਂ ਪਿੱਛੋਂ ਹੁੰਦੀ ਏ। ਪਰ ਦੁਖੀ ਕੁੜੀਆਂ ਵੱਲ ਖਿੱਚੇ ਜਾਣ ਦੀ ਗੱਲ ਕਿਵੇਂ ਬਣੀ? ਅੰਗ 29ਵਾਂ। ਹਰਿੰਦਰ ਦੀ ਦੁੱਖ ਲਈ ਖਿੱਚ ਬਾਰੇ ਸੁਣ ਕੇ ਹੈਰਾਨੀ ਹੋਈ ਸੀ। ਜਦੋਂ ਇੰਟਰਨੈਟ ਤੇ ਦੁਖੀ ਰਹਿਣ ਦੀ ਜਾਂ ਦੁੱਖ ਦੀ ਹੋਂਦ ਨੂੰ ਆਪਣੀ ਤਲਬ ਬਣਾਉਣ ਬਾਰੇ ਪੁੱਛਿਆ ਤਾਂ ਉਹਨੇ ਟਾਈਪ ਕੀਤਾ, ਤੈਨੂੰ ਪਤਾ ਮੈਂ ਸਿਗਰਟ ਪੀਣਾ। ਕਈ ਵਾਰੀ ਛੱਡਣ ਦੀ ਕੋਸ਼ਿਸ਼ ਕੀਤੀ ਹੈ ਪਰ ਥੋੜੇ ਘੰਟਿਆਂ ਵਿੱਚ ਹੀ ਤਲਬ ਜਾਗ ਪੈਂਦੀ ਹੈ ਤੇ ਹੱਥ ਆਪੇ ਹੀ ਸਿਗਰਟ ਵੱਲ ਚਲਾ ਜਾਂਦਾ ਹੈ। ਐਤਕੀ ਜਦੋਂ ਹਿੰਦੁਸਤਾਨ ਆਇਆ ਸੀ ਤੇ ਮੈਨੂੰ ਹਰ ਘੰਟੇ ਤੋਂ ਪਿੱਛੋਂ ਘਰੋਂ ਉੱਠ ਕੇ ਬਾਹਰ ਜਾਣਾ ਪੈਂਦਾ ਸੀ। ਕਦੀ ਵਰਾਂਡੇ 'ਚ, ਕਦੀ ਗਲੀ 'ਚ। ਭੈਣਾਂ ਭਰਾਵਾਂ ਦੀ ਓਲੇ ਕਰਕੇ ਹੀ ਬਾਹਰ ਜਾਂਦਾ ਸੀ। ਜਾਂ ਭਾਵੇਂ ਸਾਰਿਆਂ ਨੂੰ ਪਤਾ ਸੀ ਕਿ ਮੈਂ ਸਿਗਰਟ ਪੀਣਾ, ਚਾਹੁੰਦਾ ਵੀ ਸੀ ਕਿ ਬਾਰ-ਬਾਰ ਭਰੀ ਮਹਿਫਿਲ 'ਚ ਉੱਠ ਕੇ ਬਾਹਰ ਨਾ ਜਾਵਾਂ, ਪਰ ਰਹਿ ਨਹੀਂ ਸੀ ਹੁੰਦਾ। ਪਰ ਮੈਨੂੰ ਦੁੱਖ ਦੀ ਤਲਬ ਦੀ ਸਮਝ ਨਹੀਂ ਸੀ ਆਈ। ਆ ਵੀ ਨਹੀਂ ਸਕਦੀ। ਤੂੰ ਸਾਰੀ ਉਮਰ ਨੌਕਰੀ ਕੀਤੀ, ਭਰਜਾਈ ਲਿਆਂਦੀ, ਬਾਲ ਬੱਚੇ ਪੈਦਾ ਕਰਕੇ ਪਾਲ ਪੋਸ ਦਿੱਤੇ, ਧੰਦੇ ਕਾਰੇ ਲਾਤੇ। ਮੇਰੀ ਜ਼ਿੰਦਗੀ ਤੇਰੇ ਹਾਰ ਸਿੱਧੀ ਪੱਧਰੀ ਨਹੀਂ ਸੀ। ਉਹ ਤੇ ਮੈਂ ਮੰਨਦਾ ਕਿ ਤੂੰ ਅਮਰੀਕਾ ਜਾ ਕੇ ਬੜੇ ਪੱਤਣ ਤਰੇ ਨੇ, 3 ਵਾਰੀ ਵਿਆਹ ਕਰਾ ਕੇ ਤਲਾਕ ਹੀ ਨਹੀਂ ਲਿਆ, ਸਗੋਂ ਪਹਿਲਾਂ ਬੀਵੀ ਤੋਂ ਇੱਕ ਤਲਾਕ ਤੇ ਦੂਜੇ ਵਿਆਹ ਦੇ ਵਿਚਕਾਰਲੇ ਵਕਤ ਵਿੱਚ ਵੀ ਬਥੇਰੀ ਐਸ਼ ਕੀਤੀ ਏ। ਸਾਡੀ ਕਿਸਮਤ ਕਿੱਥੇ? ਪਰ
मैं तैनूं समझाउण दी कोशिश करदा। जदों बेबी दी सपुर्दगी दा सवाल सी, असीं दोवें मैं ते शीला कचहरी चढ़े। फैसला उही होया जिहड़ा इन्हां मामलिਆਂ 'ਚ ਹੁੰਦਾ है। बेबी मां कोल रहे, पर हफ्ते दे अखीर ते मेरे कोल रहे। हर शुक्रवार दी रात जां शनिचरवार सवेरे ਉਹਨੂੰ ਲੈ ਆਉਣਾ, ਐਤਵਾਰ शामी छड्डण जाना जां शीला ने आके लै जाना। इंज जी करदा है सिलसिला चलदा रहे। फिर कई महीने चलदा रहा। फिर इंज महसूस होया कुड़ी बड़ी शांति, इंज लगदा जिकन कोई थोड़ होवे। ते फिर पता ही मैं की कीता, सोचिया बेबी दा स्कूल बदल दिन्ने आ, अपने नेड़े लै आवां। ते जदों जी कीता जाके मिल लिया जां वेख लिया, पर शीला नूं इह मंजूर नहीं सी। टांटा शुरू हो गया। इंज लगा कि दिल दी इह हालत ठीक है, घाट जही पूरी हुई लगदी। गल्लां सारियां सच्चियां ने, पर दुख दी तनाव दी तलब दी हाली भी समझ नहीं आई। दूजे पासियों समझण समझाउण दी कोशिश करदा। हाँ, जिवें किसी गरीब मुथाज नूं वेख के हिंदुस्तानियां दे मन च दो प्रकार दे ख्याल आ सकदे ने, मदद करन दा भी ते ਉਹਦੀ मुथाजी मजबूरी दा नजायज फायदा उठाउण दा भी। जे पहली वाली भावना हेठ विच विहार करे तां हीरो, दूजी तरह दा विहार करे तां विलेन। मैं समझ लवां कि तू हीरो बनदा रहा। हीरो ना सही, पर मेरे मन च शीला तो पिछों मुथाज जां रोगी कुड़ियां दी मदद करन दी रुचि बन गई सी। पर टेंशन, वो पहला उन्हां नूं सहेड़दा सी ते फिर भुगतदा सी। पर जे तू ਇਹ ਦੁੱਖ ਆਪ ਸਹੇੜਦਾ ਸੀ ਤੇ ਦੁੱਖ ਮਤਲਬ ਟੈਨਸ਼ਨ ਦੀ ਹੋਣ ਤੋਂ ਬਿਨਾ ਖੋਜ ਹੀ ਮਹਿਸੂਸ ਕਿਉਂ ਕਰਦਾ ਸੀ? ਮੈਂ ਹੋਰ ਗੱਲਾਂ ਦੀ ਉਡੀਕ ਕਰਦਾ ਸੀ। ਉਹਨੇ ਟਾਈਪ ਕੀਤਾ, ਜਦੋਂ ਦੂਜੀ ਪਤਨੀ ਰੀਤਾ ਨਾਲ ਸ਼ਾਦੀ ਹੋਈ, ਉਦੋਂ ਮੈਂ ਛੜਿਆਂ ਦੇ ਕਲੱਬ 'ਚ ਬਹਿ ਕੇ ਉਹਦੇ ਨਾਲ ਗੱਲਾਂ ਕੀਤੀਆਂ, ਤਾਂ ਮੈਨੂੰ ਉਹਦੇ ਤੇ ਤਰਸ ਆਇਆ। ਫਿਰ ਤੇਰੇ ਮਨ 'ਚ ਹਮਦਰਦੀ ਜਾਗੀ, ਤੈਨੂੰ ਉਹਦੇ ਤੇ ਪਿਆਰ ਆਇਆ, ਤੇ ਫਿਰ ਹੀਰੋ ਵਾਂਗ ਤੂੰ ਉਹਦੇ ਸਾਹਮਣੇ ਸ਼ਾਦੀ ਦਾ ਪ੍ਰਸਤਾਵ ਰੱਖ ਦਿੱਤਾ। ਐਵੇਂ ਝੇਡਾ ਨਾ ਕਰ, ਗੱਲ ਤੇਰੀ ਭਾਵੇਂ ਸਾਰੀ ਦੀ ਸਾਰੀ ਸੱਚੀ ਨਹੀਂ, ਪਰ ਥੋੜੀ ਕੁ ਤੇ ਮੇਰੇ ਤੇ ਢੁਕਾਈ ਜਾ ਸਕਦੀ ਹੈ। ਆਹੋ, ਮੇਰੇ ਨਾਲ ਵੀ ਦਫ਼ਤਰ 'ਚ ਇੱਕ ਬਾਬੂ ਕੰਮ ਕਰਦਾ ਸੀ, ਪਤਲਾ ਸੁਨੱਖਾ। ਉਹਨੇ ਆਪਣੇ ਮਾਲਕ ਮਕਾਨ ਦੀ ਕਾਲੀ ਜੀ ਕੁੜੀ ਨਾਲ ਹੀਰੋ ਬਣ ਕੇ ਸ਼ਾਦੀ ਕਰਾ ਲਈ। 2-4 ਸਾਲਾਂ ਵਿੱਚ ਹੀ ਜਦੋਂ ਚਾਹ ਲੈ ਗਿਆ ਤਾਂ ਦੁਖੀ ਰਵੇ। ਕਿਵੇਂ ਭਲਾ? ਉਹਦੇ ਸਹੁਰੇ ਨੇ ਇੱਕ ਦਿਨ ਮਾਰਨਿੰਗ ਦੀ ਚਾਹ ਪੀਂਦਿਆਂ ਝੁਰਿਆ, ਮੈਂ ਬੜਾ ਪਰੇਸ਼ਾਨ ਆ, ਪਤਾ ਨਹੀਂ ਮੇਰੀ ਕੁੜੀ ਦੀ ਸ਼ਾਦੀ ਕਦੋਂ ਹੋਏਗੀ, ਮੈਂ ਬੁੱਢਾ ਹੋ ਚੱਲਿਆ, ਪਤਾ ਨਹੀਂ ਮੇਰੇ ਪਿੱਛੋਂ ਇਹਨੂੰ ਕੌਣ ਸਾਂਭੇਗਾ। ਸਾਰੀ ਰਾਤ ਨੀਂਦਰ ਬਿਨਾਂ ਬੀਤ ਜਾਂਦੀ ਹੈ। ਅੱਗੋਂ ਭੋਲੇ ਭਾਅ ਕਹਿਣ ਲੱਗਾ, ਕਿਉਂ ਨਹੀਂ ਕੋਈ ਕਰੇਗਾ? ਜੇ ਹੁਕਮ ਕਰੋ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਸੁਸ਼ਮਾ ਦਾ ਹੱਥ ਮੰਗਣ ਲਈ ਝੋਲੀ ਅੱਡਦਾ। ਕੁੜੀ ਦਾ ਪਿਓ ਬਾਗੋ ਬਾਗ, ਉਹਨੇ ਹਫ਼ਤੇ ਵਿੱਚ ਹੀ ਵਿਆਹ ਕਰ ਦਿੱਤਾ। ਆਪ ਸੁਰਖਰੂ ਹੋ ਕੇ ਬਹਿ ਗਿਆ ਤੇ ਸਾਡਾ ਕੁਲੀਗ ਕੁਝ ਸਾਲਾਂ ਵਿੱਚ ਹੀ ਦਿਲ ਦਾ ਮਰੀਜ਼ ਬਣ ਕੇ ਚਲਾਣਾ ਕਰ ਗਿਆ। ਚਿੰਤਾ ਨਾ ਕਰ, ਮੈਂ ਮਰਦਾ ਨਹੀਂ। ਜੇ 3 ਹੰਢਾ ਕੇ ਕੁਛ ਨਹੀਂ ਹੋਇਆ ਤਾਂ ਹੁਣ ਵੀ ਕੁਛ ਨਹੀਂ ਹੁੰਦਾ। ਪਰ ਇਹ ਦੱਸ, ਮਾਰਗਰੇਟ ਕੋਲੋਂ ਤਲਾਕ ਲੈਣ ਵੇਲੇ ਤੈਨੂੰ ਕਾਹਦੀ ਟੈਨਸ਼ਨ ਸੀ? ਚੰਗੇ 2-4 ਮਿੰਟ ਲੰਘ ਗਏ, ਕੋਈ ਜਵਾਬ ਨਹੀਂ ਆਇਆ। ਨਾ ਹੀ ਕੰਪਿਊਟਰ ਇਹ ਪਿਆ ਦੱਸਦਾ ਸੀ ਕਿ ਹਰਿੰਦਰ ਕੁਝ ਟਾਈਪ ਪਿਆ ਕਰਦਾ। ਝੱਟ ਪਿੱਛੇ ਇਹ ਅੱਖਰ ਸਕਰੀਨ ਤੇ ਆਏ। ਕਈ ਕਿਸਮ ਦੀ ਟੈਨਸ਼ਨ ਸੀ। ਪਹਿਲੀ, ਹਰ ਵੇਲੇ ਦੇ ਲੜਾਈ ਝਗੜੇ ਦੀ ਇਹਨਾਂ ਦਿਨਾਂ 'ਚ ਹਰ ਵੇਲੇ ਤੂੰ ਮੈਂ ਲੱਗੀ ਰਹਿੰਦੀ। ਜਦੋਂ ਕੋਈ ਗੱਲ ਕਰਨੀ, ਉਹਦਾ ਉਲਟਾ ਮਤਲਬ ਕੱਢਦੀ, ਚੀਕਾਂ ਮਾਰਦੀ, ਭਾਂਡੇ ਤੋੜਦੀ। ਦੂਜੀ, ਤਲਾਕ ਦਾ ਮੁਕੱਦਮਾ ਤੇ ਬੰਦਾ ਲੜ ਸਕਦਾ, ਪਰ ਜੇ ਟੰਟਾ ਖੜਾ ਹੋ ਜਾਏ ਤਾਂ ਵਕੀਲਾਂ ਦੀਆਂ ਫੀਸਾਂ ਹੀ ਨਹੀਂ ਮਾਣ। ਇੰਨੇ ਸਾਲ ਬਚਤਾਂ ਕਰ ਕਰਕੇ ਪੈਸੇ ਜੋੜੀਦੇ ਨੇ, ਸਾਰਾ ਕੁਝ ਹੁੰਝਿਆ ਜਾਂਦਾ। ਤੈਨੂੰ ਸ਼ਾਇਦ ਨਹੀਂ ਪਤਾ, ਜਦੋਂ ਗੁੱਡੀ ਭੈਣ ਦਾ ਤਲਾਕ ਹੋਇਆ ਹੈ, ਉਹਦਾ $1.5 ਲੱਖ ਸਿਰਫ ਵਕੀਲ ਹੀ ਖਾ ਗਏ। ਤੇ ਉਹ ਤੇ ਸਬੱਬੀ ਉਹਨੂੰ 5 ਲੱਖ ਮਿਲਿਆ ਸੀ, ਵਿੱਚੋਂ ਖਰਚ ਕਰ ਲਿਆ। ਤੇ ਜੇ ਉਹਦੇ ਕੋਲ ਨਾ ਹੁੰਦਾ ਤਾਂ ਵਕਤ ਹੀ ਪੈ ਜਾਣਾ ਸੀ। ਬਸ ਉਮਰ ਭਰ ਦੀ ਬੱਚਤ ਦੇ ਖਰਚ ਹੋ ਜਾਣ ਦੀ ਟੈਨਸ਼ਨ। ਤੀਜੀ, 14 ਸਾਲ ਮਾਰਗਰੇਟ ਤੇ ਮੈਂ ਇਕੱਠੇ ਰਹੇ। ਇੰਨਾ ਲੰਮਾ ਸਾਥ ਇੱਥੇ ਸਫਲ ਵਿਆਹ ਵਿੱਚ ਗਿਣਿਆ ਜਾਂਦਾ ਹੈ। ਇਸ ਸਾਥ ਦੇ ਛੁੱਟ ਜਾਣ ਦੀ ਟੈਨਸ਼ਨ, ਭਾਵੇਂ ਤਲਾਕ ਵੇਲੇ ਦੇ ਝਗੜੇ ਕਰਕੇ ਕਈਆਂ ਵਧੀਕੀਆਂ ਥੱਲੇ ਦੱਬੀ ਗਈ ਸੀ, ਪਰ ਫਿਰ ਵੀ ਇੱਕ ਖੋਜ ਹੀ ਹੈ ਸੀ। ਚੌਥੀ, ਤਲਾਕ ਪਿੱਛੋਂ ਨਵੇਂ ਸਿਰਿਓਂ ਇਕੱਠੇ ਇਕੱਲੇ ਰਹਿਣ ਦੇ ਖਿਆਲ ਦੀ ਟੈਨਸ਼ਨ। ਮੁੱਢੋਂ ਸੁੱਢੋਂ ਸ਼ੁਰੂ ਕਰਨ ਦੀ ਟੈਨਸ਼ਨ। ਤੇ ਪੰਜਵੀਂ, ਚੱਲ ਛੱਡ ਪਰੇ, ਕਿੰਨੀਆਂ ਕੁ ਗਣਾਵਾਂ। ਬਸ ਇਹ ਸਮਝ ਲੈ, ਇੰਨੀ ਟੈਨਸ਼ਨ ਸੀ ਕਿ ਦੇ ਸਿਗਰਟ ਤੇ ਚਿੰਗਮ ਤੇ ਚਿੰਗਮ, ਕੋਕ ਤੇ ਕੋਕ, ਮੈਨੂੰ ਕਿਧਰੇ ਚੈਨ ਨਹੀਂ ਸੀ ਮਿਲਦਾ। ਇੱਥੇ ਗੁੱਡੀ ਜਾਂ ਬੇਬੀ ਸੀ ਜਿਸ ਨਾਲ ਕੋਈ ਗੱਲ ਕਰ ਸਕਦਾ ਸੀ, ਪਰ ਕੈਲੀਫੋਰਨੀਆ 'ਚ ਬੈਠੀ ਭੈਣ ਵੀ ਕੀ ਕਰ ਸਕਦੀ ਸੀ? ਕਿੰਨਾ ਚਿਰ ਫੋਨ ਤੇ ਗੱਲ ਹੁੰਦੀ ਰਹਿੰਦੀ, ਪਰ ਦਿਲ ਦੀ ਘੁੱਟਣ ਜਾਂਦੀ ਨਹੀਂ ਸੀ। ਤੇ ਸੱਚ, 6ਵੀਂ, ਜਦੋਂ ਮਾਰਗਰੇਟ ਨੂੰ ਪੁਲਿਸ ਨੇ ਬੁਲਾਇਆ,
ਪੁਲਿਸ ਨੂੰ ਪੁੱਛਣ ਲੱਗੀ ਕਿੰਨਾ ਚਿਰ ਅੰਦਰ ਰਹੇਗਾ। ਉਹਨੇ ਕਿਹਾ 5-6 ਘੰਟੇ। ਇਹਨਾਂ 5-6 ਘੰਟਿਆਂ 'ਚ ਜਿੰਨਾ ਘਰ ਦਾ ਸਮਾਨ ਲਿਜਾ ਸਕਦੀ ਸੀ ਹੂੰਝ ਕੇ ਲੈ ਗਈ। ਰਿਹਾ ਤੇ ਮੈਂ ਹੋਇਆ 18 ਘੰਟਿਆਂ ਵਿੱਚੋਂ, ਤੇ ਜੇ ਉਹਨੂੰ ਪਤਾ ਲੱਗਦਾ ਕਿ ਮੈਂ ਇੰਨੇ ਘੰਟੇ ਜੇਲ੍ਹ 'ਚ ਰਹਿਣਾ ਤੇ ਸ਼ਾਇਦ ਕੁਝ ਵੀ ਨਾ ਬਾਕੀ ਛੱਡਦੀ। ਬਸ ਹੋਰ ਕੀ ਦੱਸਾਂ ਕਿ ਟੈਨਸ਼ਨਾਂ ਕਿਹੋ ਜਿਹੀਆਂ ਸੀ। ਫਿਰ ਅਸਲੀ ਟੈਨਸ਼ਨ ਦਾ ਪੈਸਾ ਖੁੱਸਣ ਦੀ ਟੈਨਸ਼ਨ ਹੋਈ ਨਾ। ਉਂਝ ਤੇਰੀ ਗੱਲ ਹੈ ਵੀ ਠੀਕ। ਅਮਰੀਕਾ ਵਰਗੇ ਮੁਲਕ 'ਚ ਜੇ ਪੈਸਾ ਨਾ ਹੋਵੇ ਤਾਂ ਬੰਦਾ ਰੁੱਲ ਜਾਂਦਾ ਹੈ, ਤੇ ਬੁਢਾਪੇ ਦਾ ਤੇ ਕੋਈ ਹਾਲ ਹੀ ਨਹੀਂ। ਹਾਂ ਯਾਰ, ਅੱਛਾ ਇਹ ਦੱਸ ਉਧਰ ਘਰ ਦਾ ਕੀ ਹਾਲ ਹੈ? ਅੰਗ 30ਵਾਂ। ਘਰ ਦਾ ਹਾਲ ਮੇਰੇ ਕੋਲੋਂ ਪਿਆ ਪੁੱਛਦਾ ਹੈ? ਮਾਪੇ ਨਹੀਂ ਰਹੇ ਪਰ ਭਰਾ ਤੇ ਹੈਗਾ ਹੀ। ਉਹਦੇ ਕੋਲੋਂ ਪੁੱਛ। ਫੋਨ ਤੇਰੇ ਕੋਲ ਹੈ, ਖੜਕਾ ਦੇ। ਪਰ ਸ਼ਾਇਦ ਤੇਰਾ ਦਿਲ ਨਹੀਂ ਕਰਦਾ। ਸ਼ਾਇਦ ਇੰਨੇ ਸਾਲ ਬਾਹਰ ਰਹਿ ਕੇ ਤੂੰ ਆਪਣੇ ਆਪ ਨੂੰ ਵੱਖਰਾ ਸਮਝਣ ਲੱਗ ਪਿਆ। ਸ਼ਾਇਦ ਤੈਨੂੰ ਉਹਨਾਂ ਨਾਲ ਗੱਲ ਕਰਨ ਲਈ ਕੁਝ ਨਹੀਂ ਸੁਝਦਾ, ਤੇ ਮੇਰੀ ਰਾਜੀ ਖੁਸ਼ੀ ਪੁੱਛਣ ਦੀ ਕੀ ਲੋੜ ਹੈ? ਅਸਲ 'ਚ ਪਿਆਰ ਹੋਵੇ ਤਾਂ ਰਾਜੀ ਖੁਸ਼ੀ ਪੁੱਛਣ ਨੂੰ ਜੀ ਕਰਦਾ ਹੈ, ਆਪੇ ਮਨ ਉਛਲਦਾ। ਪਰ ਸ਼ਾਇਦ ਤੇਰੇ ਅੰਦਰੋਂ ਆਪਣਾਤੀ ਮੁੱਕ ਗਈ ਹੈ, ਜਿਹੜਾ ਤੈਨੂੰ ਛੋਟੇ ਭਰਾ ਨਾਲ ਜਾਂ ਵੱਡੇ ਭਰਾ ਨਾਲ ਗੱਲ ਕਰਨ ਨੂੰ ਚਿੱਤ ਨਹੀਂ ਕਰਦਾ। ਪਰ ਭਾਈ, ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਤੂੰ ਹੀ ਦੇ ਸਕਦਾ ਹੈ। ਉਂਝ ਉਧਰ ਘਰ 'ਚ ਸਭ ਸੁੱਖ ਸਾਂਦ ਏ। ਸ਼ੀਤੂ ਦੀ ਬੇਟੀ ਦੀ ਸ਼ਾਦੀ ਏ। ਕੁਝ ਦਿਨਾਂ ਨੂੰ ਤੈਨੂੰ ਫੋਨ ਮਿਲ ਗਿਆ ਹੋਣਾ, ਕਾਰਡ ਵੀ ਸ਼ਾਇਦ ਮਿਲ ਗਿਆ ਹੋਣਾ। ਮੈਨੂੰ ਵੀ ਉਹਨਾਂ ਨੇ ਬੁਲਾਇਆ, ਜਾਵਾਂਗਾ ਜ਼ਰੂਰ। ਵੀਰ ਜੀ ਮਿਲੇ ਸਨ। ਪਤਾ ਨਹੀਂ ਉਹਨਾਂ ਦੇ ਮਨ 'ਚ ਕਦੋਂ ਦੀਆਂ ਗੱਲਾਂ ਬੈਠੀਆਂ ਸੀ। ਭਤੀਜੀ ਦੀ ਸ਼ਾਦੀ ਬਾਰੇ ਰਸਮੀ ਜੀਆਂ ਗੱਲਾਂ ਕਰਦੇ ਰਹੇ। ਮੈਨੂੰ ਤੇ ਸਮਝ ਨਹੀਂ ਆਉਂਦੀ ਕਿ 25 ਸਾਲ ਪੁਰਾਣੀਆਂ ਗੱਲਾਂ ਭੁੱਲ ਕਿਉਂ ਨਹੀਂ ਜਾਂਦੇ। ਬੀਤ ਗਈ ਸੋ ਬਾਤ ਗਈ। ਹੁਣ ਚਾਚਾ ਜੀ ਬਾਰੇ ਮਨ 'ਚ ਗੁੱਸਾ ਰੱਖਣ ਦਾ ਕੀ ਫਾਇਦਾ? ਇਹ ਠੀਕ ਏ, ਚਾਚਾ ਜੀ ਨੇ ਵੀਰ ਜੀ ਨੂੰ ਹੱਥੀਂ ਕੁਛ ਨਹੀਂ ਦਿੱਤਾ, ਉਹਨਾਂ ਦੀ ਮਰਜ਼ੀ। ਵੀਰ ਜੀ ਤੇ ਇਹ ਵੀ ਕਹਿੰਦੇ ਨੇ ਕਿ ਚਾਚਾ ਜੀ ਚਾਹੁੰਦੇ ਸਨ ਕਿ ਕੁਛ ਦੇਵੀਏ, ਪਰ ਚਾਚੀ ਨੇ ਕਹਿਤਾ ਕਿ ਅਸੀਂ ਆਪੇ ਕੁਝ ਕਰ ਦਿਆਂਗੇ। ਤੇ ਹੁਣ ਵੀਰ ਜੀ ਕਹਿੰਦੇ ਨੇ ਕਿ ਉਹ ਇਸ ਵਿਆਹ ਤੇ ਭਾਜੀ ਮੋੜ ਦੇਣਗੇ। ਖੁਸ਼ੀ ਉਹਨਾਂ ਦੇ ਮਨ 'ਚ ਬਾਹਲੀ ਕੋਈ ਨਹੀਂ ਹੋਈ। ਭਤੀਜੀ ਦੀ ਸ਼ਾਦੀ ਹੋਵੇ ਤੇ ਬੰਦਾ ਰੁੱਸਿਆ ਫਿਰੇ। ਮੇਰੇ ਮਨ ਲੱਗੀ ਨਹੀਂ। ਕਿੰਨੇ ਕੁ ਸਾਲ ਵਿੱਚ ਰੰਜਿਸ਼ ਮਨ 'ਚ ਲਈ ਫਿਰਨਗੇ। ਇੰਨੇ ਬਜ਼ੁਰਗ ਹੋ ਗਏ ਨੇ, ਸਾਰੀ ਰੰਜਿਸ਼ ਨਾਲ ਲੈ ਜਾਣਗੇ। ਕਈ ਵਾਰੀ ਮੈਂ ਇਸ਼ਾਰੇ ਨਾਲ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਉਸੇ ਵੇਲੇ ਤਾਂ ਕਹਿਣਗੇ ਤੇਰੀ ਗੱਲ ਠੀਕ ਏ, ਬਾਹਲੀ ਗਈ ਲੰਘ ਤੇ ਥੋੜੀ ਗਈ ਰਹਿ। ਪਰ ਫਿਰ ਜਦੋਂ ਕੋਈ ਗੱਲ ਹੋਵੇ ਤਾਂ ਸਹੀ ਹੋ ਜਾਂਦਾ ਕਿ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਅਸਲ 'ਚ ਚਾਚਾ ਜੀ ਨੇ ਵਿਤਕਰਾ ਕਰਕੇ ਉਹ ਗਲਤੀ ਕੀਤੀ ਹੈ ਜਿਹੜੀ ਹਰ ਪੁੱਤਰ ਨੂੰ ਦੁਖੀ ਕਰਨ ਵਾਲੀ ਹੁੰਦੀ ਹੈ। ਸਾਡੇ ਪਿਓ ਨੇ ਇਹ ਗਲਤੀ ਨਹੀਂ ਕੀਤੀ, ਕਰਨ ਦਾ ਮੌਕਾ ਹੀ ਨਹੀਂ ਸੀ। ਮੈਂ ਇਕੱਲਾ, ਅੱਗੋਂ ਮੈਂ ਵੀ ਨਹੀਂ ਕਰਨੀ। ਮੇਰਾ ਪੁੱਤਰ ਵੀ ਇਕੱਲਾ ਤੇ ਅੱਗੋਂ ਪੋਤਰਾ ਵੀ ਇਕੱਲਾ। ਮਨ 'ਚ ਕਈ ਵਾਰੀ ਆਉਂਦਾ ਹੈ ਐਵੇਂ ਲੋਕ ਪੁੱਤਰਾਂ ਨੂੰ ਦੀ ਜੋੜੀ ਨੂੰ ਤਰਸਦੇ ਨੇ। ਜੇ ਝਗੜੇ ਹੀ ਹੋਣੇ ਨੇ ਤਾਂ ਇਕੱਲਾ ਮੁੰਡਾ ਚੰਗਾ ਨਹੀਂ। ਪਰ ਤੈਨੂੰ ਕੀ ਪਤਾ, ਤੇਰੀ ਇੱਕੋ ਇੱਕ ਧੀ, ਵਿਆਹ ਉਹਨੇ ਆਪਣੀ ਮਰਜ਼ੀ ਨਾਲ ਕਰਾਇਆ ਤਾਂ ਤੂੰ ਉਹਦੇ ਨਾਲ ਮੂੰਹ ਵੱਟ ਲਿਆ। ਦਾਜ ਦੇਣ ਦੀ ਘੁਸਾਈ ਮਾਰ ਗਿਆ। ਕਿਹਾ ਇਹੋ ਹੀ ਇੱਥੇ ਰਿਵਾਜ ਹੀ ਨਹੀਂ ਦਾਜ ਦੇਣ ਦਾ। ਇਹ ਮੇਰੀਆਂ ਸੋਚਾਂ ਸਨ। ਚੱਲ ਛੱਡ ਪਰੇ। ਸ਼ਰੀਕੇ ਦੀਆਂ ਗੱਲਾਂ ਤੇ ਕਦੀ ਮੁੱਕਦੀਆਂ ਹੀ ਨਹੀਂ। ਤੇਰਾ ਕੁਝ ਬਣਿਆ ਕਿ ਨਹੀਂ? ਕਿੰਨੀਆਂ ਕੁ ਦੀਆਂ ਫੋਟੋ ਆਈਆਂ ਨੇ। ਤੂੰ ਦੱਸਿਆ ਸੀ ਇੱਕ ਨਾਲ ਫੋਨ ਤੇ ਗੱਲ ਹੋਈ ਏ। ਕੀ ਗੱਲ ਹੋਈ? ਕੁਛ ਨਿਬੜਿਆ ਹੈ ਕਿ ਨਹੀਂ? ਇਹ ਹਿੰਦੁਸਤਾਨ ਨਹੀਂ ਕਿ ਗੱਲਬਾਤ ਕੀਤੀ ਤੇ ਹਾਂ ਹੋ ਗਈ। ਹੋਰ ਕੀ ਵੇਖਦਾ ਤੂੰ? ਕਿੰਨਾ ਕਮਾਉਂਦੀ ਏ, ਸੋਹਣੀ ਏ ਕਿ ਨਹੀਂ? ਗਿਣਤੀਆਂ ਮਿਣਤੀਆਂ ਕਰਦਾ ਹੋਏਗਾ। ਸਾਰੀ ਉਮਰ ਲੰਘ ਗਈ ਹੈ ਗਿਣਤੀਆਂ ਮਿਣਤੀਆਂ ਕਰਦੇ ਆ। ਕੀ ਖੱਟਿਆ? ਕੁਛ ਨਹੀਂ ਨਾ ਖੱਟਿਆ। ਜਿੱਥੋਂ ਟੁਰਿਆ ਸੀ ਉੱਥੇ ਹੀ ਅੱਪੜ ਗਿਆ। ਕਿਉਂ ਪਰਦੇਸ? ਉਹ ਤੂੰ ਨਹੀਂ ਇਹ ਗੱਲ ਸਮਝ ਸਕਦਾ। ਮੈਨੂੰ ਕਿਉਂ ਨਹੀਂ ਸਮਝ ਆ ਸਕਦੀਆਂ? ਹੋ ਸਕਦਾ ਨਾ ਵੀ ਸਮਝ ਆਉਂਦੀਆਂ ਹੁਣ। ਤੂੰ ਕਿਹੜਾ ਖੁੱਲ ਕੇ ਦੱਸਦਾ ਹੈ? ਮੈਂ ਹੀ ਖੋਤਰ ਕੇ ਪੁੱਛ ਲਵਾਂ ਤੇਰੇ ਕੋਲੋਂ। ਮੈਂ ਕਈ ਵਾਰ ਪੁੱਛਿਆ ਕਿ ਕਿਉਂ ਇਹ ਵੋਟੀਆਂ ਤੇਰੇ ਕੋਲੋਂ ਵੱਖ ਹੋ ਜਾਂਦੀਆਂ ਨੇ ਤੇ ਕਿਉਂ ਨਹੀਂ ਟਿਕੀਆਂ ਰਹਿੰਦੀਆਂ। ਤੂੰ ਕੋਈ ਦੱਸਿਆ ਮੈਨੂੰ? ਲੈ ਫਿਰ ਸੁਣ, ਮੈਂ ਟਾਈਪ ਕਰੀ ਜਾਣਾ, ਤੂੰ ਪੜ੍ਹੀ ਜਾ। ਹਲਾ ਅੰਗ 31ਵਾਂ। ਪਤਾ ਨਹੀਂ ਲੱਗਦਾ ਕਿੱਥੋਂ ਸ਼ੁਰੂ ਕਰਾਂ। ਹੋਈਆਂ ਵੀ 3 ਤੇ ਗਈਆਂ ਵੀ 3। ਪਹਿਲਾਂ ਸੁਣ ਸ਼ੀਲਾ ਦੀ ਗੱਲ। ਅੱਗੇ ਤੈਨੂੰ ਦੱਸਿਆ ਹੀ ਹੈ ਕਿ ਜਦੋਂ ਮੈਂ ਦੋਸਤਾਂ ਨਾਲ ਰਲ ਕੇ ਵੱਖਰੀ ਫੈਕਟਰੀ ਲਾਈ ਏ, ਸਾਨੂੰ ਘਾਟਾ ਪਿਆ। ਆਪਸੀ ਰੰਜਿਸ਼, ਵੱਖ ਹੋ ਗਏ। ਰਾਸ ਪੂੰਜੀ ਖਤਮ। ਸ਼ੀਲਾ ਉਦੋਂ ਕੰਮ ਕਰਦੀ ਸੀ ਕਿਸੇ ਕੰਪਨੀ 'ਚ, ਸੈਕਟਰੀ ਲੱਗੀ ਹੋਈ ਸੀ, ਬੌਸ ਦੀ ਸੈਕਟਰੀ। ਉਹਦੇ ਨਾਲ ਮੀਟਿੰਗਾਂ 'ਚ ਵੀ ਜਾਂਦੀ ਸੀ। ਸ਼ਹਿਰੋਂ ਬਾਹਰ ਉਹਦੇ ਨਾਲ ਜਾਂਦੀ, ਰਾਤਾਂ ਵੀ ਬਾਹਰ ਰਹਿੰਦੀ। ਇਹ ਗੱਲ ਵੀ ਵੱਡੀ ਨਹੀਂ, ਉਹਦੀ ਡਿਊਟੀ ਇਹੋ ਜਿਹੀ ਸੀ। ਪਰ ਇੱਕ ਵਾਰ ਜਦੋਂ ਵਾਪਸ ਆਈ, ਅੱਧੀ ਰਾਤ ਸੀ। ਬਾਹਰ ਦੇ ਬੂਹੇ ਦੀ ਚਾਬੀ ਉਹਦੇ ਕੋਲ ਸੀ। ਪਹਿਲਾਂ ਤੇ ਉਹ ਦੂਜੇ ਕਮਰੇ 'ਚ ਚਲੀ ਗਈ। ਮੇਰੀ ਜਾਗ ਖੁੱਲ ਗਈ ਸੀ। ਅਸਲ 'ਚ ਮੈਂ ਉਹਨੂੰ ਉਡੀਕਦਾ ਸੁੱਤਾ ਸਾਂ, ਧਿਆਨ ਮੇਰਾ ਵਿੱਚੇ ਸੀ। ਉਹਦੇ ਫੋਨ ਤੇ ਦੱਸ ਵੀ ਦਿੱਤਾ ਸੀ ਕਿ ਅੱਧੀ ਰਾਤੀ ਘਰੇ ਅੱਪੜ ਜਾਏਗੀ। ਝੱਟ ਉਡੀਕਣ ਤੇ ਵੀ ਜਦੋਂ ਕਮਰੇ 'ਚ ਨਹੀਂ ਆਈ ਤਾਂ ਮੈਂ ਸਮਝਿਆ ਉਧਰ ਹੀ ਲੇਟ ਗਈ ਹੋਣੀ
ਤੇ ਫਿਰ 2 ਮਿੰਟ ਵਿੱਚ ਉਹ ਕਮਰੇ 'ਚ ਆਈ। ਮੇਰੀਆਂ ਅੱਖਾਂ ਬੰਦ ਸਨ, ਪਰ ਸਹੀ ਪਿਆ ਹੁੰਦਾ ਸੀ ਕਿ ਉਹਨੇ ਉੜ ਕੇ ਮੈਨੂੰ ਨੇੜਿਓਂ ਤੱਕਿਆ ਸੀ। ਮੈਨੂੰ ਇੰਜ ਲੱਗਾ ਜਿਕਨ ਸ਼ਰਾਬ ਦੀ ਹੁਮਕ ਆਈ ਹੋਵੇ। ਮੈਂ ਸਾਹ ਰੋਕ ਲਿਆ ਤੇ ਫਿਰ ਉਹ ਮੇਰੇ ਨਾਲ ਲੇਫ 'ਚ ਲੇਟ ਕੇ ਮੈਨੂੰ ਚੁੰਮਣ ਲੱਗ ਪਈ। ਜੀ ਕੀਤਾ ਪੁੱਛਾਂ ਪੀ ਕੇ ਆਈ, ਪਰ ਆਪੇ ਹੀ ਕਹਿਣ ਲੱਗ ਪਈ, ਅੱਜ ਬੜਾ ਮਜ਼ਾ ਆਇਆ। ਅੱਜ ਮੈਂ ਪਹਿਲਾਂ ਵਾਈਨ ਪੀਤੀ, ਫਿਰ ਪਤਾ ਨਹੀਂ ਕਿਸ ਵੇਲੇ ਮੈਕ ਨੇ ਮੇਰੇ ਗਲਾਸ 'ਚ ਵਿਸਕੀ ਪਾ ਦਿੱਤੀ। ਪਤਾ ਹੀ ਨਹੀਂ ਲੱਗਾ, ਜਦੋਂ ਪੈਰ ਥਿੜਕੇ ਤਾਂ ਪਤਾ ਲੱਗਾ। ਉਹਨੇ ਮੈਨੂੰ ਚੁੰਮਿਆ, ਚੰਬੜਦੀ ਜਾਵੇ, ਮੇਰੇ ਪਿੱਛੇ ਹੱਥ ਪਿੰਡੇ ਤੇ ਹੱਥ ਫੇਰਿਆ, ਫਿਰ ਮੇਰੇ ਨਾਈਟ ਸੂਟ ਦੇ ਬਟਨ ਖੋਲ ਦਿੱਤੇ। ਗੋਰੇ ਤੇ ਰਾਤੀ ਨੰਗੇ ਹੀ ਸੌਂਦੇ ਨੇ, ਪਰ ਸਾਨੂੰ ਆਦਤ ਨਹੀਂ। ਹੌਲੀ ਹੌਲੀ ਪਿੰਡੇ ਗਰਮ ਹੋ ਗਏ। ਸਮਝ ਨਾ ਆਈ ਅੱਜ ਚੰਬੜੀ ਕਿਉਂ ਫਿਰਦੀ ਏ। ਕਈ ਦਿਨਾਂ ਤੋਂ ਹੱਥ ਨਹੀਂ ਸੀ ਲਾਣ ਦਿੰਦੀ। ਇਹੀ ਕਹੇ ਬੰਦੇ ਦਾ ਕੀ ਹੈ, ਪਰ ਉਸ ਦਿਨ ਤੇ ਉਹ ਆਪ ਮੈਨੂੰ ਜਨੌਰ ਬਣਾਉਣ ਤੇ ਤੁਲੀ ਸੀ। ਉਹਦੇ ਕੋਲੋਂ ਸ਼ਰਾਬ ਦੇ ਨਾਲ ਉਸ ਪਰਫਿਊਮ ਦੀ ਖੁਸ਼ਬੂ ਆਉਂਦੀ ਸੀ ਜਿਹੜੀ ਨਾ ਉਹ ਲਾਉਂਦੀ ਸੀ ਤੇ ਨਾ ਮੈਂ ਲਾਉਂਦਾ ਸੀ। ਮੈਨੂੰ ਖੁੜਕ ਗਈ ਕਿ ਕੋਈ ਵੱਖਰੀ ਗੱਲ ਹੀ ਹੋਈ। ਉਸ ਦਿਨ ਤੋਂ ਪਿੱਛੋਂ ਜਦੋਂ ਕਦੀ ਆਪਣੇ ਬੌਸ ਨਾਲ ਬਾਹਰ ਜਾਂਦੀ ਤਾਂ ਰਾਤ ਵੀ ਬਾਹਰ ਹੀ ਰਹਿੰਦੀ। ਜੇ ਕਦੀ ਰਾਤੀ ਵਾਪਸ ਮੁੜਦੀ ਤਾਂ ਵੱਖਰੇ ਕਮਰੇ 'ਚ ਸੌਂ ਰਹਿੰਦੀ। ਮੇਰਾ ਸ਼ੱਕ ਪੱਕਾ ਨਿਕਲਿਆ। ਨਿਊਯਾਰਕ ਤੋਂ ਮੇਰੇ ਦੋਸਤ ਦਾ ਫੋਨ ਆਇਆ। ਅੱਜ ਮੈਂ ਸ਼ੀਲਾ ਨੂੰ ਤੱਕਿਆ। ਹੋਟਲ 'ਚ ਡਿਨਰ ਤੇ ਆਈ ਸੀ, ਨਾਲ ਗੋਰਾ ਸੀ, ਬਾਂਹ 'ਚ ਬਾਂਹ ਪਾਈ ਹੋਈ। ਮੇਰੇ ਅੰਦਰੋਂ ਕੁਝ ਤਿੜਕ ਗਿਆ। ਮੈਨੂੰ ਬਿਲਕੁਲ ਆਸ ਨਹੀਂ ਸੀ, ਕਦੀ ਸੋਚਿਆ ਹੀ ਨਹੀਂ ਸੀ ਕਿ ਮੇਰੇ ਨਾਲ ਵੀ ਇਹ ਕੁਝ ਹੋ ਸਕਦਾ। ਮੈਨੂੰ ਪਰੇਸ਼ਾਨੀ ਇਸ ਕਰਕੇ ਨਹੀਂ ਸੀ ਹੋਈ ਕਿ ਮੈਂ ਆਪ ਕਦੀ ਵਿਆਹ ਤੋਂ ਪਿੱਛੋਂ ਬਗਾਨੇ ਖੁਰਲੇ 'ਚ ਮੂੰਹ ਨਹੀਂ ਮਾਰਿਆ। ਮੇਰੇ ਲਈ ਤੇ ਉਂਝ ਦੀ ਗੱਲ ਸੀ ਜਿਵੇਂ ਕਿਸੇ ਪਰਹੇਜ਼ਗਾਰ ਤੇ ਸਿਹਤਮੰਦ ਬੰਦੇ ਨੂੰ ਦਿਲ ਦਾ ਦੌਰਾ ਪਏ ਤਾਂ ਉਹ ਬੰਦਲ ਜਾਏ। ਮੈਨੂੰ ਦੌਰਾ ਪੈ ਗਿਆ। ਉਹਦੀ ਹੈਰਾਨੀ ਵਰਗੀ ਮੇਰੀ ਹੈਰਾਨੀ ਸੀ। ਇੱਕ ਬੇਕਾਰੀ, ਦੂਜੇ ਸ਼ੀਲਾ ਦੀ ਇਹ ਕਰਤੂਤ ਦਿਲ ਬੈਠ ਗਿਆ। ਇੰਜ ਲੱਗੇ ਜਿਵੇਂ ਸਭ ਕੁਝ ਗੁਆਚ ਗਿਆ ਹੋਵੇ। ਤਾਈਓ ਜੇ ਇੱਕ ਸ਼ਾਮ ਸਾਲਾ ਪ੍ਰਗਟ ਹੋ ਗਿਆ। ਮੈਂ ਸਮਝਿਆ ਸ਼ਾਇਦ ਇਹੀ ਸ਼ੀਲਾ ਨੂੰ ਕੁਝ ਸਮਝਾਵੇ। ਹੈ ਭਾਵੇਂ ਸ਼ੀਲਾ ਨਾਲੋਂ ਛੋਟਾ ਸੀ, ਪਰ ਫਿਰ ਵੀ ਭਰਾਵਾਂ ਦੀਆਂ ਗੱਲਾਂ ਭੈਣਾਂ ਮੰਨ ਹੀ ਜਾਂਦੀਆਂ। ਪਰ ਉਹਨੂੰ ਦੱਸਾਂ ਕਿਵੇਂ? ਇਹ ਤੇ ਕਹਿ ਨਹੀਂ ਸੀ ਸਕਦਾ ਵੀ ਤੇਰੀ ਭੈਣ ਬੌਸ ਨਾਲ ਰਾਤੀ ਬਾਹਰ ਰਹਿੰਦੀ ਏ ਜਾਂ ਉਹਦੇ ਨਾਲ ਰਲੀ ਹੋਈ ਏ। ਕਸੂਤਾ ਫਸਿਆ ਸੀ। ਮਨ ਬੇਚੈਨ, ਕਦੀ-ਕਦੀ ਸੋਚਾਂ 'ਚ ਪਏ ਨੂੰ ਇੰਜ ਲੱਗੇ ਜਿਵੇਂ ਮੈਨੂੰ ਡਿਪਰੈਸ਼ਨ ਨੇ ਘੇਰ ਲਿਆ ਤੇ ਮੈਂ ਕਿਸੇ ਕੰਮ ਜੋਗਾ ਨਹੀਂ ਰਿਹਾ। ਪਰ ਫਿਰ ਆਪਣੀ ਮਾਂ ਦੀ ਗੱਲ ਚੇਤੇ ਆਈ। ਕਾਕਾ ਘਾਬਰੀ ਦਾ ਨਹੀਂ, ਕੋਈ ਰਾਹ ਲੱਭੀ ਦਾ ਏ। ਪਰ ਕਿਹੜਾ ਰਾਹ? ਕੌਣ ਦੱਸੇ? ਬਸ ਮਾਨਸਿਕ ਰੋਗਾਂ ਦੇ ਡਾਕਟਰ ਦਾ ਆਸਰਾ ਲਿਆ। ਉਹਨੇ ਮੈਨੂੰ ਸੋਫੇ ਤੇ ਲਿਟਾ ਕੇ ਜਿਉਂ ਗੱਲਾਂ ਪੁੱਛਣੀਆਂ ਸ਼ੁਰੂ ਕੀਤੀਆਂ, ਸਾਰਾ ਹੀਜ ਪਿਆਜ ਫੋਲ ਲਿਆ। ਭਾਵੇਂ ਉਹ ਗੋਰਾ ਡਾਕਟਰ ਸੀ, ਪਰ ਫਿਰ ਵੀ ਹੌਲੀ-ਹੌਲੀ ਉਹ ਇਸ ਨਤੀਜੇ ਤੇ ਅੱਪੜ ਗਿਆ ਕਿ ਮੇਰੇ ਅੰਦਰ ਬੈਠਾ ਹੋਇਆ ਹਿੰਦੁਸਤਾਨੀ ਮੈਨੂੰ ਤੰਗ ਕਰਦਾ ਹੈ। ਮੈਂ ਡਾਕਟਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਜਦੋਂ ਦਾ ਅਮਰੀਕਾ ਆਇਆ ਮੈਂ ਆਪਣੇ ਅੰਦਰੋਂ ਬਾਹਰੋਂ ਇਸ ਹਿੰਦੁਸਤਾਨੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਡੇਟਿੰਗ ਰੱਜ ਕੇ ਕੀਤੀ। ਅੱਗੋਂ ਕਹਿਣ ਲੱਗਾ, ਉਹ ਤੇਰੀ ਭੁੱਖ ਬੋਲਦੀ ਸੀ। ਮੈਂ ਸੋਚਿਆ ਸਿਆਣਾ ਅੰਦਰਲੀਆਂ ਬੁੱਝ ਲੈਂਦਾ, ਸ਼ਾਇਦ ਇਸੇ ਨੂੰ ਜਾਣੀ ਜਾਣ ਹੋਣਾ ਕਹਿੰਦੇ ਨੇ। ਮੈਂ ਕਿਹਾ, ਮੈਂ ਇੱਥੇ ਆ ਕੇ ਹਿੰਦੁਸਤਾਨੀਆਂ ਨਾਲ ਮੇਲ ਜੋਲ ਨਹੀਂ ਵਧਾਇਆ। ਇਹ ਤੇਰੀ ਹੀਨ ਭਾਵਨਾ ਸੀ। ਫਿਰ ਬੁੱਝ ਲਈ ਉਹਨੇ। ਮੈਂ ਕਿਹਾ, ਮੈਂ ਵਾਲ ਕਟਾਏ, ਸਿਗਰਟ ਪੀਣੀ ਸ਼ੁਰੂ ਕੀਤੀ। ਇਹ ਵੀ ਇਸੇ ਭਾਵਨਾ ਦਾ ਹਿੱਸਾ ਸੀ। ਤੂੰ ਕਿਸੇ ਤਰ੍ਹਾਂ ਅਮਰੀਕਨਾਂ ਨਾਲੋਂ ਵੱਖਰਾ ਨਹੀਂ ਸੀ ਲੱਗਣਾ ਚਾਹੁੰਦਾ। ਵਾਲ ਕਟਾ ਕੇ ਜਾਂ ਸਿਗਰਟ ਸ਼ੁਰੂ ਕਰਕੇ ਰੂਪ ਤੇ ਬਦਲ ਲਿਆ, ਪਰ ਰੰਗ ਤੇ ਨਹੀਂ ਬਦਲਦਾ। ਮੈਂ ਕਿਹਾ, ਕਾਲੇ ਵੀ ਤੇ ਹੈਨ। ਉਸ ਕਿਹਾ, ਉਹ ਭਾਵੇਂ ਸੈਂਕੜੇ ਸਾਲਾਂ ਦੇ ਇੱਥੇ ਨੇ, ਪਰ ਹਾਲੇ ਵੀ ਅੰਦਰੋਂ ਆਪਣੇ ਆਪ ਨੂੰ ਵੱਖਰਾ ਸਮਝਦੇ ਨੇ। ਹੀਣਾ ਵੀ, ਤੇ ਤੂੰ ਵੀ ਉਸੇ ਬਿਰਤੀ ਦਾ ਮਾਰਿਆ ਹੋਇਆ। ਤੇਰੇ ਅੰਦਰੋਂ ਵੀ ਹਿੰਦੁਸਤਾਨ ਮਰ ਨਹੀਂ ਸਕਦਾ। ਤੈਨੂੰ ਲੱਗਦਾ ਹੈ ਕਿ ਅਮਰੀਕਨਾਂ ਵਾਂਗ ਤਲਾਕ ਨੂੰ ਸਧਾਰਨ ਗੱਲ ਸਮਝੇ, ਪਰ ਸਮਝ ਨਹੀਂ ਸਕਦਾ। ਤੇਰੀ ਪਤਨੀ ਦੀ ਬੇਵਫਾਈ ਤੈਨੂੰ ਪਰਵਾਨ ਨਹੀਂ, ਟੈਨਸ਼ਨ ਹੈ। ਹੋ ਸਕਦਾ ਡਿਪਰੈਸ਼ਨ ਵਿੱਚ ਵੀ ਚਲਾ ਜਾਂਦਾ। ਚੰਗਾ ਹੋਇਆ ਤੂੰ ਮੇਰੇ ਕੋਲ ਆ ਗਿਆ। ਹੁਣ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਦੋਵਾਂ ਨੂੰ ਹੀ ਇਸ ਬਹਿਸ ਚੋਂ ਬਾਹਰ ਕੱਢ ਸਕਾਂ। ਮੈਂ ਟਾਈਪ ਕੀਤਾ। ਫਿਰ ਕੋਈ ਫਾਇਦਾ ਹੋਇਆ? ਸ਼ੀਲਾ ਨੂੰ ਉਹਨੇ ਕਿਹੜੀਆਂ ਗੱਲਾਂ ਪੁੱਛੀਆਂ ਹੋਣਗੀਆਂ? ਮਨੋਰੋਗ ਦੇ ਡਾਕਟਰਾਂ ਦੀ ਸਿਫਤ ਹੈ ਕਿ ਇੱਕ ਦੂਜੇ ਦੀ ਗੱਲ ਦਾ ਭੇਤ ਨਹੀਂ ਖੋਲਦੇ। ਮੈਂ ਨਹੀਂ ਕਹਿ ਸਕਦਾ ਕਿ ਉਹਨੇ ਸ਼ੀਲਾ ਕੋਲੋਂ ਕਿਹੜੀਆਂ ਗੱਲਾਂ ਪੁੱਛੀਆਂ। ਅੰਗ 32ਵਾਂ। ਮੈਂ ਕੁਝ ਪਲ ਟਾਈਪ ਕਰਨਾ ਬੰਦ ਕਰਦਾ ਤੇ ਆਪਣੇ ਮਨ 'ਚ ਡਾਕਟਰ ਵੱਲੋਂ ਸ਼ੀਲਾ ਨਾਲ ਹੋਈਆਂ ਗੱਲਾਂ ਬਾਰੇ ਚਿਤਾਰਦਾ। ਤੂੰ ਦਿੱਲੀ ਦੀ ਰਹਿਣ ਵਾਲੀ ਹੈ? ਜੀ। ਤੇਰਾ ਖਾਨਦਾਨ ਤੇਰੇ ਖਾਵਨ ਦੇ ਪਰਿਵਾਰ ਨਾਲੋਂ ਵਧੇਰੇ ਮਾਡਰਨ ਹੈ? ਹਾਂ। ਤੁਹਾਡੇ ਘਰ ਦਾ ਮਾਹੌਲ ਕਿਹੋ ਜਿਹਾ ਸੀ? ਬੜਾ ਵਧੀਆ, ਖੁਸ਼ਹਾਲ, ਪੜ੍ਹਿਆ ਲਿਖਿਆ, ਮਾਡਰਨ ਖਿਆਲਾਂ ਵਾਲਾ। ਕੋਈ ਰੁਕਾਵਟ? ਕਦੀ ਨਹੀਂ। ਕਿਸੇ ਨਾਲ ਯਾਰੀ ਦੋਸਤੀ? ਮੈਂ ਪੜ੍ਹਾਈ 'ਚ ਮਸਤ ਰਹਿੰਦੀ ਸੀ। ਮੇਰੇ ਮੂੰਹ ਤੇ ਕਿੱਲਾਂ ਦੇ ਡੂੰਘੇ ਦਾਗ, ਇੱਕ ਜ਼ਖਮ ਦਾ ਡੂੰਘ। ਕਿਸੇ ਧਿਆਨ ਨਹੀਂ ਦਿੱਤਾ। ਅੰਦਰੋਂ ਅੰਦਰ ਹੀ ਧੁਖਦੀ ਤਰਸਦੀ ਸੀ। ਵਿਆਹ ਤੋਂ ਪਿੱਛੋਂ ਕਿਵੇਂ ਲੱਗਾ? ਬੜਾ ਚੰਗਾ।
ਹਰਿੰਦਰ ਕੰਮ ਤੋਂ ਘਰੇ ਆਉਂਦਾ, ਚਾਹ ਵਿੱਚ ਬੜੀਆਂ ਚੀਜ਼ਾਂ ਬਣਾਉਂਦੀ, ਵਧੀਆ ਰੋਟੀ ਪਕਾਉਂਦੀ, ਰਲ ਕੇ ਖਾਂਦੇ। ਸਾਰੀਆਂ ਤਨ ਮਨ ਦੀਆਂ ਭੁੱਖਾਂ ਲੈ ਗਈਆਂ। ਉਹ ਸ਼ੱਕ ਕਿਉਂ ਕਰਦਾ? ਮੂਰਖ ਹੈ। ਅਮਰੀਕਾ ਆ ਕੇ ਵੀ ਉਹਦੇ ਅੰਦਰੋਂ ਪਿੰਡ ਨਹੀਂ ਨਿਕਲਿਆ, ਉਹ ਵੀ ਤੇ ਲੁਧਿਆਣੇ ਦਾ। ਪਿੱਛਾ ਪਿੰਡੂ ਇਹ ਲੁਧਿਆਣੇ ਦਾ ਆ ਕੇ ਬਸ ਜਾਣ ਨਾਲ ਬੰਦਾ ਸ਼ਹਿਰੀ ਨਹੀਂ ਬਣ ਜਾਂਦਾ, ਜਿਵੇਂ ਅਮਰੀਕਾ ਆ ਕੇ ਬੰਦਾ ਅਮਰੀਕਨ ਨਹੀਂ ਬਣ ਜਾਂਦਾ। ਉਹਨਾਂ ਦਾ ਖਾਨਦਾਨ ਵੀ ਪੜ੍ਹਿਆ ਲਿਖਿਆ ਹੋਇਆ, ਪਰ ਉਹਨਾਂ ਦੇ ਅੰਦਰੋਂ ਉਹਨਾਂ ਦਾ ਪਾਕਿਸਤਾਨ ਰਹਿ ਗਿਆ, ਪਿੰਡ ਨਹੀਂ ਨਿਕਲਿਆ। ਬੇਬੀ ਅੱਜ ਕੱਲ ਕਿਹਦੇ ਕੋਲੇ? ਮੇਰੇ ਕੋਲੇ। ਉਹ ਮਿਲਦਾ ਸ਼ਨੀ ਐਤ ਮਿਲ ਸਕਦਾ। ਤੂੰ ਕੱਲੀ ਪਾਲ ਲਏਂਗੀ? ਮੈਂ ਉਹਨੂੰ ਇੰਗਲੈਂਡ ਲੈ ਜਾਵਾਂਗੀ, ਨਾਨੀ ਕੋਲ ਰਹੇਗੀ। ਬੇਬੀ ਲਈ ਠੀਕ ਰਹੇਗਾ, ਸਾਡੇ ਕਲੇਸ਼ ਤੋਂ ਬਚੀ ਰਹੇਗੀ। ਸੋਚਦਿਆਂ ਸੋਚਦਿਆਂ ਮੈਂ ਰੁਕ ਜਾਣਾ। ਇਹ ਤੇ ਡਾਕਟਰ ਨੂੰ ਅੱਗੋਂ ਸਮਝਾਉਣ ਲੱਗ ਪਈ ਹੈ। ਅਸਲ 'ਚ ਤੇ ਡਾਕਟਰ ਨੇ ਇਹਦੇ ਮਾਮਲੇ ਨੂੰ ਸਮਝਣਾ ਹੈ। ਲੱਗਦਾ ਮੇਰੇ ਅੰਦਰੋਂ ਹੀ ਸਾਰੀਆਂ ਗੱਲਾਂ ਨਿਕਲਦੀਆਂ ਪਈਆਂ ਨੇ। 25 ਸਾਲ ਪੁਰਾਣੀਆਂ ਗੱਲਾਂ ਨਾ ਹਰਿੰਦਰ ਦੱਸ ਸਕਦਾ, ਨਾ ਮੈਂ ਚਿਤਵ ਸਕਦਾ। ਮੈਂ ਟਾਈਪ ਕੀਤਾ, ਮੈਂ ਕੁਝ ਸੋਚਣ ਲੱਗ ਪਿਆ ਸਾਂ। ਇਹ ਦੱਸ, ਡਾਕਟਰ ਕੋਲ ਜਾਣ ਦਾ ਕੋਈ ਫਾਇਦਾ ਹੋਇਆ? ਫਾਇਦਾ ਤੇ ਸਿਰਫ ਇੰਨਾ ਹੋਇਆ ਕਿ ਮੈਨੂੰ ਡਿਪਰੈਸ਼ਨ ਨਹੀਂ ਹੋਇਆ ਤੇ ਮੈਂ ਸਾਰੀ ਸਮੱਸਿਆ ਨੂੰ ਸੰਭਾਲਣ ਲਈ ਲੰਗੋਟੇ ਕੱਸ ਲਏ। ਤੇ ਜੇ ਲੰਗੋਟ ਨਾ ਕੱਸਦੇ ਤਾਂ ਸ਼ਾਇਦ ਉਹ ਬਸ ਨਾ ਰਲਦੀ। ਝੇਡਾ ਨਾ ਕਰ। ਹਵਾਈ ਅੱਡੇ ਤੇ ਜੋ ਕੁਝ ਹੋਇਆ ਉਹਦਾ ਤੈਨੂੰ ਪਤਾ ਹੀ ਹੈ। ਮੈਨੂੰ ਉਹਨੇ ਜੇਲ੍ਹ ਭਜਵਾਇਆ, ਇਹ ਵੀ ਤੈਨੂੰ ਪਤਾ ਹੈ। ਆਹੋ, ਮੈਨੂੰ ਇਹ ਪਤਾ ਹੈ ਵੀ ਤੇਰੀ ਜ਼ਮਾਨਤ ਵੀ ਕਿਸੇ ਸਿੱਖ ਨਹੀਂ ਦਿੱਤੀ ਸੀ। ਆਹੋ, ਉਦੋਂ ਮੈਂ ਹਿੰਦੁਸਤਾਨੀ ਐਸੋਸੀਏਸ਼ਨ ਦਾ ਪ੍ਰਧਾਨ ਜੋ ਸੀ। ਅੱਛਾ, ਇਹ ਦੱਸ ਹੋਰ ਕਿਹੜੀਆਂ ਗੱਲਾਂ ਹੋਈਆਂ ਡਾਕਟਰ ਨਾਲ? ਪਤਾ ਨਹੀਂ ਉਹਨੂੰ ਕਾਹਦੀ ਹਮਦਰਦੀ ਸੀ। ਕਹਿਣ ਲੱਗਾ, ਵਕੀਲਾਂ ਦੇ ਚੱਕਰ 'ਚ ਨਾ ਪਿਆ ਜੀ, ਉੱਜੜ ਜਾਓਗੇ। ਕਿਵੇਂ ਗੁਜ਼ਾਰਾ ਹੋਇਆ ਫਿਰ? ਬਸ ਇਧਰੋਂ ਉਧਰੋਂ ਫੜ ਕੇ ਗੁਜ਼ਾਰਾ ਕੀਤਾ। ਵਕੀਲਾਂ ਦੀਆਂ ਫੀਸਾਂ ਹੀ ਬੜੀਆਂ ਸੀ। ਮੈਂ ਟਾਈਪ ਕਰਨਾ ਛੱਡ ਕੇ ਉਸ ਗੱਲ ਨੂੰ ਚੇਤੇ ਕਰਨ ਲੱਗ ਪਿਆ ਜਿਹੜੀ ਬੇਬੀ ਦੇ ਇੱਥੇ ਹੁੰਦਿਆਂ ਮੇਰੇ ਕੰਨੀ ਪਈ ਸੀ। ਅਸਲ 'ਚ ਹਰਿੰਦਰ ਨੇ ਆਪਣੀ ਡਾਕਟਰ ਭੈਣ ਗੁੱਡੀ ਕੋਲੋਂ $3000 ਉਧਾਰੇ ਲਏ ਸੀ ਤੇ ਕਈ ਸਾਲ ਮੋੜਨ ਦਾ ਨਾਂ ਨਹੀਂ ਸੀ ਲਿਆ। ਤਾਂ ਉਹਨੇ ਚਾਚਾ ਜੀ ਦੇ ਆਪਰੇਸ਼ਨ ਵੇਲੇ ਕਈਆਂ ਦੇ ਕੰਨੀ ਪੈਂਦੀ ਆਵਾਜ਼ 'ਚ ਪੈਸੇ ਵਾਪਸ ਮੰਗੇ। ਅੱਗੋਂ ਰੋਣ ਹਾਕੇ ਹੋਏ ਹਰਿੰਦਰ ਨੇ ਅਮਰੀਕਾ ਪਰਤ ਕੇ ਮੋੜ ਦਿੱਤੇ। ਪਰ ਕੰਪਿਊਟਰ ਤੇ ਬੈਠਿਆ ਮੈਨੂੰ ਇਹ ਵੀ ਸ਼ੱਕ ਸੀ ਕਿ ਹਰਿੰਦਰ ਗੁੱਡੀ ਕੋਲੋਂ ਪੈਸੇ ਉਧਾਰ ਲੈਣ ਦੀ ਗੱਲ ਦਾ ਜ਼ਿਕਰ ਨਹੀਂ ਕਰੇਗਾ। ਹੋਇਆ ਵੀ ਇੰਜ ਹੀ। ਚੱਲ ਬੀਤ ਗਈ ਸੋ ਬੀਤ ਗਈ। ਹੁਣ ਸੁਣਾ, ਜੁੜਿਆ ਕਿਸੇ ਨਾਲ ਕਾਂਟਾ? ਨਹੀਂ, ਹਾਲੇ ਤਾਈਂ ਤੇ ਨਹੀਂ ਜੁੜਿਆ, ਬਾਕੀ ਵੇਖੋ। ਅੱਛਾ ਫਿਰ ਬਾਈ, ਰਾਤ ਬੜੀ ਹੋ ਗਈ ਹੈ, ਸਾਰੇ ਸੌਂ ਗਏ ਨੇ। ਤੇਰੇ ਸਾਲੇ ਦੀ ਗੱਲ ਕੱਲ ਕਰਾਂਗੇ। ਆਹੋ, ਹੁਣ ਤੇ ਨਾ ਸ਼ੀਲਾ ਰਹੀ ਹੈ ਤੇ ਨਾ ਉਹਦੇ ਭਰਾ ਮੇਰੇ ਦੁਆਰੇ ਆ ਸਕਦਾ। ਤੇ ਸ਼ੀਲਾ ਵਿਚਾਰੀ ਤੇ ਕੈਂਸਰ ਨਾਲ ਚੱਲ ਵਸੀ ਤੇ ਉਹਦਾ ਭਰਾ, ਉਹ ਹੈ ਤੇ ਕਿਧਰੇ ਅਮਰੀਕਾ ਵਿੱਚ ਹੀ, ਪਰ ਮੈਨੂੰ ਪੱਕਾ ਨਹੀਂ ਪਤਾ। ਆਹੋ, ਕਹਿੰਦੇ ਨੇ ਪਿੱਛਾ ਰਿਹਾ ਦੂਰ। ਅੱਛਾ ਬਾਈ। ਅੰਗ 33ਵਾਂ। ਡਾਕਟਰ ਨੇ ਸ਼ੀਲਾ ਨੂੰ ਪੁੱਛਿਆ, ਤੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਕਿਉਂ ਮਾਰਨਾ ਚਾਹੁੰਦੀ ਹੈ? ਮੈਂ ਤੇ ਕੋਈ ਨਹੀਂ ਕਿਹਾ ਕਿ ਮੈਨੂੰ ਠੀਕ ਠੀਕ ਦੱਸਣ 'ਚ ਕੋਈ ਹਰਜ ਨਹੀਂ। ਬਸ ਮੈਨੂੰ ਇੰਜ ਜਾਪਿਆ ਜਿਵੇਂ ਪ੍ਰੈਜ਼ੀਡੈਂਟ ਹੀ ਸਾਡੀਆਂ ਸਾਰੀਆਂ ਤਕਲੀਫਾਂ ਦਾ ਜ਼ਿੰਮੇਵਾਰ ਹੈ। ਉਹ ਕਿਵੇਂ? ਉਹਨੇ ਜਿਹੜੀਆਂ ਪਾਲਿਸੀਆਂ ਬਣਾਈਆਂ ਨੇ ਉਹਦੇ ਕਰਕੇ ਹੀ ਹਰਿੰਦਰ ਬੇਕਾਰ ਹੋਇਆ। ਤੁਸੀਂ ਅਮਰੀਕਨ ਸਾਨੂੰ ਹਿੰਦੁਸਤਾਨੀਆਂ ਨੂੰ ਕੀੜੇ ਮਕੌੜੇ ਹੀ ਸਮਝਦੇ ਹੋ, ਚੰਗੀ ਰਹਿਣੀ ਦੇ ਲਾਇਕ ਨਹੀਂ ਸਮਝਦੇ। ਪਰ ਸਰਕਾਰਾਂ ਦੀਆਂ ਨੀਤੀਆਂ ਨਾਲ ਲੜਨਾ ਸੌਖਾ ਨਹੀਂ। ਸਾਡਾ ਬਾਪ ਸਾਰੀ ਉਮਰ ਲੜਦਾ ਰਿਹਾ। ਉਹ ਖੱਬੇ ਪੱਖੀ ਹੈ। ਪਤਾ ਨਹੀਂ, ਪਰ ਅਸੀਂ ਸਾਰੇ ਟੱਬਰ ਨੇ ਸਰਕਾਰ ਦੀਆਂ ਗੱਲਾਂ ਕਦੇ ਨਹੀਂ ਮੰਨੀਆਂ। ਇਹਦੇ 'ਚ ਤੇਰੇ ਖਾਵਨ ਦਾ ਕੀ ਕਸੂਰ? ਉਹ ਵੀ ਸਰਕਾਰ ਵਾਂਗ ਵਿਹਾਰ ਕਰਦਾ। ਕਿਵੇਂ? ਅਫਸਰਾਂ ਵਾਂਗ ਚੁੱਪ ਰਹਿੰਦਾ ਹੈ, ਸੋਚਦਾ ਮੈਂ ਉਹਦੇ ਇਸ਼ਾਰੇ ਸਮਝਾਂ। ਅੱਖ ਨਾਲ ਇਸ਼ਾਰੇ ਕਰਦਾ ਜਿਵੇਂ ਰਾਜਾ ਹੋਵੇ, ਮੈਂ ਉਹਦੀ ਗੋਲੀ। ਆ ਕੇ ਅਖਬਾਰ ਪੜ੍ਹਨ ਲੱਗ ਪੈਂਦਾ। ਸਾਰਾ ਦਿਨ ਪਤਾ ਨਹੀਂ ਕੀ ਕਰਦਾ। ਨੌਕਰੀ ਉਹਦੀ ਹੈ ਨਹੀਂ, ਇੰਜ ਵੇਖੇਗਾ ਜਿਵੇਂ ਦਿਹਾੜੀ ਲਾ ਕੇ ਆਇਆ ਹੋਵੇ। ਕੰਮ ਨਾ ਕਾਜ ਦਾ, ਦੁਸ਼ਮਣਾ ਨਾ ਇਹਦਾ। ਕਹਿੰਦਾ ਬਾਸ ਨਾਲ ਟੂਰ ਤੇ ਨਾ ਜਾਇਆ ਕਰ। ਰਾਤੀ ਕਿੱਥੇ ਆਉਂਦੇ ਹੋ? ਕਮਰੇ ਤੁਹਾਡੇ ਨਾਲ ਹੁੰਦੇ ਨੇ ਕਿ ਦੂਰ ਦੂਰ? ਤੇ ਰਾਤੀ ਮੇਰੀ ਯਾਦ ਆਉਂਦੀ ਹੈ। ਇੰਨੀ ਥੱਕੀ ਹੁੰਨੀ ਹੈ ਕਿ ਪਤਾ ਹੀ ਨਹੀਂ ਲੱਗਦਾ ਕਿਸ ਵੇਲੇ ਨੀਂਦਰ ਆ ਜਾਂਦੀ ਹੈ। ਮੈਂ ਸੋਚਿਆ, ਹਰਿੰਦਰ ਨੂੰ ਇੰਨੀਆਂ ਗੱਲਾਂ ਦਾ ਕਿਵੇਂ ਪਤਾ ਲੱਗ ਗਿਆ? ਡਾਕਟਰ ਤੇ ਖਾਵੰਦ ਨੂੰ ਕੁਝ ਨਹੀਂ ਦੱਸਦੇ, ਆਪਣੇ ਕੋਲੋਂ ਤਾਂ ਨਹੀਂ ਪਿਆ ਘੜਦਾ। ਅਚਾਨਕ ਮੈਨੂੰ ਸੁੱਝੀ ਕਿ ਸਾਰੀਆਂ ਗੱਲਾਂ ਹਰਿੰਦਰ ਨੇ ਆਪਣੇ ਕੋਲੋਂ ਘੜੀਆਂ ਨੇ। ਖੌਰੇ ਗੱਲਾਂ ਜਿਹੜੀਆਂ ਉਹਨੂੰ ਸ਼ੀਲਾ ਨੇ ਕਦੀ ਹਰਿੰਦਰ ਨੂੰ ਕਹੀਆਂ ਹੋਣ ਤੇ ਅੱਜ ਆਪਣੇ ਮਨੋਂ ਡਾਕਟਰ ਦੀ ਪੁੱਛ ਨਾਲ ਜੋੜ ਲਈਆਂ ਹੋਣ। ਇੱਕ ਹੋਰ ਗੱਲ ਜਿਹੜੀ ਅਚਾਨਕ ਮੈਨੂੰ ਔੜੀ, ਉਹ ਮਾਰਗਰੇਟ ਨੂੰ ਘਰੇ ਬਿਠਾ ਰੱਖਣ ਬਾਰੇ ਸੀ। ਸ਼ੀਲਾ ਨੌਕਰੀ ਕਰਦੀ ਸੀ। ਹਰਿੰਦਰ ਨੂੰ ਸ਼ੱਕ ਹੋਇਆ ਬੌਸ ਨਾਲ ਟੂਰ ਤੇ ਜਾਣ ਕਰਕੇ। ਫਿਰ
ਰੀਤਾ ਵੀ ਗਈ ਕਿਉਂਕਿ ਉਹ ਵੀ ਨੌਕਰੀ ਕਰਦੀ ਸੀ, ਆਪਣੇ ਯਾਰ ਨਾਲ ਚਲੀ ਗਈ। ਇਹ ਰੀਤਾ ਤੇ ਆਪਣੀ ਉਸ ਯਾਰ ਨਾਲ ਗਈ ਜਿਸ ਨਾਲ ਉਹ ਜੌਨ ਲੈਨਨ ਦੇ ਸੰਗੀਤ ਬਾਰੇ ਗੱਲਾਂ ਕਰਦੀ ਹੁੰਦੀ ਸੀ। ਜਦੋਂ ਲੈਨਨ ਮਰਿਆ ਹੈ ਉਦੋਂ ਦੋਵੇਂ ਮਿਲੇ ਤੇ ਉਸ ਬੰਦੇ ਨੇ ਰੀਤਾ ਨੂੰ ਵਿਆਹ ਦਾ ਸੁਝਾਅ ਦਿੱਤਾ। ਉਦੋਂ ਜਦੋਂ ਹਰਿੰਦਰ ਨੇ ਵੀਰ ਜੀ ਨੂੰ ਰੀਤਾ ਨਾਲੋਂ ਤਲਾਕ ਦੀ ਗੱਲ ਲਿਖੀ ਤਾਂ ਉਹ ਹੈਰਾਨ ਨਹੀਂ ਸੀ ਹੋਏ। ਅਸਲ 'ਚ ਉਦੋਂ ਚਾਚੀ ਜੀ ਉੱਥੇ ਹੀ ਸਨ ਤੇ ਸ਼ੀਤੂ ਨੇ ਨਵੇਂ ਜੰਮੇ ਬਾਲ ਨੂੰ ਇਸ ਲਈ ਅਮਰੀਕਾ ਲੈ ਗਏ ਸਨ ਕਿ ਉਹਨੂੰ ਹਰਿੰਦਰ ਗੋਦੀ ਲੈ ਲਵੇ। ਪਰ ਜਦੋਂ ਹਰਿੰਦਰ ਹਿੰਦੁਸਤਾਨ ਆਇਆ ਤਾਂ ਉਸ ਤਲਾਕ ਨੂੰ ਕਈ ਸਾਲ ਹੋ ਚੁੱਕੇ ਸਨ। ਉਦੋਂ ਫੋਨ ਤੇ ਆ ਗਿਆ ਸੀ, ਮੈਂ ਆਇਆ ਹੋਇਆ, ਵਕਤ ਲੱਗਣ ਤੇ ਤੇਰੇ ਵੱਲ ਆਵਾਂਗਾ। ਕਿਹੜੇ ਕੰਮ 'ਚ ਰੁੱਝਿਆ ਹੋਇਆ? ਦੰਦ ਠੀਕ ਕਰਵਾਉਣੇ ਨੇ, 2 ਦਾੜਾਂ ਟੁੱਟੀਆਂ ਹੋਈਆਂ ਨੇ, ਉਹ ਲਵਾਉਣੀਆਂ ਨੇ, ਅਣਖ ਦਾ ਨਵਾਂ ਨੰਬਰ ਲੈਣਾ ਤੇ ਅਣਖ ਬਣਵਾਉਣੀ ਹੈ। ਚੱਲ ਠੀਕ ਏ, ਵੇਲ ਹੋਏ ਤਾਂ ਆ ਜਾਈ, ਦਫ਼ਤਰੋਂ ਆ ਕੇ ਮੈਂ ਘਰੇ ਹੀ ਹੁੰਨਾ। ਉਹ ਆਇਆ, ਪਤਨੀ ਚਾਹ ਬਣਾਉਂਦੀ ਪਈ ਸੀ ਤੇ ਉਹਦੇ ਲਈ ਵੀ ਆ ਗਈ। ਕਹਿਣ ਲੱਗਾ ਇਹ ਵੇਲਾ ਚਾਹ ਦਾ ਤੇ ਨਹੀਂ ਹੁੰਦਾ, ਕੌੜਾ ਕਰ ਦਿੰਨੇ ਆ। ਵਿਸਕੀ ਕੇ ਬਰਾਂਡੀ? ਕੁਛ ਨਹੀਂ, ਮੈਂ ਤੇ ਸੁਭਾਕੀ ਗੱਲ ਕੀਤੀ ਸੀ, ਮੈਂ ਵੀ ਕਦੀ ਕਦੀ ਪੀਣਾ। ਅਸਲ 'ਚ ਹਰਿੰਦਰ ਦੀਆਂ ਗੱਲਾਂ ਮੈਨੂੰ ਭੰਬਲ ਭੁੱਸੇ ਪਾਈ ਰੱਖਦੀਆਂ ਸੀ। ਕਦੀ ਸ਼ੀਲਾ, ਕਦੀ ਰੀਤਾ, ਕਦੀ ਮਾਰਗਰੇਟ, ਕਦੀ ਜੇਲ੍ਹ, ਕਦੀ ਪੁਲਿਸ, ਕਦੀ ਜਾਸੂਸੀ। ਉਹ ਵੀ ਤੇ ਵੇਲਾ ਸੀ ਹਰਿੰਦਰ ਨੇ ਸ਼ੀਲਾ ਪਿੱਛੇ ਜਾਸੂਸ ਲਾਏ ਸਨ। ਜਾਸੂਸ ਨੇ ਉਹਨੂੰ ਦੱਸਿਆ ਸੀ ਕਿ ਸ਼ੀਲਾ ਆਪਣੇ ਬੌਸ ਦੀ ਬਾਂਹ 'ਚ ਬਾਂਹ ਪਾ ਕੇ ਡਿਨਰ ਤੇ ਗਈ ਸੀ। ਫਿਰ ਸਮਝ ਆਈ ਕਿ ਹਰਿੰਦਰ ਨੇ ਜਿਹੜੀ ਇਹ ਗੱਲ ਕਹੀ ਸੀ ਕਿ ਉਹਦੇ ਦੋਸਤ ਨੇ ਸ਼ੀਲਾ ਨੂੰ ਬੌਸ ਨਾਲ ਹੋਟਲ 'ਚ ਤੱਕਿਆ ਸੀ, ਉਹ ਦੋਸਤ ਨਹੀਂ ਸਗੋਂ ਹਰਿੰਦਰ ਵੱਲੋਂ ਪਿੱਛੇ ਲਾਇਆ ਗਿਆ ਜਾਸੂਸ ਸੀ। ਉਸੇ ਜਾਸੂਸ ਨੇ ਉਹਨੂੰ ਇਹ ਖਬਰ ਵੀ ਦਿੱਤੀ ਸੀ ਕਿ ਸ਼ੀਲਾ ਬੇਬੀ ਨੂੰ ਇੰਗਲੈਂਡ ਲੈ ਚੱਲੀਏ ਤੇ ਉਹ ਪੁਲਿਸ ਨੂੰ ਲੈ ਕੇ ਹਵਾਈ ਅੱਡੇ ਤੇ ਅੱਪੜ ਗਿਆ ਸੀ। ਅਮਰੀਕਾ ਦੀ ਗੁੰਝਲਾਂ ਭਰੀ ਦੁਨੀਆ ਬਾਰੇ ਸੁਣ ਕੇ ਮੈਂ ਹੈਰਾਨ ਵੀ ਹੁੰਦਾ ਸਾਂ ਤੇ ਫਿਰ ਸੋਚਦਾ ਸਾਂ ਮੈਨੂੰ ਕੀ, ਪਰ ਮੈਂ ਵਾਅਦਾ ਕੀਤਾ ਹੈ ਤੁਹਾਨੂੰ ਉਹਦੀ ਕਹਾਣੀ ਸੁਣਾਉਣ ਦਾ। ਅੰਗ 34ਵਾਂ। ਜਦੋਂ ਮੈਨੂੰ FBI ਨੇ ਫੜਿਆ ਤਾਂ ਤੂੰ ਕੀ ਮਹਿਸੂਸ ਕੀਤਾ ਸੀ? ਸਿਰਫ ਗੁੱਸਾ ਸੀ। ਕਾਹਦਾ ਆਜ਼ਾਦ ਦੇਸ਼ ਹੈ ਜਿੱਥੇ ਬੰਦਾ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਨਹੀਂ ਕਰ ਸਕਦਾ? ਪ੍ਰੈਜ਼ੀਡੈਂਟ ਨੂੰ ਮਾਰਨ ਦੀ ਗੱਲ ਨੂੰ ਤੂੰ ਕੀ ਸਮਝਦੀ ਹੈ? ਆਜ਼ਾਦੀ ਦਾ ਪ੍ਰਗਟਾਵਾ। ਕਿਸੇ ਦੀ ਜਾਨ ਲੈਣ ਦੀ ਧਮਕੀ ਨੂੰ ਕੀ ਕਹਿੰਦੇ ਨੇ? ਇਹਨੂੰ ਜੁਰਮ ਮੰਨਣਾ ਚਾਹੀਦਾ ਕਿ ਨਹੀਂ? ਕਾਹਦਾ ਜੁਰਮ? ਮੈਂ ਕੋਈ ਉਹਨੂੰ ਮਾਰ ਦਿੱਤਾ ਸੀ? ਜੁਰਮ ਤੇ ਫੜੇ ਜਾਣ ਦਾ ਹੈ, ਨਾ ਫੜੀ ਜਾਂਦੀ ਤਾਂ ਕੋਈ ਜੁਰਮ ਨਹੀਂ ਸੀ। ਅੱਛਾ, ਉਨੀ ਦਿਨੀ ਤੂੰ ਕੋਈ ਦਵਾਈ ਖਾਂਦੀ ਹੁੰਦੀ ਸੀ? ਹਾਂ, ਟ੍ਰੈਂਕੁਲਾਈਜ਼ਰ ਲੈਂਦੀ ਸੀ। ਕਿਉਂ? ਬਸ ਮਨ ਬੇਚੈਨ ਰਹਿੰਦਾ ਸੀ। ਕੋਈ ਖਾਸ ਕਾਰਨ? ਹਰਿੰਦਰ ਦੀ ਨੌਕਰੀ ਨਹੀਂ ਸੀ, ਵਿਹਲਾ ਸੀ, ਮੈਂ ਨੌਕਰੀ ਕਰਦੀ ਸੀ, ਭੱਜੀ ਫਿਰਦੀ ਸੀ, ਬੌਸ ਨਾਲ ਬਾਹਰ ਵੀ ਜਾਣਾ ਪੈਂਦਾ ਸੀ ਤੇ ਫਿਰ ਸਾਡੇ 'ਚ ਵਿੱਥ ਪੈਣੀ ਸ਼ੁਰੂ ਹੋ ਗਈ। ਉਸ ਵੇਲੇ ਤੂੰ ਕੀ ਮਹਿਸੂਸ ਕਰਦੀ ਸੀ? ਬਸ ਘੁੱਟਣ ਜੀ ਮਹਿਸੂਸ ਹੁੰਦੀ ਸੀ, ਜੀ ਕਰਦਾ ਸੀ ਕਿਧਰੇ ਚਲੀ ਜਾਵਾਂ, ਭੱਜ ਜਾਵਾਂ। ਕਦੀ ਹਰਿੰਦਰ ਕੋਲੋਂ ਵੱਖ ਹੋਣ ਦਾ ਖਿਆਲ ਵੀ ਆਇਆ। ਕਈ ਵਾਰੀ ਸੋਚਦੀ ਸਾਂ ਜਾਓ ਮਰ ਜਾਏ ਜਾਂ ਮੈਂ ਮਰ ਜਾ। ਤੇ ਬੇਬੀ ਦੇ ਬਾਰੇ ਕੀ ਸੋਚਿਆ ਸਹੀ? ਵੇਖੀ ਜਾਏਗੀ, ਜਦੋਂ ਵੱਖ ਹੋਏ ਰਹੇਗੀ ਤੇ ਮੇਰੇ ਕੋਲ ਹੀ। ਮੈਂ ਤੇ ਇਹੀ ਸਲਾਹ ਦੇਵਾਂਗਾ ਕਿ ਆਪਣੀ ਹਉਮੈ ਛੱਡੋ ਤੇ ਬੇਬੀ ਦਾ ਖਿਆਲ ਕਰਕੇ ਸੁਲ੍ਹਾ ਸਫਾਈ ਕਰ ਲਓ। ਕਿਉਂ? ਉਸ ਆਦਮੀ ਨਾਲ ਸੁਲ੍ਹਾ ਕਰ ਲਵਾਂ ਜਿਹਨੇ ਮੇਰੇ ਤੇ ਸ਼ੱਕ ਕੀਤਾ, ਮੇਰੇ ਪਿੱਛੇ ਜਸੂਸ ਲਾਇਆ। ਜਿਸ ਰਿਸ਼ਤੇ ਵਿੱਚੋਂ ਵਿਸ਼ਵਾਸ ਹੀ ਉੱਠ ਜਾਏ ਉਸ ਰਿਸ਼ਤੇ ਦਾ ਬਣਿਆ ਰਹਿਣਾ ਮੁਸ਼ਕਲ ਹੀ ਨਹੀਂ, ਅਸੰਭਵ ਹੈ। ਅੱਛਾ ਇਹ ਦੱਸ, ਜਦੋਂ ਬੇਬੀ ਨੂੰ ਤੱਕਦੀ ਹੈ ਤੇਰੇ ਮਨ 'ਚ ਕੀ ਆਉਂਦਾ? ਮੇਰੇ ਜਿਗਰ ਦਾ ਟੁਕੜਾ ਹੈ, ਉਹਦੇ ਲਈ ਸੋਚੋ। ਤੁਹਾਡੇ ਹਿੰਦੁਸਤਾਨ ਵਿੱਚ ਤੇ ਬੜੀ ਮਸ਼ਹੂਰ ਲੋਕੋਕਤੀ ਹੈ, ਪੁੱਤੀ ਗੰਢ ਪਵੇ ਸੰਸਾਰ। ਸ਼ੀਲਾ ਚੁੱਪ ਰਹਿੰਦੀ ਹੈ, ਸੋਚਦੀ ਹੈ, ਫਿਰ ਇੰਝ ਆਵਾਜ਼ ਆਈ ਜਿਵੇਂ ਡੂੰਘੇ ਖੋਹ 'ਚ ਬੋਲਦੀ ਹੋਵੇ। ਇਸੇ ਲਈ ਤੇ ਮੈਂ ਮਰਨਾ ਨਹੀਂ ਚਾਹੁੰਦੀ। ਕਦੀ ਮਰਨ ਦਾ ਖਿਆਲ ਆਇਆ? ਹਾਂ, ਇੱਕ ਵਾਰੀ ਨੀਂਦਰ ਦੀਆਂ ਗੋਲੀਆਂ ਵੀ ਖਾਧੀਆਂ ਸਨ। ਕਦੋਂ ਦੀ ਗੱਲ ਹੈ? ਸਾਲ ਹੋ ਚੱਲਿਆ। ਹਸਪਤਾਲ ਗਈ ਫਿਰ? ਹਾਂ, ਮੈਂਟਲ ਹਸਪਤਾਲ। ਉਹ ਲਿਜਾ ਨਹੀਂ ਸਕਦੇ ਇੰਝ। ਨਾਲ ਪ੍ਰੈਜ਼ੀਡੈਂਟ ਵਾਲੀ ਗੱਲ ਰਲ ਗਈ। ਉਹ ਫੜਨ ਆਏ, ਮੈਂ ਗੋਲੀਆਂ ਖਾ ਲਈਆਂ, ਕੁਰਸੀ ਤੇ ਬੈਠੀ ਬੈਠੀ ਬੇਹੋਸ਼ ਹੋਈ ਤਾਂ ਪਤਾ ਲੱਗਾ। ਹੁਣ ਤੇ ਕਦੀ ਨਹੀਂ ਇਸ ਕਿਸਮ ਦਾ ਖਿਆਲ ਆਇਆ। ਨਹੀਂ, ਹੁਣ ਤੇ ਜੀ ਕਰਦਾ ਹੈ ਉਹਨੂੰ ਗੋਲੀਆਂ ਖਵਾ ਦੇਵਾਂ। ਸ਼ੀਲਾ ਕਚੀਚੀ ਵੱਟਦੀ ਹੈ। ਡਾਕਟਰ ਘੜੀ ਵੱਲ ਤੱਕਦਾ। 1 ਘੰਟਾ ਬੀਤ ਗਿਆ। ਦੂਜੇ ਮਰੀਜ਼ ਨੂੰ ਬੁਲਾਇਆ ਹੋਇਆ। ਸ਼ੀਲਾ ਨੂੰ ਕਹਿੰਦਾ ਅੱਖਾਂ ਖੋਲ ਲੈ, ਪਰਦੇ 'ਚੋਂ ਬਾਹਰ ਆ ਜਾ, ਬਹਿ ਜਾ, ਮੈਂ ਦਵਾਈ ਲਿਖ ਦਿੱਤੀ ਹੈ, 2 ਵੇਲੇ ਖਾਣੀ ਹੈ, ਥੋੜੀ ਨੀਂਦਰ ਆਏਗੀ, ਗੱਡੀ ਨਹੀਂ ਚਲਾਉਣੀ, ਮਨ ਸ਼ਾਂਤ ਰੱਖਣਾ ਹੈ, ਪਿਛਲੀਆਂ ਗੱਲਾਂ ਚੇਤੇ ਨਹੀਂ ਰੱਖਣੀਆਂ। ਮੈਂ ਕੰਪਿਊਟਰ ਸਕਰੀਨ ਤੇ ਗੱਲਾਂ ਆਪੇ ਲਿਖੀਆਂ, ਆਪੇ ਮਿਟਾ ਦਿੱਤੀਆਂ। ਲੱਗਦਾ ਹਰਿੰਦਰ ਬਾਰੇ ਸੋਚਦਿਆਂ ਤੇ ਉਹਦੀਆਂ ਗੱਲਾਂ ਦੱਸਦਿਆਂ ਤੇ ਚਿਤਵਦਿਆਂ ਮੇਰਾ ਆਪਣਾ ਦਿਮਾਗ ਖਰਾਬ ਹੋ ਗਿਆ। ਅੰਗ 35ਵਾਂ। ਜਦੋਂ ਡਾਕਟਰ ਗੁੱਡੀ ਹਿੰਦੁਸਤਾਨ ਆਈ ਸੀ ਉਦੋਂ ਮੈਂ ਵੀਰ ਜੀ ਨੂੰ ਪੁੱਛਿਆ ਸੀ, ਤੁਸੀਂ ਵੀ ਅਮਰੀਕਾ ਹੋ ਆਓ, ਕੀ ਕਰਨਾ ਜਾ ਕੇ ਉੱਥੇ, ਇੱਥੇ ਹੀ ਚੰਗੇ ਆ। ਤੁਹਾਡਾ ਜੀ ਨਹੀਂ ਕਰਦਾ ਉੱਥੇ ਜਾਣ ਨੂੰ? ਕਦੀ ਕਦੀ ਕਰਦਾ, ਪਰ ਲਿਲਕ ਕੋਈ ਨਹੀਂ।
ਮੈਂ ਸਹੀ ਕੀਤਾ ਕਿ ਉੱਥੋਂ ਦੀ ਜ਼ਿੰਦਗੀ ਬਾਰੇ ਪੜ੍ਹ ਸੁਣ ਕੇ ਜਾਂ ਟੀਵੀ ਤੇ ਵੇਖ ਕੇ ਇੱਕ ਅਚੇਤ ਜਿਹੀ ਇੱਛਾ ਵੀਰ ਜੀ ਦੇ ਮਨ 'ਚ ਜ਼ਰੂਰ ਆਈ ਹੋਏਗੀ, ਕਿਉਂਕਿ ਇਹ ਗੱਲ ਕਰਕੇ ਉਹਨਾਂ ਦਾ ਨਿੱਕਾ ਜਿਹਾ ਹੌਕਾ ਨਿਕਲ ਗਿਆ ਸੀ। ਪਰ ਇਹ ਹੌਕਾ ਇੰਨਾ ਵੱਡਾ ਵੀ ਨਹੀਂ ਸੀ ਕਿ ਉਹਦੇ ਵਿੱਚੋਂ ਕੋਈ ਈਰਖਾ ਦੀ ਪਛਾਣ ਹੋ ਸਕੇ। ਭਾਵੇਂ ਉਹ ਕਈ ਵਾਰ ਕਹਿ ਚੁੱਕੇ ਸਨ, ਜਿਹੜੇ ਅੱਗੇ ਗਏ ਨੇ ਉਹਨਾਂ ਨੇ ਕਿਹੜਾ ਪੂਰੀਆਂ ਪਾ ਲਈਆਂ ਨੇ। ਭੱਜੋ ਭੱਜ ਤੇ ਨਾਲੇ 2-2-3 ਵਾਰੀ ਤਲਾਕ, ਇਹ ਕੋਈ ਜ਼ਿੰਦਗੀ ਏ? ਪਰ ਵੀਰ ਜੀ, ਤੁਸੀਂ ਤੇ ਹਰਿੰਦਰ ਦੇ ਤਲਾਕ ਤੋਂ ਪਿੱਛੋਂ ਨਵੀਂ ਬੋਟੀ ਦੀ ਤਲਾਸ਼ ਬਾਰੇ ਸੁਣ ਕੇ ਕਿਹਾ ਸੀ। ਮੌਜਾਂ ਨੇ ਬਾਈ, ਹਰ ਵਾਰੀ ਨਵੀਂ ਪਤਨੀ ਤੇ ਵਿੱਚ ਵਿਚਾਲੇ ਡੇਟਿੰਗ। ਉਹ ਗੱਲ ਤੇ ਮਖੌਲਦੀ ਸੀ, ਪਰ ਜੇ ਨਹੀਂ ਬਣਦੀ ਤਾਂ ਛੱਡਣਾ ਹੀ ਚੰਗਾ। ਐਵੇਂ ਨਰੜ ਗੁਜ਼ਾਰਾ ਵੀ ਕੀ ਹੋਇਆ? ਪਰ ਇੰਜ ਦੇ ਨਰੜ ਗੁਜ਼ਾਰੇ ਵਿੱਚ ਵੀ ਕੀ ਸਵਾਦ ਹੋਇਆ? ਉਹ ਤੇਰੀ ਗੱਲ ਠੀਕ ਹੈ, ਪਰ ਪਰਿਵਾਰ ਤੇ ਬੱਝਾ ਰਹਿੰਦਾ ਹੈ। ਮੈਂ ਦਿਲੋਂ ਵੀਰ ਜੀ ਦੀ ਗੱਲ ਨਾਲ ਸਹਿਮਤ ਸਾਂ, ਪਰ ਮੇਰੇ ਮਨ 'ਚ ਆਲੇ ਦੁਆਲੇ ਦੇ ਟੱਬਰਾਂ ਨੂੰ ਤੱਕ ਕੇ ਸਵਾਲ ਵੀ ਪੈਦਾ ਹੁੰਦਾ ਸੀ ਕਿ ਜੇ ਪਤਨੀ ਹੱਥੋਂ ਦੁਖੀ ਹੋ ਕੇ ਬਗਾਨੀਆਂ ਖੁਰਲੀਆਂ 'ਚ ਮੂੰਹ ਮਾਰਨਾ ਹੈ ਜਾਂ ਪਤਨੀ ਨੇ ਬਗਾਨੀ ਖੁਰਲੀ ਬਣਨਾ ਹੈ ਤਾਂ ਕਾਹਦਾ ਪਰਿਵਾਰ? ਲੁਕਾ ਓਲਾ ਝੂਠ ਫਰੇਬ ਦੇ ਨਾਲ ਲਜ਼ਤ ਤੇ ਗੁਨਾਹ ਦੇ ਫੜੇ ਜਾਣ ਦਾ ਡਰ। ਜੇ ਅਮਰੀਕਾ ਦੀ ਜ਼ਿੰਦਗੀ ਗੁੰਝਲਦਾਰ ਏ ਤੇ ਇੱਥੋਂ ਦੀ ਕਿਹੜੀ ਘੱਟ ਏ? ਫਰਕ ਸਿਰਫ ਇਹ ਵੇ ਕਿ ਉੱਥੋਂ ਦੀਆਂ ਗੁੰਝਲਾਂ ਉੱਥੋਂ ਦੇ ਮਨੁੱਖਾਂ ਦੀ ਰਹਿਤਲ ਵਿੱਚੋਂ ਬਣਦੀਆਂ ਨੇ। ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਨੇ ਗੁੰਝਲਾਂ ਇੱਥੋਂ ਦੇ ਲੋਕਾਂ ਦੀ ਰਹਿਤਲ ਵਿੱਚੋਂ ਪੈਦਾ ਹੁੰਦੀਆਂ ਨੇ। ਹਰਿੰਦਰ ਨੂੰ ਇੰਟਰਨੈਟ ਤੇ ਪੁੱਛਿਆ ਵੀ ਸੀ, ਜਦੋਂ ਸ਼ੀਲਾ ਨਾਲ ਤੇਰਾ ਤਲਾਕ ਹੋਇਆ ਤੇ ਬੇਬੀ ਤੇਰੇ ਕੋਲ ਆ ਗਈ ਤਾਂ ਤੂੰ ਉਹਦੇ ਵੱਲ ਕਿੰਨਾ ਕੁ ਧਿਆਨ ਦੇ ਸਕਿਆ ਸੀ? ਗੱਲ ਇਹ ਵੇ ਕਿ ਉਦੋਂ ਹਾਲੀ ਮੈਂ ਜਵਾਨ ਸਾਂ, ਇਸ ਲਈ ਉਹਦੇ ਵਾਸਤੇ ਮੇਰਾ ਵਕਤ ਵੰਡਿਆ ਹੋਇਆ ਹੀ ਹੋਣਾ ਸੀ, ਬੋਝ ਵੀ ਸੀ। ਮਾਂ ਤੇ ਪਿਓ ਦੋਹਾਂ ਦੇ ਫਰਜ਼ ਮੇਰੇ ਤੇ ਆ ਬਣੇ ਸਨ। ਭਾਵੇਂ ਪਹਿਲਾਂ ਬੇਬੀ ਸ਼ੀਲਾ ਕੋਲ ਸੀ, ਪਰ ਉਹਦੀ ਮਾਨਸਿਕ ਹਾਲਤ ਕਰਕੇ ਉਹਦੀ ਸਪੁਰਦਗੀ ਮੈਨੂੰ ਮਿਲ ਗਈ। ਉਹਦੇ ਸਕੂਲ ਦੀਆਂ ਲੋੜਾਂ, ਪੜ੍ਹਾਈ 'ਚ ਉਹਦੀ ਮਦਦ ਕਰਨੀ, ਕਦੀ ਕਦਾਈ ਸਕੂਲੇ ਛੱਡਣ ਜਾਂ ਲੈਣ ਜਾਣਾ, ਉਹਦੇ ਲਈ ਨਾਸ਼ਤਾ ਬਣਾਉਣਾ, ਉਹਨੂੰ ਨੁਹਾਉਣਾ, ਕੱਪੜੇ ਪਾਣੇ ਜਾਂ ਘਰ ਆਈ ਤੇ ਬਦਲਨੇ, ਕਦੀ ਕਦੀ ਡਿੱਗ ਡੁੱਗ ਪਏ ਤਾਂ ਉਹਨੂੰ ਦਿਲਾਸਾ ਦੇਣਾ, ਮੱਲਮ ਪੱਟੀ ਕਰਨੀ, ਫਿਰ ਛੜਿਆਂ ਦੇ ਕਲੱਬ ਜਾਣਾ। ਦਿਲ ਤੇ ਲਾਉਣਾ ਹੀ ਹੋਇਆ। ਰਾਤੀ ਆਪੇ ਸੌਂ ਜਾਂਦੀ, ਫੋਨ ਕਰਕੇ ਪੁੱਛਦੇ ਰਹਿਣਾ, ਠੰਡ ਦੇ ਮੌਸਮ 'ਚ ਕੱਪੜਾ ਲੈ ਜਾਂਦਾ ਹੋਣਾ। ਦਮੇ ਦੀ ਸ਼ਿਕਾਇਤ ਹੋ ਗਈ। ਇਹਦੇ ਲਈ ਆਪਣੇ ਆਪ ਨੂੰ ਕਸੂਰਵਾਰ ਸਮਝਣਾ। ਇੱਕ ਵਾਰੀ ਮੈਨੂੰ ਯਾਦ ਹੈ, ਮੈਂ ਘਰੇ ਆਇਆ, 2 ਪੈਗ ਲਾਏ ਸੀ, ਸਰੂਰ ਸੀ ਪਰ ਪੂਰੀ ਹੋਸ਼। ਮੈਨੂੰ ਬੇਬੀ ਦੇ ਕਮਰੇ 'ਚੋਂ ਖੰਘ ਦੀ ਆਵਾਜ਼ ਆਈ। ਭਾਵੇਂ ਸੁੱਤੀ ਹੋਈ ਸੀ ਪਰ ਨੀਂਦਰ ਵਿੱਚ ਵੀ ਖੰਘਦੀ ਸੀ। ਝੱਟ ਘੜੀ ਉਹਦੇ ਸਰਾਣੇ ਖੜਾ ਰਿਹਾ, ਉਹਦੇ ਨਿੱਕੇ ਜਿਹੇ ਭੋਲੇ ਜਿਹੇ ਚਿਹਰੇ ਨੂੰ ਤੱਕਦਾ ਰਿਹਾ। ਉਹਦੇ ਦੁਆਲੇ ਰਜਾਈ ਠੀਕ ਕੀਤੀ, ਮਕਾਨ ਦੀ ਗਰਮੈਸ਼ ਵਧਾ ਦਿੱਤੀ, ਭਾਵੇਂ ਮੈਨੂੰ ਆਪ ਨੂੰ ਹੀ ਪਰੇਸ਼ਾਨੀ ਹੁੰਦੀ ਸੀ। ਡਾਕਟਰ ਨੂੰ ਵਿਖਾਇਆ, ਉਹਨੇ ਕਿਹਾ ਦਮਾ ਏ। ਚਿੰਤਾ ਲੱਗ ਗਈ। ਸਾਰੀ ਉਮਰ ਹੁਣ ਇੰਜੀ ਕੱਟੇਗੀ ਮੇਰੀ ਬੇਟੀ, ਸੋਚ ਕੇ ਦਿਲ ਘਾਉ-ਮਾਊ ਹੋ ਗਿਆ। ਉਸ ਰਾਤ ਮਨ ਬੜਾ ਉਦਾਸ ਹੋਇਆ। ਪਹਿਲਾਂ ਤੇ ਸ਼ੀਲਾ ਨਾਲ ਲੜਦਿਆਂ ਝਗੜਦਿਆਂ ਬੀਤ ਗਈ, ਪਰ ਉਸ ਰਾਤ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਇਕੱਲਾ ਰਹਿ ਗਿਆ ਹੋਵਾਂ। ਤੇ ਜਦੋਂ ਪਾਕਿਸਤਾਨ ਬਣਿਆ, ਉਦੋਂ ਮੈਂ ਸਿਰਫ 4.5 ਵਰ੍ਹਿਆਂ ਦਾ ਸੀ। ਸਾਰੇ ਕਹਿੰਦੇ ਸੀ, ਮਾਂ ਨੇ ਵੀ ਕਈ ਵਾਰੀ ਦੱਸਿਆ ਸੀ ਕਿ ਤੂੰ ਕਦੀ ਨਹੀਂ ਸੀ ਰੋਂਦਾ, ਪਰ ਉਸ ਦਿਨ ਬੇਬੀ ਦੀ ਬਿਮਾਰੀ ਬਾਰੇ ਜਾਣ ਕੇ ਮੈਂ ਰੋਇਆ ਸਾਂ। ਆਪਣਾ ਦੁੱਖ ਬੰਦਾ ਜਰ ਲੈਂਦਾ, ਬੱਚੇ ਦਾ ਦੁੱਖ ਜਰਨਾ ਔਖਾ ਹੈ। ਉਸ ਦਿਨ ਮੈਨੂੰ ਮਹਿਸੂਸ ਕਿ ਮਾਂ ਦਾ ਹੋਣਾ ਕਿੰਨਾ ਜ਼ਰੂਰੀ ਹੈ। ਪਰ ਕੀ ਮੈਂ ਕਦੀ ਬੇਬੀ ਲਈ ਮਤਰੇਈ ਮਾਂ ਲਿਆਉਣੋਂ ਗੁਰੇਜ਼ ਕਰਨ ਦੀ ਸੋਚੀ ਸੀ? ਇਹਦਾ ਜਵਾਬ ਨਾ 'ਚ ਹੀ ਹੋਏਗਾ। ਮੈਂ ਜੇ ਹਿੰਦੁਸਤਾਨ 'ਚ ਹੁੰਦਾ ਤਾਂ ਸ਼ਾਇਦ ਇੰਜ ਸੋਚ ਲੈਂਦਾ। ਜਿਵੇਂ ਉੱਥੇ ਰਹਿੰਦੇ ਸਾਡੇ ਇੱਕ ਦੋਸਤ ਦੇ ਬਾਪ ਨੇ 35 ਸਾਲਾਂ ਦੀ ਉਮਰ 'ਚ ਰੰਡਾ ਹੋਣ ਤੇ ਵੀ ਸ਼ਾਦੀ ਨਹੀਂ ਸੀ ਕਰਾਈ ਤੇ ਆਪੇ ਹੀ ਬੱਚੇ ਪਾਲੇ ਸੀ। ਪਰ ਇੱਥੇ ਰਹਿ ਕੇ ਇੰਜ ਸੋਚਿਆ ਵੀ ਨਹੀਂ ਜਾ ਸਕਦਾ, ਕਿਉਂਕਿ ਇੱਥੇ ਪਹਿਲਾ, ਦੂਜਾ, ਤੀਜਾ ਜਾਂ ਮੇਰੇ ਹਾਰ ਚੌਥਾ ਵਿਆਹ ਕਰਾਉਣ ਦਾ ਮਿਹਣਾ ਕੋਈ ਨਹੀਂ। ਦੂਜੀ ਗੱਲ, ਭਾਵੇਂ ਬੰਦੇ ਦਾ ਸੈਕਸ ਵੱਲੋਂ ਗੁਜ਼ਾਰਾ ਹੋ ਜਾਂਦਾ, ਪਰ ਸਾਥ ਦੀ ਤਾਂਘ ਪੂਰੀ ਨਹੀਂ ਹੁੰਦੀ। ਅੱਜ ਕੱਲ ਵਿਆਹ ਤੋਂ ਬਿਨਾਂ ਵੀ ਲਿਵ ਇਨ ਦਾ ਰਿਵਾਜ ਚੱਲ ਪਿਆ, ਜਿਸ ਸਦਕਾ ਵਿਆਹ ਦਾ ਆਨੰਦ ਪੂਰਾ ਪਰ ਜ਼ਿੰਮੇਵਾਰੀ ਕੋਈ ਨਾ। ਤੀਜੀ ਗੱਲ, ਇੱਥੇ ਕੁਰਬਾਨੀ ਕਰਨ ਦਾ ਰਿਵਾਜ ਹੀ ਕੋਈ ਨਹੀਂ, ਤੇ ਇੰਨੇ ਸਾਲ ਇੱਥੇ ਰਹਿ ਕੇ ਮੈਂ ਵੀ ਔਕਣੀ ਸੋਚਣ ਲੱਗ ਪਿਆ ਵਾਂ। ਇਸ ਲਈ ਮੈਂ ਸ਼ੀਲਾ ਤੋਂ ਪਿੱਛੋਂ 1 ਨਹੀਂ 2 ਵਿਆਹ ਕਰਾਏ ਤੇ ਹੁਣ ਤੀਜੇ ਵਿਆਹ ਦੀ ਚਾਹ ਕੇ। ਧੰਨਵਾਦ।